ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:17 ਹੋਏ ਨੇ। 31 ਅਗਸਤ ਦਾ ਦਿਨ ਹੈ, ਬਰਾ 2022 ਦਾ ਬੁੱਧਵਾਰ ਹੈ। 15 ਭਾਦੋਂ ਨਾਨਕ ਸ਼ੇ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਸ਼ੁਰੂਆਤ ਪੰਜਾਬ ਤੋਂ ਆਪਾਂ ਕਰਾਂਗੇ ਸਰਦਾਰ ਨਵਕਿਰਨ ਸਿੰਘ ਪੱਤੀ ਦੇ ਨਾਲ। ਉਸ ਤੋਂ ਬਾਅਦ ਫੈਮਿਲੀ ਝਗੜੇ, ਪਰਿਵਾਰਕ ਝਗੜਿਆਂ ਦਾ ਕਾਰਨ, ਪਰਿਵਾਰਕ ਝਗੜੇ ਕਿਵੇਂ ਨਿਪਟ ਸਕਦੇ ਨੇ, ਤਲਾਕ ਤੋਂ ਕਿਵੇਂ ਬਚ ਸਕਦੇ ਨੇ ਜੇ ਤਲਾਕ ਹੁੰਦਾ ਹੈ ਤਾਂ ਉਸ ਤੋਂ ਬਾਅਦ ਕੀ ਖਿਆਲ ਰੱਖਣ ਦੀ ਲੋੜ ਹੈ। ਉੱਗੇ ਵਕੀਲ ਚੰਦਨ ਸੱਭਰਵਾਲ ਜੀ ਆਉਣਗੇ ਅਤੇ ਉਸ ਤੋਂ ਬਾਅਦ ਆਖਰੀ ਘੰਟੇ ਦੇ ਵਿੱਚ ਕਹਾਣੀ ਤੁਹਾਡੇ ਅੱਜ ਸਨਮੁਖ ਸਰਦਾਰ ਬੂਟਾ ਸਿੰਘ ਸ਼ਾਦ ਹੋਰਾਂ ਦੀ ਹੋਵੇਗੀ। 604 204 0600 ਆਉਣੇ ਨੰਬਰ ਹੈ। 6042040600 ਅਤੇ 604 729 1224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224। ਸੰਗਤ ਨੂੰ ਪੰਗਤ ਟੱਕਰੀ, ਠੇਡੇ ਨੂੰ ਢੋਈ ਮਿਲ ਗਈ, ਤਵੀਆਂ ਨੇ ਰੂਹਾਂ ਫੂਕੀਆਂ, ਦਰਸ਼ਨ ਹੋਏ ਕਿਰਪਾਨ ਕੇ। ਸਤਗੁਰ ਨੇ ਘੋੜਾ ਬੀੜਿਆ, ਚੰਨ ਵੀ ਸੰਧੂਰੀ ਹੋ ਗਿਆ, ਤੁਰਦੇ ਧਰਮ ਤੇ ਕਰਮ ਵੀ ਲੋਏ ਲੋਏ ਕਿਰਪਾਨ ਕੇ। ਜਹਾਂ ਜੂਹਾਂ ਪਹੇ ਕਿਰਪਾਨ ਕੇ, ਸ਼ੀਣੀ ਸਹੇ ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ। ਰੰਗ ਰਾਗ ਪੂਰਨਮਾਸ਼ੀਆਂ, ਕਣੀਆਂ ਤੂਫਾਂ ਕਿਰਪਾਨ ਕੇ। ਚਿੜੀਆਂ ਭੰਗੂੜੇ ਦੀ ਬੜੇ ਮੇਲੇ ਮਕਾਂ ਕਿਰਪਾਨ ਕੇ। ਲਿਸ਼ਕਣ ਜੋ ਤਾਰੇ ਅੰਬਰੀ, ਸੰਗੀ ਸਖਾ ਕਿਰਪਾਨ ਕੇ। ਧਰਤੀ ਹਵਾ ਦੇ ਹਾਸ਼ੀਏ, ਚਾਰੇ ਦਿਸ਼ਾ ਕਿਰਪਾਨ ਕੇ। ਬੋਲੀ ਬਸੇ ਲਿਪੀ ਬਸੇ, ਭਾਸ਼ਾ ਬਸੇ ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ। ਧੂੜਾ ਨੂੰ ਹਾਜ਼ਰ ਜਾਣ ਕੇ, ਦਾੜੇ ਅਨੋਖੇ ਲਿਸ਼ਕ ਪਏ, ਝਾਂਗੜ ਝਿੜੀ ਦੇ ਮੋਰਚੇ ਤੇ ਟਾਕਰੇ ਕਿਰਪਾਨ ਕੇ। ਇਸ਼ਕੇ ਦਾ ਮਿਸਰਾ ਬੋਲ ਕੇ ਯੋਧੇ ਜਮੀ ਵਿੱਚ ਸੌਂ ਗਏ, ਜੀਨਾ ਰਕਾਬਾਂ ਕਾਠੀਆਂ ਤੇ ਪਾਖਰੇ ਕਿਰਪਾਨ ਕੇ। ਮਸਤਕ ਮਣੀ ਜੁੱਸਾ ਜਿਸਮ ਖਾਲਸ ਕਲਾ ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ। ਸੁਖਨੋ ਸਬਕ 14 ਤਬਕ, ਸ਼ੰਖੋ ਕਲਸ਼ ਤੋਇਆ ਤਪਸ਼, ਤਖਤੋ ਮਿਲਖ ਪੀਰੋ ਬਿਰਖ ਜੀ ਤਨ ਤਨ ਕਿਰਪਾਨ ਕੇ। ਹੈ ਧੂਲ ਵੀ ਸਰਦੂਲ ਵੀ ਜੋ ਰਹਿਬਰੀ ਕਰਤਾਰ ਦੀ, ਟੁਕੜੇ ਟੁਕੜੇ ਵੀ ਤੇਗਾਂ ਬਣ ਗਏ ਜੀ ਖੰਨ ਖੰਨ ਕਿਰਪਾਨ ਕੇ। ਹਿੰਮਤ ਯਤਨ ਰੋੜੇ ਰਤਨ ਲੋਹਾ ਤਪਨ ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ। ਸੋਚ ਹੈ ਇੱਕ ਟੇਕ ਹੈ, ਇੱਕ ਫਲਸਫੇ ਦਾ ਨਾਮ ਹੈ ਕਿਰਪਾਨ। ਇੱਕ ਹਥਿਆਰ ਨਹੀਂ ਕਿਰਪਾਨ, ਇੱਕ ਪੈਗਾਮ ਹੈ। ਪੈਗਾਮ ਉਸ ਮੱਥੇ ਨੂੰ ਜਿੱਥੇ ਰੱਤ ਹੈ, ਜਿੱਥੇ ਪੱਤ ਹੈ ਨਾ ਰੱਤ ਹੈ। ਸਰਬੱਤ ਹੈ ਕਿਰਪਾਨ ਕੇ, ਕਿਰਪਾਨ ਹੀ ਸਰਬੱਤ ਹੈ। ਸਾਬਣ ਕਤੇ ਰੰਗੋ ਰਤੇ, ਗੱਜ ਗੁਰਮਤੇ ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ। ਹਰਮਨਜੀਤ ਲਿਖਦਾ ਹੈ। ਸਰ ਨਵਕਿਰਨ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਨਵਕਿਰਨ ਦੂਸਰੇ ਫੋਨ ਤੋਂ ਇੱਕ ਵਾਰ ਫਿਰ ਟਰਾਈ ਨੰਬਰ ਤੋਂ ਕਰਦੇ ਹਾਂ। ਆਵਾਜ਼ ਵਾਪਸ ਆ ਰਹੀ ਹੈ, ਦੂਸਰਾ ਫੋਨ ਚੱਕਿਓ। ਅਤੇ ਕੱਲ੍ਹ ਵੀ ਥੋੜ੍ਹੀ ਜਿਹੀ ਮੁਸ਼ਕਿਲ ਸੀ, ਫੋਨ ਕਰ ਰਹੇ ਹਾਂ ਪਲੀਜ਼ 1 ਮਿੰਟ। ਆਵਾਜ਼ ਕੱਲ੍ਹ ਵੀ ਪਿੱਛੇ ਆਉਂਦੀ ਸੀ ਅਤੇ ਕੱਲ੍ਹ ਉਹਦੇ ਕਹਿਣ ਨੂੰ ਕੰਪਲੇਨਾਂ ਆਈਆਂ ਬਹੁਤ। ਸੋ ਉਹ ਹੁਣ ਦੂਜਾ ਟੈਲੀਖੂਨ ਮਿਲਾਉਂਦੇ ਆ। ਕਹਿੰਦਾ ਰਾਤ ਜਿਹੜਾ ਪਾਲੀ ਦਾ ਟੈਲੀਖੂਨ ਆਇਆ ਨਿਊਯਾਰਕੋਂ, ਇਉਂ ਕਹੇ ਇਉਂ ਲੱਗੇ ਜਿਵੇਂ ਪੈਲੋਂ ਹੀ ਖੂਨ ਕਰਦਾ ਹੁੰਦਾ। ਇਹ ਵੀ ਪਿੰਡ 'ਚ ਕਰੈਕਟਰ ਸੀ। ਸਰ ਨਵਕਿਰਨ ਸਿੰਘ ਜੀ ਹੁਣ ਸੂਤ ਹੈ ਜੀ। ਜੀ ਗਿੱਲ ਸਾਹਿਬ, ਹਾਂ ਇੱਥੇ ਆ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ ਮੈਨੂੰ ਐਂ ਦੱਸਿਓ ਵੀ ਕੱਲ੍ਹ ਫਿਰ ਭਗਵੰਤ ਮਾਨ ਨੇ ਕਿਹੜੇ ਕਿਹੜੇ ਖੁਸ਼ ਕੀਤੇ? ਚੱਚਾ ਚੇਅਰਮੈਨੀਆਂ ਕਿਹਨੂੰ ਦਿੱਤੀਆਂ? ਜੀ ਜੀ ਗਿੱਲ ਸਾਹਿਬ, ਭਗਵੰਤ ਮਾਨ ਹੋਰਾਂ ਨੇ ਜਿਹੜੀ ਚੇਅਰਮੈਨੀਆਂ ਨੇ 14 ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਨਿਯੁਕਤ ਕਰਤੇ। ਇੱਕ ਤਾਂ ਰਮਨ ਬਹਿਲ, ਇਹਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਾਤਾ ਸਿਹਤ ਵਿਭਾਗ। ਇੰਦਰਜੀਤ ਮਾਨ ਨੂੰ ਪੰਜਾਬ ਖਾਦੀ ਤੇ ਵਿਲੇਜ ਇੰਡਸਟਰੀ ਬੋਰਡ ਦਾ ਚੇਅਰਮੈਨ ਲਾਤਾ। ਸਨੀ ਆਹਲੂਵਾਲੀਆ ਲਾਤਾ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦਾ। ਨਰਿੰਦਰ ਸ਼ੇਰਗਿੱਲ, ਇਹ ਕਾਫੀ ਟਾਈਮ ਦਾ ਚੇਅਰਮੈਨ ਹੀ ਮੰਗਦਾ ਸੀ, ਇਹਨੂੰ ਮਿਲਕ ਫਿੱਟ ਦਾ ਲਾਤਾ।
ਰਣਜੀਤ ਚੀਮਾ ਨੂੰ ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਕਾਰਪੋਰੇਸ਼ਨ ਦਾ ਲਾਤਾ। ਅਸ਼ੋਕ ਕੁਮਾਰ ਸਿੰਗਲਾ ਨੂੰ ਪੰਜਾਬ ਗਊ ਸੇਵਾ ਸੰਮਤੀ ਕਮਿਸ਼ਨ ਦਾ ਚੇਅਰਮੈਨ ਲਾਤਾ। ਵਿਭੂਤੀ ਸ਼ਰਮਾ ਨੂੰ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਦਾ। ਅਨਿਲ ਠਾਕਰ ਨੂੰ ਪੰਜਾਬ ਟ੍ਰੇਡਸ ਬੋਰਡ ਦਾ। ਗੁਰਦੇਵ ਸਿੰਘ ਲਕਾਣਾ ਨੂੰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ। ਮਹਿੰਦਰ ਸਿੱਧੂ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ। ਸੁਰੇਸ਼ ਗੋਇਲ ਪੰਜਾਬ ਸਟੇਟ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਦਾ। ਐਡਵੋਕੇਟ ਨਵਦੀਪ ਜੀਦਾ ਬਠਿੰਡੇ ਵਾਲਾ ਸ਼ੂਗਰਫੈਡ ਦਾ ਚੇਅਰਮੈਨ ਲਾਤਾ। ਬਲਵੀਰ ਸਿੰਘ ਪੰਨੂ ਨੂੰ ਪਨਸਪ ਦਾ। ਰਕੇਸ਼ ਪੁਰੀ ਨੂੰ ਸਟੇਟ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦਾ। 14 ਜਾਣੇ ਤਾਂ ਕਰਤੇ ਜੀ ਖੁਸ਼। ਗਿੱਲ ਸਾਹਿਬ ਇਦੋਂ ਪਹਿਲਾਂ 3 ਜਣਿਆਂ ਨੂੰ ਕੈਬਨਿਟ ਦਾ ਰੈਂਕ ਦਿੱਤਾ ਐਵੇਂ ਚੱਕ ਕੇ। ਇੰਡਸਟਰੀਅਲਿਸਟ ਇੱਕ ਤਾਂ ਸਾਡੇ ਬਰਨਾਲੇ ਵਾਲਾ ਟਰਾਈਡੈਂਟ ਦਾ ਮਾਲਕ ਰਜਿੰਦਰ ਗੁਪਤਾ, ਬੱਲੇ ਉਹਨੂੰ ਚੱਕ ਕੇ ਪੰਜਾਬ ਦਾ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਬਿਨਾਂ ਕਿਸੇ ਗੱਲ ਤੋਂ। ਉਹ ਪੰਜਾਬ ਜਿਹੜਾ ਯੋਜਨਾ ਬੋਰਡ ਹੈ ਉਹਦਾ ਉਪ ਚੇਅਰਮੈਨ ਲਾ ਕੇ 3 ਇੰਡਸਟਰੀਅਲਿਸਟ ਨੇ, ਤਿੰਨਾਂ ਨੂੰ ਗਿੱਲ ਸਾਹਿਬ ਚੱਕ ਕੇ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ। ਅੱਜ ਕੱਲ ਇੱਕ ਨਵੀਂ ਗੱਲ ਵੀ ਤੋਰ ਲਈ, ਕਹਿੰਦੇ ਨੇ ਇਹ ਤਾਂ ਜੀ ਦੇਖੋ ਅਸੀਂ ਤਨਖਾਹ ਨਹੀਂ ਲੈਣਗੇ ਇਹ। ਅੱਛਾ, ਕਈ ਕਹਿੰਦੇ ਨੇ ਇੱਕ ਰਾਜ ਸਭਾ ਮੈਂਬਰ ਸਾਹਨੀ ਸਾਹਿਬ ਚੁਣੇ ਨੇ, ਉਹ ਕਹੀ ਜਾਂਦਾ ਦੇਖੋ ਜੀ ਮੈਂ ਤਨਖਾਹ ਨਹੀਂ ਲੈਣੀ, ਰਾਜ ਸਭਾ ਮੈਂਬਰ ਬਣਿਆ ਸੇਵਾ ਨੂੰ ਬਣਿਆ। ਗਿੱਲ ਸਾਹਿਬ ਤਨਖਾਹ ਤਾਂ ਛੋਟੀ ਗੱਲ ਹੁੰਦੀ ਆ ਪਿੱਛੇ ਜੇ ਕਈ ਚਰਚਾਵਾਂ ਚੱਲੀਆਂ ਸੀ, ਕਹਿੰਦੇ ਕਈ ਅਫਸਰ ਤਨਖਾਹ ਕਣੀ ਤੇ ਝਾਕਦੇ ਹੀ ਨਹੀਂ। ਪਟਵਾਰੀਆਂ ਵਾਲਾ ਕੰਮ ਹੋਇਆ ਪਿਆ, ਪਟਵਾਰੀ ਲਈ ਤਨਖਾਹ ਤਾਂ ਇੰਨੀ ਹੁੰਦੀ ਆ ਰੂੰਗਾ, ਤਾਂ ਤਨਖਾਹ ਕਿਸੇ ਨੇ ਕੀ ਕਰਨੀ ਆ। ਜਦੋਂ ਕੈਬਨਿਟ ਮੰਤਰੀ ਦਾ ਰੈਂਕ ਮਿਲ ਗਿਆ ਸਲੂਟ ਵੱਜਦੇ ਨੇ। ਹੋਰ ਪਤਾ ਨਹੀਂ ਕਿੱਥੋਂ ਕਿੰਨੇ ਕੁ ਗਿਫਟ ਕੀ ਕੁਛ ਆਈ ਜਾਣਾ ਹੈ। ਤਨਖਾਹ ਜੇ 5 ਸਾਲ ਨਾ ਵੀ ਲੈਣਗੇ ਤਾਂ ਵੀ ਕੀ ਹੁੰਦਾ ਹੈ, ਹੋਰ ਬੜਾ ਕੁਛ ਤਨਖਾਹ ਤੋਂ ਗਾਹਾਂ ਲੰਘਦਾ ਜੀ। ਗਿੱਲ ਸਾਹਿਬ ਬਲਵੀਰ ਸਿੰਘ ਪੰਨੂ ਹਲੇ ਰਹਿੰਦਾ ਸੀ, ਮੈਂ ਕਿਹਾ ਤੇ ਇੱਕੇ ਪੰਨੂ ਨੇ ਘਾਪੇ ਪੂਰੇ ਕਰਤੇ। ਅੱਛਾ, ਪੁਲਿਸ ਵਾਲਿਆਂ ਨੇ ਦੀ ਵੀ ਫੇਰ ਬਦਲ ਹੋਇਆ ਕੋਈ? ਗਿੱਲ ਸਾਹਿਬ ਵੱਡੀ ਪੱਧਰ ਤੇ ਪੁਲਿਸ ਵਾਲਿਆਂ ਦੇ ਤਬਾਦਲੇ ਹੋਏ। ਅੱਛਾ, ਅਸਲ 'ਚ ਜਿੰਨੀ ਮਤਲਬ ਜਿੱਦਾਂ ਦੀ ਸਰਕਾਰ ਬਣੀ ਹੈ ਉਦੋਂ ਦੇ ਤਬਾਦਲੇ ਤੇ ਤਬਾਦਲੇ ਹੋ ਰਹੇ ਨੇ। ਚੱਕ ਕੇ ਜਿਵੇਂ ਆਮ ਤੌਰ ਦੇ ਉੱਤੇ ਗੱਲ ਚੱਲਦੀ ਹੁੰਦੀ ਆ ਕਿ ਵਿਹਲਾ ਦੁਕਾਨਦਾਰ ਕੀ ਕਰੇ, ਚੱਕੇ ਬੱਟੇ ਇੱਧਰੋਂ ਚੱਕੇ ਉੱਧਰ ਧਰੇ। ਉਹ ਗੱਲ ਇਹਨਾਂ ਨੇ ਮਤਲਬ ਬਾਣੀ ਵਾਲੀ ਕਰਤੀ ਵੀ ਚੱਕ ਕੇ ਨਾ ਹੋਰ ਤੀਜੇ ਕੁ ਦਿਨ ਪੁਲਿਸ ਵਾਲਿਆਂ ਦੀਆਂ ਬਦਲੀਆਂ ਕਰਨ ਲੱਗ ਜਾਂਦੇ ਨੇ, ਇੱਧਰੋਂ ਚੱਕ ਕੇ ਉੱਧਰ, ਉੱਧਰੋਂ ਚੱਕ ਕੇ ਇੱਧਰ। ਗਿੱਲ ਸਾਹਿਬ 12 ਤਾਂ IPS ਬਦਲਤੇ ਅੱਜ। 54 ਜਿਹੜੇ ਵੱਡੇ ਪੁਲਿਸ ਅਫਸਰ ਨੇ ਉਹ ਬਦਲਤੇ। IPS ਈਸ਼ਵਰ ਸਿੰਘ ਉਹਨੂੰ ADGP HRD ਪੰਜਾਬ ਲਾਤਾ। IPS ਸ਼ਸ਼ੀ ਦਵੇਦੀ ਨੂੰ ADGP ਰੇਲਵੇ ਪੰਜਾਬ ਲਾਤਾ ਚੰਡੀਗੜ੍ਹ। ਅਰਪਿਤ ਸ਼ੁਕਲਾ ਨੂੰ ADGP ਲਾਤਾ। ਇਹ ਏਦਾਂ ਬਦਲਤੇ ਜੀ। 54 ਅਫਸਰਾਂ ਦੇ ਇੱਧਰ ਤਬਾਦਲੇ ਹੋ ਗਏ, 12 IPS ਬਦਲਤੇ। ਜਿਹੜੀ ਮੈਨੂੰ ਵੱਡੀ ਗੱਲ ਲੱਗੀ ਸਾਰਿਆਂ ਚੋਂ, ਸਾਰੇ ਤਬਾਦਲਿਆਂ ਤੋਂ ਗਿੱਲ ਸਾਹਿਬ, ਵੱਡੇ ਅਫਸਰਾਂ ਨਾਲੋਂ ਇੱਕ ਛੋਟੇ ਅਫਸਰ ਦਾ ਵੀ ਤਬਾਦਲਾ ਹੋ ਗਿਆ। ਉਹ ਹੋ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਜਿਹੜਾ IO ਆ, ਇਨਕੁਆਇਰੀ ਆਫਿਸਰ ਮਾਨਸਾ ਵਾਲਾ SHO ਅੰਗਰੇਜ਼ ਸਿੰਘ, ਉਹ ਬਦਲਤਾ। ਕਿਉਂਕਿ ਜਿਸ ਥਾਂ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਹ ਉਸ ਜਿਹੜਾ ਥਾਣਾ ਸਿਟੀ ਵਾਣਾ ਮਾਨਸਾ ਦਾ ਉਹਦੇ ਅੰਡਰ ਆਉਂਦਾ ਸੀ। ਉਹਦਾ SHO ਸੀ ਅੰਗਰੇਜ਼ ਸਿੰਘ। ਅੰਗਰੇਜ਼ ਸਿੰਘ ਇਹ ਸਾਰੇ ਕੇਸ ਦਾ ਇਨਕੁਆਇਰੀ ਆਫਿਸਰ ਸੀ। ਦੇਖੋ IO ਹੁੰਦਾ ਗਿੱਲ ਸਾਹਿਬ ਜਿਹੜਾ ਕੋਰਟ 'ਚ ਉਹਨੇ ਮਤਲਬ ਪੇਸ਼ ਹੋਣਾ ਹੁੰਦਾ ਹੈ, ਚਲਾਨ ਉਹਨੇ ਪੇਸ਼ ਕਰਨਾ ਹੁੰਦਾ ਹੈ, ਮਤਲਬ ਤਾਂ ਤੱਕ ਚਾਹੇ ਮਸਲਾ DGP ਲੈਵਲ ਤੱਕ ਜਾਵੇ, IO ਦੀ ਮਤਲਬ ਜਿਹੜੀ ਹੈ ਉਹ ਭੂਮਿਕਾ ਅਹਿਮ ਹੁੰਦੀ ਆ। ਪਰ ਹੁਣ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਨੇ ਜਿਹੜੇ ਇਨਕੁਆਇਰੀ ਅਫਸਰ ਅੰਗਰੇਜ਼ ਸਿੰਘ, ਉਹਦੀ ਥਾਂ ਤੇ ਹੁਣ ਗੁਰਲਾਲ ਸਿੰਘ ਨੂੰ ਲਾਤਾ। SSP ਦੇ ਵੱਲੋਂ ਆਰਡਰ ਜਾਰੀ ਕੀਤੇ ਗਏ ਨੇ, ਪਰ ਹੈ ਸਰਕਾਰ ਦਾ ਫੈਸਲਾ। ਤਾਂ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਸਥਿਤੀ ਕਿੱਥੇ ਜਾਂਦੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਕੇਸ ਪੰਜਾਬ ਸਰਕਾਰ ਦੇ ਲਈ ਇੱਕ ਵੱਡੀ ਸਿਰਦਰਦੀ ਬਣਿਆ ਹੋਇਆ ਹੈਗਾ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਜੇ ਤੱਕ ਸਾਰੇ ਸ਼ੂਟਰ ਗ੍ਰਿਫਤਾਰ ਨਹੀਂ ਕੀਤੇ, ਜਿਹੜੇ ਉਹਨਾਂ ਦੇ ਬੈਕ ਤੇ ਬੰਦੇ ਨੇ ਉਹ ਗ੍ਰਿਫਤਾਰ ਨਹੀਂ ਕੀਤੇ। ਪਰਿਵਾਰ ਨੇ ਕੈਂਡਲ ਮਾਰਚ ਕਰਕੇ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠ ਨਾਲ ਮਾਨਸਾ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਕਿ ਦੋਸ਼ੀ ਫੜੋ। ਇਸ ਤੋਂ ਇਲਾਵਾ ਗਿੱਲ ਸਾਹਿਬ ਜਿਵੇਂ ਵਿਦੇਸ਼ਾਂ ਤੱਕ ਇਸ ਕੇਸ ਦੀਆਂ ਤਾਰਾਂ ਜੁੜੀਆਂ ਨੇ, ਮੀਡੀਆ ਵੀ ਬੋਲਣ ਲੱਗ ਗਿਆ ਗਾ, ਤਾਂ ਉਹ ਸਾਰੇ ਮਸਲੇ ਦੇ ਵਿੱਚ ਨਜ਼ਰ ਇਹ ਆਉਂਦਾ ਕਿ ਸਰਕਾਰ ਇਸ ਮਸਲੇ ਦੇ ਵਿੱਚ ਇਨਸਾਫ ਅਜੇ ਤੱਕ ਪਰਿਵਾਰ ਨੂੰ ਨਹੀਂ ਦੇ ਪਾਈ। ਜੀ ਆਸ਼ੂ ਕੀ ਕਹਿੰਦਾ? ਆਸ਼ੂ ਦੇ ਜਿਹੜੇ ਚੇਲੇ ਚਾਪੜੇ ਉੱਥੋਂ ਭੱਜੇ, ਪੈਸਾ ਧੇਲਾ ਲੈ ਕੇ ਟੈਚੀ ਭੱਜਿਆ ਏ, ਜਾਨੀ ਚੋਰ, ਉਹਨਾਂ ਦਾ ਨਾਂ ਨੂੰ ਲਿਆ ਕੁਛ ਕਿ ਨਹੀਂ? ਸਭ ਫੜੇ ਜਾਣਗੇ ਜੀ। ਗਿੱਲ ਸਾਹਿਬ ਅਸਲ ਵਿੱਚ ਇਸ ਮਸਲੇ 'ਚ ਗੱਲ ਇਹ ਹੋ ਗਈ ਵੀ ਤੇਲੂ ਰਾਮ ਫੜਿਆ ਨਾ, ਜਿਹੜਾ ਤੇਲੂ ਰਾਮ ਦੇ ਕੀਤੇ ਖੁਲਾਸੇ ਕਈਆਂ ਦੇ ਜੜ੍ਹਾਂ 'ਚ ਬੈਠ ਰਹੇ ਨੇ।
ਤੇਲੂ ਰਾਮ ਠੇਕੇਦਾਰ ਨੇ ਸਾਰਾ ਕੁਝ ਦੱਸਤਾ, ਖੋਲਤਾ ਚਿੱਠਾ। ਕਹਿੰਦਾ ਜੀ ਮੇਰਾ ਤਾਂ ਠੇਕੇਦਾਰ ਕਹਿੰਦਾ ਕਸੂਰ ਹੀ ਕੋਈ ਨਹੀਂ, ਮੈਂ ਤਾਂ ਸਾਰੇ ਪੈਸੇ ਆਸ਼ੂ ਦੇ ਪੀਏ ਰਾਹੀਂ ਆਸ਼ੂ ਤੱਕ ਪਹੁੰਚਦੇ ਕਰਦਾ ਰਹਾਂਗਾ। ਔਰ ਇਸ ਮਸਲੇ 'ਚ 3 ਵਾਰ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਲਿਆ। ਅੱਜ 14 ਦਿਨਾਂ ਦੇ ਲਈ ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਨੂੰ ਤਾਂ ਜੇਲ੍ਹ ਭੇਜਤਾ। ਜੇਲ੍ਹ ਭੇਜਣ ਤੋਂ ਬਾਅਦ ਗਿੱਲ ਸਾਹਿਬ ਹੁਣ ਆਸ਼ੂ ਤਾਂ ਜੇਲ੍ਹ ਦੀ ਹਵਾ ਖਾਊਗਾ। ਅੱਜ ਉਹਨੇ ਰਾਤ ਦੀ ਰੋਟੀ ਜੇਲ੍ਹ 'ਚ ਖਾਧੀ ਹੋਣੀ ਹੈ। ਕਹਿੰਦਾ ਸੀ ਪਿਛਲੇ ਦਿਨਾਂ ਦੇ ਵਿੱਚ ਰਿਮਾਂਡ ਤੇ ਸੀ ਵਿਜੀਲੈਂਸ ਦਫ਼ਤਰ 'ਚ, ਮੱਛਰ ਬਹੁਤ ਲੱਗਦਾ। ਉਹ ਕਹਿੰਦੇ ਚਲੋ ਫੋਗਿੰਗ ਕਰਾ ਦਿਓ। ਕਾਂਗਰਸੀ ਦਾ ਬਾਰ 'ਚ ਧਰਨਾ ਵੀ ਚੱਲਦਾ ਸੀ। ਉਹ ਖਹਿਰੇ ਨੇ ਕਮੈਂਟ ਕਰਕੇ ਕਹਿੰਦਾ ਹੋਰ ਕੋਈ ਕੰਮ ਨਹੀਂ, ਉਹ ਖਹਿਰੇ ਨੇ ਚੁਕਵਾਤਾ। ਤਾਂ ਹੁਣ ਭਾਰਤ ਭੂਸ਼ਣ ਆਸ਼ੂ ਤਾਂ ਜੇਲ੍ਹ 'ਚ ਹੈ, ਲੇਕਿਨ ਇਹ ਹੁਣ ਅਗਲੀ ਗਿੱਲ ਸਾਹਿਬ ਜਿਹੜੀ ਗਾਜ ਹੈ ਇਹ ਸਾਰੇ ਕਾਸੇ ਦਾ ਉੱਥੇ ਕਰਤਾ ਧਰਤਾ ਲੁਧਿਆਣੇ 'ਚ ਜਿਹੜਾ ਸੀ ਉਹ ਸੀ ਕੈਪਟਨ ਸੰਦੀਪ ਸੰਧੂ, ਜਿਹੜਾ ਮੁੱਲਾਪੁਰ ਦਾਖਾਂ ਦਾ ਹਲਕਾ ਇੰਚਾਰਜ ਬਣਿਆ ਬੈਠਾ ਸੀ। ਕੈਪਟਨ ਸੰਦੀਪ ਸੰਧੂ ਦੇ ਉੱਤੇ ਜਾ ਕੇ ਹੁਣ ਗਾਜ ਦਿਖ ਸਕਦੀ ਹੈ, ਕਿਉਂਕਿ ਕੈਪਟਨ ਸੰਦੀਪ ਸੰਧੂ ਦਾ ਸਭ ਤੋਂ ਨੇੜਲਾ ਬੰਦਾ ਜਿਹੜਾ ਉਹਦਾ ਮਨਪ੍ਰੀਤ ਸਿੰਘ ਈਸਤੇਵਾਲ। ਮਨਪ੍ਰੀਤ ਸਿੰਘ ਈਸਤੇਵਾਲ ਨੂੰ ਅੱਜ ਮੁੱਲਾਪੁਰ ਦਾਖਾਂ ਤੋਂ ਗ੍ਰਿਫਤਾਰ ਕਰ ਲਿਆ। ਜਿਉਂ ਹੀ ਆਸ਼ੂ ਨੂੰ ਜੇਲ੍ਹ ਭੇਜਿਆ ਤਾਂ ਗਿੱਲ ਸਾਹਿਬ ਉਹ ਨਾਲ ਦੀ ਨਾਲ ਜਿਹੜਾ ਮਨਪ੍ਰੀਤ ਸਿੰਘ ਈਸਤੇਵਾਲ ਨੂੰ ਚੱਕ ਲਿਆਂਦਾ। ਔਰ ਪਤਾ ਇਹ ਲੱਗਿਆਗਾ ਕਿ ਜਦੋਂ ਤੇਲੂ ਰਾਮ ਨੂੰ ਫੜਿਆ ਸੀ ਉਸ ਦਿਨ ਅੰਦਾਜ਼ਾ ਹੋ ਗਿਆ ਸੀ ਕਿ ਅਗਲਾ ਨਿਸ਼ਾਨਾ ਭਾਰਤ ਭੂਸ਼ਣ ਆਸ਼ੂ ਦਾ ਪੀਏ ਆ ਤੇ ਉਦੋਂ ਗਾਂ ਆਸ਼ੂ ਪੀਏ ਨਿਕਲ ਗਿਆ, ਆਸ਼ੂ ਫੜ ਲਿਆ। ਹੁਣ ਗਿੱਲ ਸਾਹਿਬ ਮਨਪ੍ਰੀਤ ਸਿੰਘ ਈਸਤੇਵਾਲ ਤੋਂ ਅਗਲਾ ਨਿਸ਼ਾਨਾ ਕੈਪਟਨ ਸੰਦੀਪ ਸੰਧੂ ਰਡਾਰ ਤੇ ਦੱਸਿਆ ਜਾਂਦਾ ਵਿਜੀਲੈਂਸ ਦੀ ਤੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸੰਦੀਪ ਸੰਧੂ ਆਪਦੇ ਆਪ ਦੇ ਵਿੱਚ ਇੱਕ ਵੱਡਾ ਚਿਹਰਾ ਸੀਗਾ, ਕੈਪਟਨ ਅਮਰਿੰਦਰ ਦੇ ਸਭ ਤੋਂ ਨੇੜੇ ਸੀ ਜੇ ਕੋਈ ਤਾਂ ਸੰਦੀਪ ਸੰਧੂ ਸੀ। ਉਹ ਵੱਖਰੀ ਗੱਲ ਆ ਵੀ ਜਦੋਂ ਚੰਨੀ ਚੀਫ ਮਿਨਿਸਟਰ ਬਣਿਆ ਤਾਂ ਨਾਲ ਦੀ ਨਾਲ ਕੈਪਟਨ ਸੰਦੀਪ ਸੰਧੂ ਪਾਲਾ ਬਦਲ ਗਿਆ। ਪ੍ਰਗਟ ਸਿੰਘ ਦੇ ਪਹਿਲਾਂ ਪ੍ਰਗਟ ਸਿੰਘ ਨੇ ਜਦੋਂ ਇੱਕ ਵਾਰ ਗਿੱਲ ਸਾਹਿਬ ਪ੍ਰੈਸ ਕਾਨਫਰੰਸ ਕਰੀ ਸੀ, ਜਦੋਂ ਕਹਿੰਦਾ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਮੈਨੂੰ ਖਤਰਾ, ਉਦੋਂ ਉਹਨੇ ਸੰਦੀਪ ਸੰਧੂ ਦਾ ਨਾਂ ਲਿਆ ਪ੍ਰਗਟ ਸਿੰਘ ਨੇ, MLA ਨੇ। ਲੇਕਿਨ ਜਦੋਂ ਚੰਨੀ ਚੀਫ ਮਿਨਿਸਟਰ ਬਣਿਆ ਤਾਂ ਉਸੇ ਪ੍ਰਗਟ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜੀ ਬੈਠਾ ਸੀ ਸੰਦੀਪ ਸੰਧੂ, ਤੇ ਅੱਜ ਉਸੇ ਸੰਦੀਪ ਸੰਧੂ ਨੂੰ ਰਡਾਰ ਤੇ ਵਿਜੀਲੈਂਸ ਰੱਖ ਰਹੀ ਆ ਜੀ। ਅੱਛਾ, ਅਗਲੀ ਜਿਹੜੀ ਗੱਲ ਮਸੀਹੀਆਂ ਨੇ ਉਹ ਨਰੂਲੇ ਨੇ ਪੰਜਾਬ ਦੇ ਵਿੱਚ ਗਾਹ ਪਾਇਆ ਪਿਆ। ਦੇਖੋ ਪੱਤਰਕਾਰ ਜਿਨ੍ਹਾਂ ਦਾ ਧਰਮ ਨਾਲ ਕੋਈ ਮਤਲਬ ਹੈ ਨਹੀਂ, ਨਾਸਤਕ ਨੇ ਜਿਹੜੇ, ਉਹਨਾਂ ਨੂੰ ਇਉਂ ਹੀ ਲੱਗਦਾ ਕਹਿੰਦਾ ਕੋਈ ਗੱਲ ਨਹੀਂ ਸਾਰੇ ਧਰਮ ਦਾ ਸਤਿਕਾਰ ਕਰੋ। ਉੱਧਰ ਪੰਜਾਬ ਉਹ ਵਲੀ ਫਿਰਦੇ ਆ। ਦੇਖੋ ਮੈਂ ਗਲਤੀ SGPC ਦੀ ਮੰਨਦਾ, ਐਡੇ ਵੱਡੇ ਜਿਹੜਾ ਲਾਮ ਲਸ਼ਕਰ ਫਿਰਦਾ ਹੈ, ਆ ਫੈਸ਼ਨ ਡਿਜ਼ਾਈਨਰ ਜਿਹੜੇ ਬਾਬੇ ਨੇ ਤੁਰੇ ਫਿਰਦੇ ਨੇ ਲੈ ਕੇ 2-2 ਕਰੋੜ ਦੀਆਂ ਲੈਂਡ ਕਰੂਜ਼ਰਾਂ ਤੇ ਨਾਲ ਰਫਲਾਂ ਵਾਲੇ ਲਈ ਫਿਰਦੇ ਨੇ, ਉਹਨਾਂ ਦੇ ਹੁੰਦੇ ਹੋਇਆਂ ਉਹਨਾਂ ਦੇ ਨੱਕ ਦੇ ਥੱਲੇ ਵੱਡੇ ਇਕੱਠ ਕਰਕੇ ਉਹਨਾਂ ਨੇ ਦੱਸਤਾ ਕਿ ਈਸਾਈ ਕਿੱਧਰ ਨੂੰ ਜਾ ਰਿਹਾ। ਪਿਛਲੇ 12-14 ਸਾਲਾਂ ਤੋਂ ਚਰਚ ਬਣਨ ਲੱਗੇ ਜੀ, ਜਿਵੇਂ ਸਾਡੇ ਪਿੰਡਾਂ ਦੇ ਆਲੇ ਦੁਆਲੇ ਮੇਨ ਸੜਕ 'ਤੇ ਸਾਹਨੇਵਾਲ ਦੇ ਕੋਲ ਬਹੁਤ ਵੱਡਾ ਚਰਚ, ਪਰ ਚਰਚ ਦੇ ਨਾਲ ਸਕੂਲਾਂ 'ਚ ਲੋਕ ਜਵਾਕ ਭੇਜਣ ਲੱਗੇ, ਹੌਲੀ ਹੌਲੀ ਟੱਬਰ ਉੱਥੇ ਜੁੜ ਗਿਆ। ਸੌਖਾ ਬੰਦਾ ਹੋਣਾ ਚਾਹੁੰਦਾ ਹੈ, ਦੁੱਖਾਂ ਦਾ ਛੁਟਕਾਰਾ ਕਰਨਾ ਚਾਹੁੰਦਾ, ਗਰੀਬ ਬੰਦੇ ਨੂੰ ਮਦਦ ਮਿਲ ਜਾਂਦੀ ਹੈ ਤਾਂ ਉਹਨਾਂ ਦਾ ਚੇਲਾ ਬਣ ਜਾਂਦਾ। ਪਹਿਲਾਂ ਰਾਧਾ ਸੁਆਮੀਆਂ ਦੇ ਲੋਕ ਬਾਈਪਾਸ ਸਰਜਰੀ ਕਰਾਉਣ ਜਾਂਦੇ, ਬਹੁਤ ਪਿੰਡਾਂ ਦੇ ਵਿੱਚੋਂ ਟਰੱਕਾਂ ਵਾਲੇ ਇਸ ਗੱਲ 'ਤੇ ਹੀ ਚੜ੍ਹ ਜਾਂਦੇ ਗਮਛੇ ਬੰਨ੍ਹ ਕੇ, ਉਹ ਕਹਿੰਦੇ $3 ਦੀ ਪੂਰੀ ਮਿਲਦੀ ਆ, ਛੱਕ ਕੇ ਤਾਂ ਆਈਏ 20-25 ਇਕੱਠੀਆਂ, ਚਲੋ ਟਰੱਕ 'ਚ। ਆਹ ਵੀ ਗੱਲ ਹੋਈ ਕੰਟੀਨ ਦੇ ਵਿੱਚ 82-83 'ਚ, 1981-82 ਦੇ ਵਿੱਚ ਇੱਕ ਸਕੂਲ ਦੇ ਟੂਰ ਦੇ ਵਿੱਚ ਗਏ, ਵਾਕਿਆ ਹੀ ਇਸ ਤਰ੍ਹਾਂ ਸੀ। ਹੁਣ ਇਹਨਾਂ ਨੇ ਵੱਡਾ ਹੱਲਾ ਬੋਲਿਆ ਹੋਇਆ ਤੇ ਤਰਨਤਾਰਨ ਚਰਚ ਦੇ ਵਿੱਚ ਕੀ ਹੋਇਆ ਤੇ ਇਹਦੀ ਪਿੱਠ ਭੂਮੀ ਕੀ ਹੈ ਪਤੀ ਸਾਹਿਬ? ਗਿੱਲ ਸਾਹਿਬ ਦੇਖੋ, ਜਿਹੜਾ ਪੂਰਾ ਮਸਲਾ ਗਾ, ਇਹ ਪੂਰੇ ਮਸਲੇ ਨੂੰ ਜੇ ਦੇਖੀਏ, ਜੋ ਕੁਝ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਗਾ, ਮਤਲਬ ਜਿਹੜਾ ਕੁਝ ਇੱਥੇ ਚਰਚ ਵਾਲੇ ਕਰ ਰਹੇ ਨੇ ਕੈਨੇਡਾ ਅਮਰੀਕਾ 'ਚ ਨਹੀਂ ਕਰ ਰਹੇ। ਮਤਲਬ ਮੈਂ ਨਹੀਂ, ਗਿੱਲ ਸਾਹਿਬ ਤੁਸੀਂ ਇੱਥੇ ਵਿਚਰਦੇ ਹੋ, ਇੱਥੇ ਸਭ ਤੋਂ ਵੱਧ ਚਰਚ ਨੇ ਕੈਨੇਡਾ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਔਰ ਇੱਥੇ ਕਦੇ ਭੂਤ ਕੱਢਣ ਵਾਲਾ ਮਤਲਬ ਇਹਨਾਂ ਦਾ ਫਾਦਰ ਨਹੀਂ ਤੁਹਾਨੂੰ ਦਿਸੂਗਾ। ਲੇਕਿਨ ਪੰਜਾਬ 'ਚ ਦਿੰਦੇ ਨੇ, ਕਿਤੇ ਭੂਤ ਕੱਢੀ ਜਾਂਦੇ ਨੇ, ਕਿਤੇ ਅੰਗਰੇਜ਼ੀ ਬੋਲਣ ਵਾਲਾ ਭੂਤ ਆ ਗਿਆ, ਕਿਤੇ ਮਤਲਬ ਉਹ ਦੇ ਕੁੱਟੀ ਜਾਂਦੇ ਨੇ ਕਿਸੇ ਨੂੰ ਵੀ ਇਹਦੇ 'ਚ ਫਲਾਨਾ ਆ ਗਿਆ। ਇਹ ਜਿਹੜਾ ਕੁਝ ਕਰ ਰਹੇ ਨੇ ਇਹ ਤਾਂ ਮਤਲਬ ਸਾਈ ਮਤ ਵੀ ਐਵੇਂ ਨਹੀਂ ਹੈ। ਮਤਲਬ ਗਿਰਜਾ ਘਰਾਂ ਦੇ ਵਿੱਚ ਵੀ, ਚਰਚਾਂ ਦੇ ਵਿੱਚ ਵੀ ਕਿਤੇ ਏਦਾਂ ਥੋੜ੍ਹੀ ਚੱਲਦਾ ਗਾ ਜਿਵੇਂ ਇੱਥੇ ਭੂਤ ਕੱਢੀ ਜਾਂਦੇ ਨੇ। ਤਾਂ ਇਹ ਜਿਹੜਾ ਪੂਰੇ ਦਾ ਪੂਰਾ ਮਸਲਾ ਅਸਲ ਦੇ ਵਿੱਚ ਇਹ ਡੇਰਾਵਾਦ ਵਾਂਗੂ ਆ। ਇਹ ਕੋਈ ਉਵੇਂ ਨਹੀਂ ਹੈ ਵੀ ਇਹ ਕੋਈ ਮਤਲਬ ਉਹ ਚਰਚ ਵਾਂਗੂ ਆ। ਇਹ ਅੱਜ ਆਪਣੇ ਆਪ ਨੂੰ ਇੱਕ ਜੋੜ ਰਹੇ ਨੇ ਉਸ ਪੂਰੇ ਮਸਲੇ ਦੇ ਨਾਲ।
ਸੋ ਇਹਨਾਂ ਨੇ ਗਿੱਲ ਸਾਹਿਬ ਅਸਲ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜਾ ਬਾਰਡਰ ਏਰੀਆ ਗਾ ਉੱਥੇ ਪ੍ਰਚਾਰ ਕੀਤਾ, ਗਰੀਬ ਵਰਗ ਦੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ। ਠੀਕ ਹੈ, ਇਹ ਦਲੀਲ ਠੀਕ ਹੈਗੀ ਕਿ ਧਰਮ ਕਿਸੇ ਵਿਅਕਤੀ ਨੂੰ ਅਪਣਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਆ, ਪਰ ਨਾਲ ਦੀ ਨਾਲ ਇਹ ਵੀ ਹੈਗਾ ਨਾ ਕਿ ਕਿਸੇ ਨੂੰ ਤੁਸੀਂ ਜਬਰੀ ਔਰ ਲਾਲਚ ਦੇ ਕੇ ਜਦੋਂ ਤੁਸੀਂ ਧਰਮ ਤਬਦੀਲ ਕਰਾਉਂਦੇ ਹੋ, ਮਤਲਬ ਲਾਲਚ ਦਿੱਤਾ ਜਾ ਰਿਹਾ ਗਾ, ਔਰ ਲਾਲਚ ਵੀ ਧਮਕੀਆਂ ਵੀ। ਕਿਉਂਕਿ ਜੋ ਅੱਜ ਗਿੱਲ ਸਾਹਿਬ ਹੋਇਆ, ਰਾਤ ਕੀ ਹੋਇਆ ਕਿ ਤਰਨਤਾਰਨ ਦੇ ਪੱਟੀ ਇਲਾਕੇ ਦੇ ਵਿੱਚ ਠੱਕਰਪੁਰਾ ਇੱਕ ਗਿਰਜਾ ਘਰ ਹੈਗਾ, ਉੱਥੇ 4 ਜਣੇ ਅੰਦਰ ਦਾਖਲ ਹੁੰਦੇ ਨੇ, ਜੋ ਸੀਸੀਟੀਵੀ ਫੁਟੇਜ ਦੇ ਵਿੱਚ ਸਾਹਮਣੇ ਆਇਆ। ਚੌਕੀਦਾਰ ਨੂੰ ਬੰਦਕ ਬਣਾਉਂਦੇ ਨੇ, ਉਸ ਤੋਂ ਬਾਅਦ ਧਾਰਮਿਕ ਮੂਰਤੀਆਂ ਉੱਥੇ ਤੋੜ ਫੋੜ ਕਰਦੇ ਨੇ। ਇੱਕ ਗਿਰਜਾ ਘਰ ਪ੍ਰਬੰਧਕ ਦੀ ਜਿਹੜੀ ਕਾਰ ਆ ਉਹਨੂੰ ਅੱਗ ਲੱਗਦੀ ਆ। ਉਸ ਤੋਂ ਬਾਅਦ ਈਸਾਈ ਭਾਈਚਾਰਾ ਸੜਕਾਂ ਦੇ ਉੱਤੇ ਆ ਜਾਂਦਾ ਹੈ, ਪੱਟੀ ਖੇਮਕਰਨ ਸੜਕ ਤੇ ਧਰਨਾ ਲਾਉਂਦੇ ਨੇ। ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਇਹ ਗਿੱਲ ਸਾਹਿਬ ਪ੍ਰੋਟੈਸਟ ਕਰਦੇ ਨੇ। ਉਦੋਂ ਬਾਅਦ ਜਥੇਦਾਰ ਸਾਹਿਬ ਦੇ ਉੱਤੇ ਵੀ ਕਮੈਂਟ ਕਰਦੇ ਨੇ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ। ਔਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਮੈਂਟ ਇਹ ਵੀ ਕੀਤੇ ਜਾਂਦੇ ਨੇ ਕਿ ਜੇ ਇੱਥੇ ਚਰਚ ਨੂੰ ਨੁਕਸਾਨ ਪਹੁੰਚੂਗਾ ਤਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਇਹਨਾਂ ਦੇ ਧਾਰਮਿਕ ਸਥਾਨ ਨੇ ਉੱਥੇ ਕੀ ਹੋਵੇਗਾ। ਮਤਲਬ ਇਹ ਜਿਹੜੀਆਂ ਧਮਕੀਆਂ, ਕਮੈਂਟ, ਇਹ ਸਾਰਾ ਮਸਲਾ ਅਸਲ ਦੇ ਵਿੱਚ ਪੰਜਾਬ ਦਾ ਜਿਹੜਾ ਇੱਕ ਭਾਈਚਾਰਕ ਮਾਹੌਲ ਹੈ, ਉਹ ਮਾਹੌਲ ਨੂੰ ਖਰਾਬ ਕਰਨ ਨਾਲ ਗਿੱਲ ਸਾਹਿਬ ਜਿਹੜਾ ਦਹਾਕਿਆਂ ਪਹਿਲਾਂ ਮਤਲਬ ਜਿੱਥੋਂ ਗੱਲਾਂ ਤੁਰੀਆਂ ਸੀ, ਅੱਜ ਫੇਰ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪੰਜਾਬ ਹੀ ਕਿਉਂ ਚੁਣਿਆ? ਮਤਲਬ ਅੱਜ ਤੋਂ ਕਈ ਲੰਬਾ ਸਮਾਂ ਪਹਿਲਾਂ ਸਾਊਥ ਨਿਸ਼ਾਨੇ ਦੇ ਉੱਤੇ ਸੀ, ਅੱਜ ਪੰਜਾਬ ਦੇ ਵਿੱਚ ਆ। ਇਹਦੇ ਪਿੱਛੇ ਬਹੁਤ ਸਾਰੀਆਂ ਸ਼ਕਤੀਆਂ ਕੰਮ ਕਰਦੀਆਂ ਨੇ, ਸਾਨੂੰ ਉਹ ਸ਼ਕਤੀਆਂ ਨੂੰ ਸਮਝਣ ਦੀ ਲੋੜ ਹੈ। ਇਹਦੀ ਇੱਕ ਪੂਰੀ ਦੀ ਪੂਰੀ ਬੈਕਗਰਾਊਂਡ ਆ, ਇੱਕ ਪਿੱਠਭੂਮੀ ਆ। ਪਿੱਠਭੂਮੀ ਇਹ ਆ ਕਿ ਪੰਜਾਬ ਅੱਜ ਪੂਰੇ ਭਾਰਤ ਦੇ ਵਿੱਚ ਇਕੱਲਾ ਸਿਰ ਕੱਢੀ ਖੜਾ ਗਾ। ਮਤਲਬ ਸੈਂਟਰ ਦੀਆਂ ਪਾਲਿਸੀਜ਼ ਨੂੰ ਜੇ ਕੋਈ ਪੂਰੇ ਭਾਰਤ ਦੇ ਵਿੱਚ ਬਾਂਹ ਖੜੀ ਕਰਕੇ ਰੱਦ ਕਰਦਾ ਤਾਂ ਉਹ ਪੰਜਾਬ ਆ। ਅੱਜ ਪੂਰੀ ਦੁਨੀਆ ਦੇ ਵਿੱਚ ਪੰਜਾਬ ਇੱਕ ਵਿਲੱਖਣ ਤੌਰ ਦੇ ਉੱਤੇ ਚਰਚਾ 'ਚ ਹੈ। ਕਾਰਪੋਰੇਟ ਦਾ ਮਾਡਲ ਪੂਰੀ ਦੁਨੀਆ 'ਚ ਕਿਹਨੇ ਰੱਦ ਕੀਤਾ? ਪੰਜਾਬੀਆਂ ਨੇ ਰੱਦ ਕੀਤਾ। ਕਾਰਪੋਰੇਟ ਦੇ ਮਾਡਲ ਦੇ ਖਿਲਾਫ ਜੇ ਆਸਟ੍ਰੇਲੀਆ ਦੇ, ਅਰਜਨਟੀਨਾ ਦੇ, ਨਿਊਜ਼ੀਲੈਂਡ ਦੇ, ਕੈਨੇਡਾ ਦੇ, ਅਮਰੀਕਾ ਦੇ ਕਿਸਾਨ ਟਰੈਕਟਰ ਲੈ ਕੇ ਸੜਕਾਂ ਤੇ ਆਏ, ਉਹਨਾਂ ਨੂੰ ਕਿਹਨੇ ਦੱਸਿਆ ਵੀ ਸੜਕਾਂ ਦੇ ਟਰੈਕਟਰ ਲੈ ਕੇ ਪ੍ਰੋਟੈਸਟ ਕਰੀਦਾ? ਪੰਜਾਬੀਆਂ ਨੇ ਦੱਸਿਆ। ਤਾਂ ਅੱਜ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣ ਦੇ ਲਈ ਪੰਜਾਬ ਦਾ ਮਤਲਬ ਜਿਹੜਾ ਉਹ ਸਿੱਖ ਪਰੰਪਰਾ ਗੀ ਜਿਹੜੀ ਖੰਡੀ ਦੇ ਧਾਰ ਦੇ ਉੱਤੇ ਨੱਚਣ ਵਾਲੀ ਹੈ, ਉਹਨੂੰ ਅਸਲ ਦੇ ਵਿੱਚ ਗਿੱਲ ਸਾਹਿਬ ਇਹ ਸਾਰਾ ਮਸਲਾ ਗਾ ਜਿਹੜਾ ਉਹਦੀ ਪਿੱਠਭੂਮੀ ਤਿਆਰ ਕਰਕੇ ਇੱਥੇ ਮਾਹੌਲ ਤਣਾਅਪੂਰਨ ਬਣਾਇਆ ਜਾ ਰਿਹਾ ਹੈਗਾ। ਸੋ ਇਹਦੇ 'ਚ ਮਤਲਬ ਜਿਹੜੀ ਸਰਕਾਰ ਆ ਉਹਨੂੰ ਸਹਿਰਦਤਾ ਦੇ ਨਾਲ ਕੰਮ ਕਰਨਾ ਚਾਹੀਦਾ। ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਸਹਿਰਦਤਾ ਦੇ ਨਾਲ ਕੰਮ ਕਰਨਾ ਚਾਹੀਦਾ। ਔਰ ਇਹ ਸਾਰੇ ਮਸਲੇ ਦੇ ਵਿੱਚੋਂ ਸਾਡਾ ਭਾਈਚਾਰਾ ਬਚਣਾ ਚਾਹੀਦਾ, ਪੰਜਾਬ ਬਚਣਾ ਚਾਹੀਦਾ ਜੀ। ਬਿਲਕੁਲ ਜੀ। 25-25 ਵਰ੍ਹੇ ਲਾਉਂਦੇ ਆ, 70 'ਚ ਨਕਸਲੀ ਕਹਿ ਕੇ, 95 ਤੱਕ ਖਾੜਕੂ ਕਹਿ ਕੇ, ਹੁਣ 25 ਸਾਲ ਹੋ ਗਏ ਹੁਣ ਗੈਂਗਸਟਰ ਕਹਿ ਕੇ ਤੇ ਇੱਧਰ ਉੱਧਰ ਕਰਕੇ ਤੇ ਹੁਣ ਪੂਰੀ ਤਿਆਰੀ 'ਚ ਹੈ। ਓਹੋ, ਅੰਕਿਤ ਨਰੂਲਾ ਕਦੇ ਦੇਖੋ ਤਾਂ ਸੀ ਤੁਰਦਾ ਫਿਰਦਾ, ਕੋਈ ਪੈਸਟਰ ਵਾਲੀ ਗੱਲ ਹੈ ਉਹਦੇ 'ਚ? ਸ਼ਰੇਆਮ ਬਦਮਾਸ਼ੀ ਹੈ। ਅੱਛਾ, ਝਾਰਖੰਡ ਦੇ ਵਿੱਚ ਭਾਜਪਾ ਦੀ ਵਿਧਾਇਕ ਨੇ ਆਪਣੀ ਨੌਕਰਾਣੀ ਤੇ ਤਸ਼ੱਦਦ ਕੀਤਾ, ਕੀ ਮਾਮਲਾ ਜੀ ਇਹ? ਗਿੱਲ ਸਾਹਿਬ ਇਹ ਨਾ ਝਾਰਖੰਡ ਦੀ ਬਹੁਤ ਵੱਡੀ ਲੀਡਰ ਹੈ, ਝਾਰਖੰਡ ਦੀ ਸਟੇਟ ਦੀ ਕਨਵੀਨਰ ਹੈ। ਬੇਟੀ ਬਚਾਓ ਬੇਟੀ ਪੜਾਓ ਜਿਹੜਾ ਇਹਨਾਂ ਦਾ ਅੰਦੋਲਨ ਸੀ ਉਹਦੀ। ਔਰ ਇਹ ਔਰਤ ਆ ਗਿੱਲ ਸਾਹਿਬ ਜਿਹੜੀ ਸੀਮਾ ਪਾਤਰਾ, ਇਹਦਾ ਨਾਂ, ਬੀਜੇਪੀ ਦੀ ਵੱਡੀ ਲੀਡਰ ਆ, ਟੌਪ ਦੀ। ਇਹਦਾ ਹਸਬੈਂਡ ਜਿਹੜਾ ਇਹਦਾ ਘਰ ਵਾਲਾ ਗਾ IAS ਅਫਸਰ ਰਿਟਾਇਰ ਹੋਇਆ ਗਾ। ਔਰ ਤੁਸੀਂ ਦੇਖੋ ਕਿ ਲੱਗੀ ਤਾਂ ਹੋਈ ਆ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੀ ਮੁਖੀ ਝਾਰਖੰਡ ਦੀ। ਔਰ ਕੰਮ ਕੀ ਕਰ ਰਹੀ ਆ ਗਿੱਲ ਸਾਹਿਬ? ਇਸ ਔਰਤ ਨੇ ਆਪਣੇ ਘਰ ਦੇ ਵਿੱਚ ਇੱਕ ਆਦਿਵਾਸੀ ਮਹਿਲਾ ਨੂੰ ਨੌਕਰ ਰੱਖਿਆ ਹੋਇਆ, ਔਰ ਉਹ ਮਹਿਲਾ ਨੇ ਕਦੇ ਸੂਰਜ ਨਹੀਂ ਦੇਖਿਆ। ਮਤਲਬ ਉਹਨੂੰ ਇੰਨਾ ਕੁੱਟਦੀ, ਚਿਮਟੇ ਗਰਮ ਲਾਉਂਦੀ। ਔਰ ਗਿੱਲ ਸਾਹਿਬ ਉਸ ਔਰਤ ਨੇ ਜੋ ਹੁਣ ਕਿਹਾ, ਹਸਪਤਾਲ ਦੇ ਵਿੱਚ ਐਡਮਿਟ ਆ, ਉਹ ਜੇਰੇ ਇਲਾਜ ਆ, ਜੋ ਉਹਨੇ ਦੱਸਿਆ ਕਿ ਜੇ ਮੈਂ ਕਿਤੇ ਮਤਲਬ ਟਾਇਲਟ ਚਲੀ ਜਾਂਦੀ ਸੀ ਇਹਨਾਂ ਦੇ ਵਾਸ਼ਰੂਮ ਦੇ ਵਿੱਚ, ਇਹਨਾਂ ਦੀ ਫਲਸ਼ ਦੇ ਵਿੱਚ, ਤਾਂ ਉਹ ਕਹਿੰਦੀ ਜੀਭ ਨਾਲ ਸਾਫ਼ ਕਰਾਉਂਦੀ। ਓ ਰੱਬਾ, ਇੱਥੋਂ ਤੱਕ ਟੌਰਚਰ ਮਤਲਬ ਇਸ ਔਰਤ ਨੇ ਉਸ ਨੌਕਰ ਨੂੰ ਕੀਤਾ। ਔਰ ਤੁਸੀਂ ਦੇਖੋ ਕਿ IAS ਅਫਸਰ ਦੀ ਪਤਨੀ ਹੈ, ਭਾਰਤੀ ਜਨਤਾ ਪਾਰਟੀ ਦੀ ਸਟੇਟ ਦੀ ਵੱਡੀ ਲੀਡਰ ਹੈ। ਹੁਣ ਇਹਨੂੰ ਸਸਪੈਂਡ ਕਰਤਾ ਭਾਜਪਾ ਨੇ, ਅੱਜ ਗ੍ਰਿਫਤਾਰ ਹੋ ਗਈ ਹੈ। ਇਹ ਗ੍ਰਿਫਤਾਰ ਕਰੀ ਹੈ ਸੀਮਾ ਪਾਤਰਾ, ਗ੍ਰਿਫਤਾਰ ਕਰਕੇ ਸਾਰੇ ਮਸਲੇ ਦੇ ਪੂਰੀ ਕਹਾਣੀ ਹੈ ਜਿਹੜੀ ਸਮਝ ਆਈ ਆ। 7 ਦਿਨਾਂ ਦੇ ਵਿੱਚ ਮਹਿਲਾ ਕਮਿਸ਼ਨ ਨੇ ਜਿਹੜਾ ਝਾਰਖੰਡ ਦੇ ਪੁਲਿਸ ਮੁਖੀ ਨੂੰ ਆਖਿਆ ਕਿ ਪੂਰੇ ਮਸਲੇ ਦੀ ਕਾਰਵਾਈ ਕਰੋ।
ਔਰ ਪੀੜਤ ਨੂੰ ਪ੍ਰਸ਼ਾਸਨ ਵਧੀਆ ਹਸਪਤਾਲ ਦੇ ਵਿੱਚ ਇਲਾਜ ਮੁਹੱਈਆ ਕਰਾਵੇ, ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਔਰ ਗਿੱਲ ਸਾਹਿਬ ਮਹਿਲਾ ਕਮਿਸ਼ਨ ਨੇ ਹੁਣ ਕਿਹਾ ਕਿ ਸਾਰੀ ਘਟਨਾ ਬਹੁਤ ਸ਼ਰਮਨਾਕ ਹੈ, ਪਰੇਸ਼ਾਨ ਕਰਨ ਵਾਲੀ ਹੈ। ਔਰ ਜੋ ਉਸ ਜਿਹੜੀ ਵਿਚਾਰੀ ਨੌਕਰਾਣੀ ਆਦਿਵਾਸੀ ਕੁੜੀ ਉਹਨੇ ਦੱਸੀਆਂ ਨਾ ਗਿੱਲ ਸਾਹਿਬ ਗੱਲਾਂ ਹਿਰਦੇ ਬਲੂੰਦਰਨ ਵਾਲੀਆਂ, ਮਤਲਬ ਮੈਨੂੰ ਵੀ ਦੱਸਣੀਆਂ ਮੁਸ਼ਕਲ ਨੇ। ਇਹੋ ਜਿਹੀਆਂ ਮਤਲਬ ਸਥਿਤੀਆਂ ਨੇ। ਸੋ ਇਹ ਭਾਰਤੀ ਜਨਤਾ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਕਿਹੋ ਜਿਹੇ ਬੰਦਿਆਂ ਨੂੰ ਲੀਡਰ ਬਣਾਈ ਜਾਂਦੇ ਨੇ। 4 ਦਿਨ ਪਹਿਲਾਂ ਇੱਕ ਬੱਚਾ ਗਾਇਬ ਹੋ ਗਿਆ ਔਰ ਗਿੱਲ ਸਾਹਿਬ CCTV ਫੁਟੇਜ ਤੋਂ ਬਾਅਦ ਪਤਾ ਲੱਗਿਆ ਉਹ ਭਾਜਪਾ ਆਗੂ ਦੇ ਘਰੋਂ ਮਿਲਿਆ। ਕਿਸ ਪਾਸੇ ਨੂੰ ਤੁਰ ਰਹੇ ਨੇ ਜੀ ਗਿੱਲ ਸਾਹਿਬ? ਅੱਛਾ ਜੀ, ਇੱਕ ਦੱਸਿਓ ਵੀ ਵਾਕਈ ਇਹ ਪੰਜਾਬ 'ਚ ਗੱਲ ਚੱਲ ਰਹੀ ਹੈ ਵੀ ਜਿਹੜੇ ਅਫਸਰ ਬਾਹਰਲੇ ਸਾਡੇ ਇੱਥੇ ਦੇਸ਼ਾਂ 'ਚ ਜਾਇਦਾਦਾਂ ਲੈ ਗਏ ਉਹਨਾਂ ਤੇ ਨਮਦਾ ਕੱਸਿਆ ਜਾ ਰਿਹਾ, ਜਾਣਕਾਰੀ ਕਿੱਥੋਂ ਮਿਲੂਗੀ? ਗਿੱਲ ਸਾਹਿਬ ਦੇਖੋ, ਇਹ ਤਾਂ ਪੰਜਾਬ ਸਰਕਾਰ ਨੇ ਬਕਾਇਦਾ ਆਰਡਰ ਜਾਰੀ ਕਰਤੇ। ਪੰਜਾਬ ਸਰਕਾਰ ਨੇ ਆਰਡਰ ਜਾਰੀ ਕੀਤੇ ਨੇ ਕਿ ਵਿਦੇਸ਼ ਦੇ ਵਿੱਚ ਜਿਨ੍ਹਾਂ ਨੇ PR ਲਈ ਹੈ ਚੋਰੀ ਛਿਪੇ ਔਰ ਉੱਥੇ ਪ੍ਰਾਪਰਟੀਆਂ ਖਰੀਦੀਆਂ ਨੇ 7 ਦਿਨਾਂ ਦੇ ਵਿੱਚ ਉਹਨਾਂ ਖਿਲਾਫ ਕਾਰਵਾਈ ਹੋਵੇ। ਕਿਉਂਕਿ ਗਿੱਲ ਸਾਹਿਬ ਇਹ 1970 ਦੇ ਰੂਲ ਦੀ ਉਲੰਘਣਾ ਗੀ। ਔਰ ਇਹ ਪਤਾ ਲੱਗਿਆਗਾ ਕਿ ਪੰਜਾਬ ਸਿਵਲ ਸਰਵਿਸ ਰੂਲਜ਼ 1970 ਆ ਜਿਹੜਾ, ਉਹਦੇ ਤਹਿਤ ਇਹ ਹੈਗਾ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਆ ਜਿਹੜਾ ਉਹ ਕਿਸੇ ਵੀ ਮੁਲਕ ਦੀ PR ਨਹੀਂ ਲੈ ਸਕਦਾ। ਔਰ ਵਿਜੀਲੈਂਸ ਨੇ 15 ਮਈ 2015 ਨੂੰ ਇੱਕ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਸੀ, ਜਿਹਦੇ ਤਹਿਤ ਉਹਨਾਂ ਨੇ ਦੱਸਿਆ ਸੀ ਕਿ 130 ਗਜ਼ਟਡ ਤੇ ਨਾਨ ਗਜ਼ਟਡ ਜਿਹੜੇ ਆਫਿਸਰ ਨੇ ਉਹ ਵਿਦੇਸ਼ਾਂ ਦੀ PR ਲਈ ਬੈਠੇ ਨੇ ਜਾਂ ਉਹਨਾਂ ਕੋਲੇ ਗ੍ਰੀਨ ਕਾਰਡ ਹੈ। ਉਸ ਵਕਤ ਸਰਕਾਰਾਂ ਨੇ ਇਹ ਰਿਪੋਰਟ ਦੱਬ ਲਈ ਸੀ, ਪਰ ਅੱਜ ਇਹ ਰਿਪੋਰਟ ਸਰਕਾਰ ਦੇ ਮੇਜ਼ ਦੇ ਉੱਤੇ ਪਈ ਆ। ਪਰਸੋਨਲ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਅੱਜ ਇੱਕ ਪੱਤਰ ਜਾਰੀ ਕੀਤਾ ਗਿਆ ਗਿੱਲ ਸਾਹਿਬ, ਬਕਾਇਦਾ ਆਫੀਸ਼ੀਅਲੀ। ਉਹ ਪੱਤਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਅਫਸਰਾਂ ਤੇ ਮੁਲਾਜ਼ਮਾਂ ਨੇ ਵਿਦੇਸ਼ਾਂ ਦੇ ਵਿੱਚ PR ਲਈ ਆ ਜਾਂ ਫਿਰ PR ਲੈ ਰਹੇ ਨੇ ਉਹਨਾਂ ਖਿਲਾਫ 1 ਹਫ਼ਤੇ ਦੇ ਅੰਦਰ ਅੰਦਰ ਤੁਰੰਤ ਕਾਰਵਾਈ ਕਰੋ। ਔਰ ਇਸ ਤਰ੍ਹਾਂ PR ਲੈਣ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਕੋਲੇ ਹੁਣ ਕੋਈ ਰਸਤਾ ਨਹੀਂ ਬਚ ਰਿਹਾ। ਔਰ ਗਿੱਲ ਸਾਹਿਬ ਇਹ ਪਤਾ ਲੱਗਿਆਗਾ ਕਿ ਬਹੁਤ ਸਾਰੇ ਜਿਹੜੇ ਅਫਸਰ ਨੇ ਉਹਨਾਂ ਨੇ ਕੈਨੇਡਾ ਦੀ ਜਾਂ ਹੋਰ ਕਈ ਮੁਲਕਾਂ ਦੀ PR ਲੈ ਰੱਖੀ ਆ। PR ਲੈ ਕੇ ਗਿੱਲ ਸਾਹਿਬ ਇੱਥੋਂ 2 ਨੰਬਰ ਦਾ ਪੈਸਾ ਲਿਜਾਂਦੇ ਨੇ ਵਿਦੇਸ਼ ਲਿਜਾ ਕੇ ਉੱਥੇ ਪ੍ਰਾਪਰਟੀ ਖਰੀਦਦੇ ਨੇ। ਇੱਧਰ ਜਦੋਂ ਫਸਦੇ ਨੇ ਉਹਨਾਂ ਨੂੰ ਲੱਗਦਾ ਕਿ ਹੁਣ ਉਹ ਫਸ ਰਹੇ ਨੇ, ਫਿਰ ਚੁੱਪਚਾਪ ਇੱਥੋਂ ਨਿਕਲਦੇ ਨੇ ਔਰ ਉੱਥੇ ਜਾ ਕੇ ਬਿੱਲ ਸੈਟਲ ਹੋ ਜਾਂਦੇ ਨੇ। ਨਾਲੇ ਇੱਧਰੋਂ ਪੈਨਸ਼ਨ ਲਵਾ ਜਾਂਦੇ ਨੇ ਚੁੱਪ ਪੀਤੇ ਤੇ ਨਾਲੇ ਉੱਥੇ ਗਿੱਲ ਸਾਹਿਬ ਲੈ ਜਾਂਦੇ ਨੇ। ਔਰ ਇਹ ਪਤਾ ਲੱਗਿਆ ਕਿ ਕਈ ਤਾਂ ਇਨਕਮ ਟੈਕਸ ਰਿਟਰਨਾਂ ਭਰ ਰਹੇ ਨੇ ਕੈਨੇਡਾ ਦੇ ਵਿੱਚ। ਔਰ PR ਲੈਣ ਵਾਲੇ ਤੇ ਬਿਨਾਂ ਛੁੱਟੀ ਪ੍ਰਵਾਨ ਕਰਾਏ ਵਿਦੇਸ਼ ਜਾਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ 7 ਦਿਨਾਂ ਦੇ ਵਿੱਚ ਕਾਰਵਾਈ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ। ਪਰਸੋਨਲ ਵਿਭਾਗ ਆ ਜਿਹੜਾ ਪੰਜਾਬ ਦਾ, ਉਹਨੇ ਗਿੱਲ ਸਾਹਿਬ ਇਸ ਸੰਬੰਧੀ ਕਾਰਵਾਈ ਦੀ ਰਿਪੋਰਟ 1 ਹਫ਼ਤੇ ਬਾਅਦ ਦੁਬਾਰੇ ਰੀਚੈਕ ਕਰਨ ਦੇ ਲਈ ਕਿਹਾ ਗਾ। ਔਰ ਪਿਛਲੇ ਦਿਨੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦਾ ਇੱਕ ਡਿਪਟੀ ਡਾਇਰੈਕਟਰ ਰਕੇਸ਼ ਸਿੰਗਲਾ, ਉਹਨੂੰ ਸਰਕਾਰ ਨੇ ਬਰਖਾਸਤ ਕੀਤਾ ਸੀ ਕਿਉਂਕਿ ਉਹਨੇ 2006 ਦੇ ਵਿੱਚ ਚੋਰੀ ਕੈਨੇਡਾ ਦੀ PR ਲਈ ਸੀ। ਔਰ ਕੈਨੇਡਾ ਦੀ 6 'ਚ PR ਲੈਣ ਵਾਲਾ ਅੱਜ ਸਸਪੈਂਡ ਕੀਤਾ ਹੈ। ਪਨਸਪ ਦੇ ਵਿੱਚ ਇੱਕ ਘਟਾਲਾ ਹੋਇਆ ਪਟਿਆਲੇ, ਗੁਰਿੰਦਰ ਸਿੰਘ ਤੇ ਕੇਸ ਹੋਇਆ ਔਰ ਪਤਾ ਲੱਗਿਆ ਕਿ ਗੁਰਿੰਦਰ ਸਿੰਘ ਤਾਂ ਵਿਦੇਸ਼ ਚਲਿਆ ਗਿਆ। ਅਸਲ 'ਚ 2002 'ਚ ਸਰਕਾਰ ਨੇ ਵਿਦੇਸ਼ 'ਚ ਰੁਜ਼ਗਾਰ ਖਾਤਰ ਗਿੱਲ ਸਾਹਿਬ ਇੱਕ 5 ਸਾਲ ਦੀ ਅਨਪੇਡ ਲੀਵ ਲੈਣ ਦੀ ਸਹੂਲਤ ਦਿੱਤੀ ਸੀ। ਉਹਦਾ ਫਾਇਦਾ ਲੈਂਦਿਆਂ ਵੱਡੀ ਗਿਣਤੀ ਅਫਸਰ ਤੇ ਮੁਲਾਜ਼ਮ ਵਿਦੇਸ਼ ਡਾਰੀ ਮਾਰ ਗਏ ਸੀ। ਵਿਦੇਸ਼ ਜਾ ਕੇ ਬਸਣ ਵਾਲਿਆਂ 'ਚ ਖੇਤੀਬਾੜੀ, ਪਸ਼ੂ ਪਾਲਣ, ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਹੋਰ ਕਈ IAS IPS ਅਫਸਰ ਮੌਜੂਦ ਨੇ। ਸੋ ਆਓ ਦੇਖਦੇ ਹਾਂ ਗਿੱਲ ਸਾਹਿਬ, 7 ਦਿਨ ਵੀ ਆਏ ਲਓ, ਫਿਰ ਸਰਕਾਰ ਦਾ ਵੀ ਪਤਾ ਲੱਗੂ ਵੀ ਪੁਰਾਣੀ ਸਰਕਾਰ ਵਾਂਗੂ ਰਿਪੋਰਟ ਦੱਸਦੇ ਨੇ ਕਿ ਜਾਂ ਫਿਰ ਕਾਰਵਾਈ ਸੱਚੀ ਕਰਦੇ ਨੇ ਜੀ। ਕੁਝ ਖਬਰਾਂ ਆ ਰਹੀਆਂ ਨੇ ਜੀ ਕਿ ਕਾਂਗਰਸ ਦੇ MLA ਰਾਣਾ ਗੁਰਜੀਤ ਸਿੰਘ ਦੀ ਕਾਰ ਹਿਮਾਚਲ 'ਚ ਡਿੱਗੀ ਆ ਖਾਈ 'ਚ, ਤੇ ਆਉਣ ਵਾਲੇ ਸਮੇਂ 'ਚ ਤੁਸੀਂ ਸੌਣ ਤੋਂ ਪਹਿਲਾਂ ਪਤਾ ਕਰਕੇ ਮੈਨੂੰ ਮੈਸੇਜ ਕਰਿਓ ਬਈ। ਹਾਂਜੀ ਗਿੱਲ ਸਾਹਿਬ, ਉਹ ਮੇਰੇ ਧਿਆਨ 'ਚ ਆ ਖਬਰ। ਉਹ ਮਤਲਬ ਉਹਨਾਂ ਦੀ ਕਾਰ ਚੈਲ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਚੈਲ ਦੇ ਵਿੱਚ ਸੜਕ ਤੋਂ ਡਿੱਗੀ ਔਰ ਗਿੱਲ ਸਾਹਿਬ ਮੂਦੀ ਹੋ ਗਈ ਕਾਰ, ਪਰ ਕਿਸੇ ਦੇ ਕੋਈ ਸੱਟ ਨਹੀਂ ਵੱਜੀ। ਮਤਲਬ ਰਾਣਾ ਗੁਰਜੀਤ ਸੁਰੱਖਿਅਤ ਨੇ, ਉਹਨਾਂ ਦੇ ਸਾਰੇ ਮਤਲਬ ਜਿਹੜੇ ਕਾਰ ਸਵਾਰ ਸੀ ਉਹ ਸਾਰੇ ਸੁਰੱਖਿਅਤ ਨੇ, ਕਿਸੇ ਦੇ ਕੋਈ ਸੱਟ ਫੇਟ ਆ ਜਿਹੜੀ ਉਹ ਨਹੀਂ ਲੱਗੀ। ਕਾਰ ਹਾਦਸਾਗ੍ਰਸਤ ਹੋਈ ਹੈ ਚੈਲ ਦੇ ਵਿੱਚ ਜੀ। ਠੀਕ ਹੈ। ਤੇ ਆਖਰੀ ਖਬਰ ਇਹ ਦੇ ਕੇ ਜਾਇਓ ਕਿ ਰੌਲਾ ਜਿਹੜਾ ਪੈ ਰਿਹਾ ਦਿੱਲੀ 'ਚ ਸਰਕਾਰ ਦਾ, ਹੁਣ ਸ਼ਰਾਬ ਵਾਲਾ ਰੇੜਕਾ ਜਿਹੜਾ ਕੀ ਆ, ਪੁਰਾਣੀ ਪਾਲਿਸੀ ਕਿਹੜੀ ਹੈ? ਗਿੱਲ ਸਾਹਿਬ ਦੇਖੋ, ਪੁਰਾਣੀ ਪਾਲਿਸੀ ਉਹੀ ਆ ਵੀ ਸਰਕਾਰ ਉੱਥੇ ਸ਼ਰਾਬ ਵੇਚਦੀ ਆ। ਦਿੱਲੀ ਦੇ ਵਿੱਚ ਸਰਕਾਰੀ ਦੁਕਾਨਾਂ ਨੇ ਸ਼ਰਾਬ ਦੀਆਂ, ਉਹ ਵੇਚਦੀਆਂ।
ਔਰ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਪ੍ਰਚੂਨ ਪੱਧਰ ਦੇ ਉੱਤੇ ਦੁਕਾਨਾਂ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਸ਼ਰਾਬ ਵੇਚਣ ਦੀ ਪਾਲਿਸੀ ਲਿਆਂਦੀ ਸੀ, ਉਹ ਪਾਲਿਸੀ ਰੱਦ ਕਰਤੀ। ਹੁਣ ਕੱਲ ਨੂੰ 1 ਸਤੰਬਰ ਵੀਰਵਾਰ ਦਾ ਦਿਨ ਹੈ, ਕੱਲ ਤੋਂ ਗਿੱਲ ਸਾਹਿਬ ਜਿਹੜੇ ਪੁਰਾਣੇ ਸਰਕਾਰੀ ਵਿਕਰੀ ਕੇਂਦਰ ਨੇ ਉਹੀ ਖੁੱਲਣਗੇ, ਜਿਹੜੇ ਪ੍ਰਾਈਵੇਟ ਠੇਕੇ ਨੇ ਸ਼ਰਾਬ ਦੇ ਉਹ ਬੰਦ ਹੋਣਗੇ। ਉਂਝ ਦਿੱਲੀ ਦੇ ਵਿੱਚ ਮਾਹੌਲ ਤਣਾਅਪੂਰਨ ਆ, ਕਿਉਂਕਿ ਆਮ ਆਦਮੀ ਪਾਰਟੀ ਨੇ ਅੱਜ ਸਾਰਾ ਦਿਨ CBI ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਨੇ ਉੱਥੇ ਪ੍ਰਦਰਸ਼ਨ ਕੀਤਾ ਵੀ ਦੇਖੋ ਜੀ ਸਾਡੇ MLA ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਆਪਰੇਸ਼ਨ ਲੋਟਸ ਦੇ ਤਹਿਤ ਇਹਨਾਂ ਨੇ ਸਾਡੀ ਸਰਕਾਰ ਸਿੱਟਣ ਦੀ ਕੋਸ਼ਿਸ਼ ਕੀਤੀ, ਕਾਰਵਾਈ ਕਰੇ CBI। ਦੂਜੇ ਪਾਸੇ ਜਿਹੜੇ ਉੱਥੋਂ ਦੇ ਲੈਫਟੀਨੈਂਟ ਗਵਰਨਰ ਨੇ, ਉਪ ਰਾਜਪਾਲ ਨੇ ਦਿੱਲੀ ਦੇ, ਜਿਨ੍ਹਾਂ ਕੋਲੇ ਅਰਵਿੰਦ ਕੇਜਰੀਵਾਲ ਤੋਂ ਕਿਸੇ ਗੱਲੋਂ ਵੀ ਘੱਟ ਪਾਵਰ ਨਹੀਂ ਹੈ, ਉਹ ਕਹਿੰਦੇ ਵੀ ਮੇਰੇ ਤੇ ਇਹਨਾਂ ਨੇ ਝੂਠੇ ਦੋਸ਼ ਲਾਏ ਨੇ ਔਰ ਮੈਂ ਇਹਨਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕਰੂੰਗਾ ਮਾਨਹਾਨੀ ਦੀ। ਹੁਣ ਉਹ ਦੇਖਦੇ ਆ ਗਿੱਲ ਸਾਹਿਬ ਕਿ ਇਹਨਾਂ ਖਿਲਾਫ ਕੀ ਕਾਰਵਾਈ ਕਰਦੇ ਨੇ। ਉਧਰ ਇਹ ਵੀ ਪਤਾ ਲੱਗਿਆਗਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰਦਰਸ਼ਨ ਆ ਜਿਹੜਾ ਦਿੱਲੀ ਵਿਧਾਨ ਸਭਾ ਦੇ ਵਿੱਚ ਵੀ ਕੀਤਾ। ਕੱਲ ਵੀ ਰਾਤ ਪੂਰੀ ਦਿੱਲੀ ਵਿਧਾਨ ਸਭਾ ਦੇ ਵਿੱਚ ਹੀ ਰਹੇ ਇਹਨਾਂ ਦੇ ਜ਼ਿਆਦਾਤਰ ਲੀਡਰ ਰੋਸ ਪ੍ਰਦਰਸ਼ਨ ਕਰਦੇ ਆ। ਅੱਜ CBI ਦਫ਼ਤਰ ਮੂਹਰੇ ਸੀ। ਭਾਜਪਾ ਵਾਲੇ ਕਹਿੰਦੇ ਜੀ ਇਹ ਆਪਰੇਸ਼ਨ ਲੋਟਸ ਅਸੀਂ ਤਾਂ ਕੋਈ ਹੈ ਹੀ ਨਹੀਂ, ਅਸੀਂ ਤਾਂ ਇਹ ਸਰਕਾਰ ਸਿੱਟਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਇਹ ਇਹਨਾਂ ਦੀ ਬਣਾਈ ਗੱਲ ਹੈ। ਹੁਣ ਪਤਾ ਨਹੀਂ ਕੀ ਕਹਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਲ ਸਾਹਿਬ ਇਹ ਕਹਾਣੀ ਸਮਝ ਆਊਗੀ। ਉਧਰੋਂ ਅੰਨਾ ਹਜ਼ਾਰੇ ਹੋਰੀ ਆਪਦੀ ਗੱਲ ਕਰ ਰਹੇ ਨੇ, ਉਹ ਕਹਿੰਦੇ ਭੜਕ ਗਏ। ਉਧਰੋਂ ਕੇਜਰੀਵਾਲ ਹੋਰੀ ਕਹਿੰਦੇ ਅੰਨਾ ਹਜ਼ਾਰੇ ਭਾਜਪਾ ਦੀ ਬੋਲੀ ਬੋਲਣ ਲੱਗ ਗਏ। ਸੋ ਦਿੱਲੀ ਤੇ ਦੇਸ਼ ਦੀ ਰਾਜਧਾਨੀ ਅੱਜ ਪੂਰੀ ਚਰਚਾ ਦੇ ਵਿੱਚ ਹੈ। ਦੋਨੇ ਪਾਰਟੀਆਂ ਚਰਚਾ 'ਚ ਹੈ, BJP ਵੀ ਆਮ ਆਦਮੀ ਪਾਰਟੀ ਵੀ। ਆਮ ਆਦਮੀ ਪਾਰਟੀ BJP ਦਾ ਬਦਲ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਧੰਨਵਾਦ ਜੀ। ਕੱਲ ਸਵੇਰੇ ਫੇਰ ਸਾਂਝ ਪਵੇਗੀ 10:20 ਤੇ। ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ। ਕੰਟੈਸਟ ਵਾਲੀ ਘੰਟੀ ਵਜਾਤੀ ਤੇ ਪਹਿਲੇ ਕਾਲਰ ਜਿਹੜੇ ਨੇ ਉਹਨਾਂ ਨੂੰ $100 ਜਿਹੜਾ ਅੱਜ ਹੁਣ ਉਹ ਜਿਹੜੇ ਅੱਜ ਦੇ ਵਿਨਰ ਨੇ ਸਾਰੇ ਪ੍ਰੋਗਰਾਮਾਂ ਦੇ ਵਿੱਚ, ਉਹਨਾਂ ਦਾ ਫਿਰ ਆਖਰੀ ਉਹਨਾਂ ਦਾ ਡਰਾ ਜਿਹੜਾ ਹੁੰਦਾ, ਉਸ ਡਰਾ ਦੇ ਵਿੱਚ ਰਮਣਾ ਸਾਹਿਬ ਦੇ ਪ੍ਰੋਗਰਾਮ 'ਚ ਹੁੰਦਾ। ਫਿਰ ਉਹਨਾਂ ਦਾ $100 ਸਟੇਪਲ ਦਾ ਗਿਫਟ ਕਾਰਡ ਹੈ, ਜਿਹੜੀ ਬੈਕ ਟੂ ਸਕੂਲ ਜਦ ਤੁਸੀਂ ਜਾ ਕੇ ਸਪਲਾਈ ਲੈਣੀ ਹੈ ਉਹਦੇ 'ਚ $100 ਤੁਸੀਂ ਸਟੇਪਲ 'ਤੇ ਲੈ ਸਕਦੇ ਹੋ। ਅਤੇ ਨਾਲ ਚੈਟਰਸ ਵਾਇਰਲੈਸ ਜਿਹੜਾ ਸੀਡਰ ਪਾਰਕ ਪਲਾਜ਼ਾ ਐਬਸਫੋਰਡ ਦੇ ਵਿੱਚ, ਉਹਦੇ 'ਚ ਬੈਸਟ ਬੈਕ ਟੂ ਸਕੂਲ ਡੀਲ ਹੈ, ਜਿਹਦੇ ਵਿੱਚ 10 GB ਬੋਨਸ ਡਾਟਾ ਜਿਹੜਾ ਪਰ ਮੰਥ 12 ਮਹੀਨੇ ਲਈ। ਸੋ 2 ਨੰਬਰ ਕਾਲਰ ਕੁਲਵਿੰਦਰ ਸਿੰਘ ਗਿੱਲ ਨੇ, 3 ਨੰਬਰ ਕਾਲਰ ਹਰਪ੍ਰੀਤ ਸਿੰਘ ਨੇ, 4 ਨੰਬਰ ਕੁਲਦੀਪ ਸਿੰਘ ਨੇ, 5 ਨੰਬਰ ਗੁਰਜੀਤ ਗਿੱਲ ਹੈ, 6 ਨੰਬਰ 236 258 ਵਾਲਾ ਨੰਬਰ ਆ। ਪਹਿਲੇ ਨੰਬਰ ਦੇ ਕਾਲਰ ਨੇ ਸਰਦਾਰ ਗੁਰਦੀਪ ਸਿੰਘ। ਸਰਦਾਰ ਗੁਰਦੀਪ ਸਿੰਘ ਜੀ ਸਤਿ ਸ੍ਰੀ ਅਕਾਲ, ਤੁਸੀਂ ਜਿੱਤ ਗਏ। ਸਤਿ ਸ੍ਰੀ ਅਕਾਲ ਬਾਈ ਜੀ, ਥੈਂਕ ਯੂ। ਲੈ ਹੁਣ ਫਿਰ ਸਕੂਲ ਜਿਹਦੇ 'ਚ ਕੱਚੀ ਪੱਕੀ ਹੋਈ ਤੇ ਪਹਿਲੀ ਦੂਜੀ ਹੋਈ, ਪਿੰਡ ਕਿਹੜਾ, ਸਕੂਲ ਕਿਹੜਾ, ਤੇ ਯਾਦ ਉੱਥੇ ਦੀ, ਤੇ ਸਭ ਤੋਂ ਪਸੰਦੀਦਾ ਮਾਸਟਰ ਜੀ ਕੌਣ ਸੀ? ਪਿੰਡ ਮੱਲ ਕੇ ਜੀ, ਉਦੋਂ ਜ਼ਿਲ੍ਹਾ ਸਾਡਾ ਫਰੀਦਕੋਟ ਸੀਗਾ, ਹੁਣ ਮੋਗਾ ਹੈ। ਤੇ ਹੁਣ ਤਹਿਸੀਲ ਬਾਘਾ ਪੁਰਾਣਾ, ਉਦੋਂ ਤਹਿਸੀਲ ਵੀ ਸਾਡੀ ਮੋਗਾ ਹੁੰਦੀ ਸੀਗੀ ਜੀ। ਅੱਛਾ ਜੀ। ਹਾਂਜੀ ਹਾਂਜੀ। ਤੇ ਸਾਡੇ ਟੀਚਰ ਸੀਗੇ ਸਾਡੇ ਪਿੰਡ 'ਚ ਬਾਬਾ ਜੀ ਲੱਗਦੇ ਸੀਗੇ ਜੀ। ਅੱਛਾ ਜੀ। ਗੁਲਵੰਤ ਸਿੰਘ ਸੀਗਾ ਜੀ ਨਾਂ ਉਹਨਾਂ ਦਾ। ਅੱਛਾ ਜੀ। ਹਾਂਜੀ, ਬਹੁਤ ਪਿਆਰ ਨਾਲ, ਠੰਡੇ ਰੁਤਬੇ ਵਾਲੇ ਬੰਦੇ ਸੀ। ਤੇ ਨਾਲ ਦੂਜੇ ਟੀਚਰ ਇੱਕ ਗਰਮ ਟੀਚਰ ਵੀ ਸੀਗੇ ਜੀ। ਅੱਛਾ ਅੱਛਾ। ਫਿਰ ਉੱਥੇ ਹੀ ਪੜ੍ਹੇ ਤੇ ਜਿਹੜੇ ਪਿਆਰ ਕਰਨ ਵਾਲੇ ਸੀ ਉਹ ਸਾਂਭ ਕੇ ਰੱਖਦੇ, ਦੂਜੇ ਨਮਦਾ ਕੱਸਦੇ ਪੂਰਾ। ਫਿਰ ਬਿਲਕੁਲ ਜੀ ਬਿਲਕੁਲ। ਉਹਨਾਂ ਨੇ ਤਾਂ ਮੇਰਾ ਖਿਆਲ ਕਿਸੇ ਨਾਲ ਨਮਦਾ ਕੱਸਿਆ ਹੀ ਨਹੀਂ, ਬਾਬਾ ਜੀ ਨੇ ਤਾਂ। ਅੱਛਾ। ਉਹ ਪਿਆਰ ਨਾਲ ਪੜ੍ਹਾਇਆ। ਮੈਨੂੰ ਨਹੀਂ ਲੱਗਦਾ ਉਹਨਾਂ ਦਾ ਪੜ੍ਹਾਇਆ ਕੋਈ ਬੱਚਾ ਪੜ੍ਹਿਆ ਵੀ ਨਾ ਹੋਵੇ। ਉਹਨਾਂ ਨੂੰ ਕਰੜੇ ਵੀ ਨਹੀਂ ਹੋਣ ਦੀ ਲੋੜ, ਕਰੜੇ ਹੋਣ ਦੀ ਵੀ ਨਹੀਂ ਲੋੜ ਪਈ। ਤੇ ਉਹਨਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਤੋਂ ਕੋਈ ਬੱਚਾ ਪੜ੍ਹਿਆ ਨਾ ਹੋਵੇ ਦਿਲ ਲਾ ਕੇ। ਸਵਾਦ ਲਿਆ ਤਾਂ ਮੱਲ ਕੇ ਪਿੰਡ ਬਾਈ ਮੱਖਣ ਬਰਾੜ ਵਾਲਾ ਹੀ ਹੈ ਨਾ ਜੀ? ਬਿਲਕੁਲ ਜੀ ਬਿਲਕੁਲ, ਮੱਖਣ ਬਰਾੜ। ਤੇ ਆਪਣਾ ਦੂਜਾ ਬਾਈ ਗਾਇਕ ਰਾਜ ਬਰਾੜ, ਉਹ ਮੇਰੇ ਚਾਚਾ ਜੀ ਲੱਗਦੇ ਸੀ, ਘਰਾਂ 'ਚੋਂ ਸਾਡੇ ਜਮਾ ਸਕੇ ਆ ਜੀ। ਹਾਂ, ਬਹੁਤ ਮੈਂ ਪਹਿਰਾ ਦਿੱਤਾ ਬਾਈ, ਜਦ ਆ ਕੇ ਢਿੱਲਾ ਜਿਹਾ ਹੋ ਕੇ ਇੱਕ ਵਾਰ ਦੱਸਿਆ, ਕਹਿੰਦਾ ਮੇਰੇ ਨਾਲ ਪੈਸਿਆਂ ਦਾ ਝਗੜਾ ਹੋ ਗਿਆ, ਕੋਈ ਗੱਲ ਨਹੀਂ ਕਰਦਾ। ਮੈਂ ਕਿਹਾ ਵਾਅਦਾ ਕਰਦਾ ਤੈਨੂੰ ਔਨ ਏਅਰ ਆ ਕੇ ਬਹਿ ਕੇ ਦੱਸ ਦੇ ਤੇਰੇ ਨਾਲ ਕੀ ਹੋਇਆ। ਮੁੜ ਕੇ ਕੋੜੀ ਆਇਆ ਨਾ, ਮੈਂ ਆਪਣੇ ਵੱਲੋਂ ਹਾਂ ਕਰਤੀ ਸੀ। ਮੈਂ ਗੱਲੇ ਕੋਈ ਹਾਂ ਬਿਲਕੁਲ ਨਹੀਂ ਕੋਈ, ਉਹ ਬਸ ਸਮਾਂ ਬਾਈ ਜੀ, ਸੁਧਰਿਆ ਨਹੀਂ। ਹਾਂ
ਚੰਗਾ ਜੀ, ਹਾਂਜੀ, ਹਾਂਜੀ। ਧੰਨਵਾਦ। ਤੇ Thank you ਜੀ। ਡਾਕਟਰ ਰਮਾਣਾ ਦੇ ਪ੍ਰੋਗਰਾਮ ਦੇ ਵਿੱਚ ਫਾਈਨਲ ਡਰਾ ਦੇ ਵਿੱਚ ਚੈੱਕ ਰੱਖਿਓ, ਖਿਆਲ ਰੱਖਿਓ, ਠੀਕ ਤੇ ਹੈ ਜੀ। ਫਿਰ ਤੁਸੀਂ ਸਟੇਪਲ ਦੇ ਵਿੱਚੋਂ $100 ਜਿੱਤ ਸਕਦੇ ਹੋ ਜਾ ਕੇ, ਜੇ ਅੱਜ ਤੁਸੀਂ ਵਿਨ ਕਰਦੇ ਹੋ। ਧੰਨਵਾਦ ਬਾਈ ਜੀ, ਠੀਕ ਹੈ। ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਬਾਈ। ਥੈਂਕ ਯੂ। ਕੱਲ ਜਦ ਸਟੂਡੀਓ ਤੋਂ ਗਿਆ ਨਾ ਆਥਣੇ, ਬਾਈ ਕਾਂਗੋ ਨਹੀਂ ਦੱਸ ਗਏ ਸੀ ਪ੍ਰੋਗਰਾਮ ਤੇ ਬਈ ਖੰਡਾਈ ਬੈਠੇ ਨੇ 20 ਟ੍ਰੇਨ ਦਾ ਲੋਡ। ਤੇ ਉੱਥੇ ਹੁਣ ਉਹ 20 ਟ੍ਰੇਨ ਸੀ ਲੰਬਰ ਦੀ ਭਰੀ ਹੋਈ। ਇੰਨਾ ਦੁੱਖ ਹੋਇਆ ਜਦ ਉੱਪਰੋਂ ਉਤਰੇ ਨਾ ਆਪਣਾ ਐਲੈਕਸ ਫਰੇਜ਼ਰ, ਤੇ ਐਲੈਕਸ ਫਰੇਜ਼ਰ ਉਤਰਦੀ ਸਾਰੇ ਹੀ ਸੱਜੇ ਕੁਈਨਸਬੋਰੋ ਨੂੰ ਮੁੜ ਗਏ, ਇੱਧਰ ਸੱਡੇ ਰਿਚਮੰਡ ਨੂੰ ਮੁੜ ਗਏ। ਉਹ ਕਰਬ ਪੈਂਦਾ, ਕਰਬ ਤੇ ਟਰੱਕ ਤੇਜ਼ ਆ ਜਾਂ ਕੀ ਹੈ, ਟਰੱਕ ਦਾ ਐਕਸੀਡੈਂਟ ਵੀ ਸੀ, ਮੂਹਰੇ ਬ੍ਰੇਕ ਲੱਗ ਗਏ ਤੇ ਟਰੱਕ ਨੇ ਜਦ ਬ੍ਰੇਕ ਮਾਰੇ 20 ਟ੍ਰੇਨ ਘੁੰਮ ਗਈ ਤੇ ਸਾਰਾ ਲੋਡ ਗਿਰ ਗਿਆ। ਬਾਕੀ ਖੈਰ ਉਹ ਡਰਾਈਵਰ ਵੀ, ਇਹ ਤਾਂ ਲੱਖਣ ਹੀ ਲਾ ਰਹੇ ਹਾਂ ਆਪਾਂ, ਬਾਕੀ ਡਰਾਈਵਰ ਦੱਸ ਸਕਦਾ। ਮੈਂ ਬੇਨਤੀ ਕਰਦਾ ਹਾਂ ਬਈ ਯਾਰ ਸਿੱਖੋ, ਸਿੱਖ ਕੇ ਟਰੱਕ ਚਲਾਉਣ ਲੱਗੋ। ਬਹੁਤ ਔਖਾ ਹੈ, ਬਹੁਤ। ਹਾਈਵੇ ਬੰਦ, ਉਧਰ ਹਾਈਵੇ 10 ਤੱਕ ਬੈਕਅਪ, ਕੰਮਾਂ ਤੇ ਹੱਥ ਨੇ ਜਾਣਾ ਲੋਕਾਂ ਨੇ। ਯਾਰ ਸਾਡੇ ਕਾਰਨ ਕਿਉਂ ਦੁਖੀ ਹੋਵੇ ਕੋਈ? ਅਸੀਂ ਪੁਰਾਣੇ ਜਿੰਨੇ ਟਰੱਕਰ ਸੀ 97 98 ਉਦੋਂ ਪਹਿਲਾਂ 6-6 ਮਹੀਨੇ ਲੋਕ ਨਾਲ ਬੈਠੇ ਨੇ। 6-6 ਮਹੀਨੇ, ਪਹਿਲੇ 3-3 ਮਹੀਨੇ ਤਾਂ ਉਹਨਾਂ ਦੀ ਲੌਗ ਬੁੱਕ ਕੇ ਚੇਂਜ ਵਰਤਦੇ ਰਹੇ ਨੇ। $1000 ਮਿਲਦਾ ਹੁੰਦਾ ਸੀ ਟੋਟਲ। ਤੇ ਹੌਲੀ ਹੌਲੀ ਫਿਰ ਜੈਨ ਸਿਖਾਏ, ਫਿਰ ਸਿੱਖਣ ਵਾਲੇ ਤੇ ਸੀ 7-7 8-8 ਮਹੀਨੇ ਲਾ ਕੇ ਫਿਰ ਕਿਤੇ ਸੀਟ ਮਿਲੀ, ਫਿਰ ਮੈਨੂਅਲ ਜਿਹੜਾ ਟਰਾਂਸਮਿਸ਼ਨ ਸੀ, ਤੇ ਫਿਰ ਲੋਕਾਂ ਨੇ ਚਲਾ ਕੇ ਦਿਖਾਏ ਟਰੱਕ ਵੀ ਕਿਵੇਂ ਟਰੱਕ ਚੱਲਦੇ ਆ। ਹੁਣ ਮੈਂ ਮੰਨਦਾ ਬਈ ਇਹ ਆਟੋ ਆ ਗਏ, ਮੈਂ ਮੰਨਦਾ ਇਹਦੇ 'ਚ ਸਹੂਲਤਾਂ ਆ ਗਈਆਂ, ਪਰ ਥੋੜ੍ਹਾ ਜਿਹਾ ਖਿਆਲ ਰੱਖਣ ਦੀ ਲੋੜ ਹੈ ਕਿ ਇਹ ਟਰੱਕਾਂ ਦਾ ਇਸ ਤਰ੍ਹਾਂ ਨਹੀਂ ਹੈ, ਬਹੁਤ ਵੱਡੀ ਰਿਗ ਹੈ, ਸਾਡੇ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ। ਸਿੱਖੋ, ਸਿੱਖੋ ਫਿਰ ਚਲਾਓ। ਖਾਸ ਤੌਰ 'ਤੇ ਜਿਹੜੇ ਧੀ ਪੁੱਤ ਪੰਜਾਬ ਤੋਂ ਆਏ ਨੇ 20-21 ਵਰ੍ਹਿਆਂ ਦੇ, ਤੁਸੀਂ ਘਰ ਦਾ ਚਿਰਾਗ ਹੋ, ਤੁਹਾਡੇ ਬਿਨਾਂ ਬਹੁਤ ਔਖਾ ਹੈ। ਤੁਹਾਨੂੰ ਕੋਈ ਗੱਲ ਹੋ ਗਈ, ਪਿੱਛੋਂ ਟੱਬਰ ਪੱਟਿਆ ਜਾਂਦਾ। 5-7 ਮਹੀਨੇ ਨਾਲ ਰਹਿ ਕੇ ਸਿੱਖ ਲਓ, ਫਿਰ ਚਲਾਓ। ਬਹੁਤ ਪੈਸੇ ਬਣਦੇ ਨੇ ਡਰਾਈਵਰ ਨੂੰ। ਹੁਣ 8-10 ਹਜ਼ਾਰ ਤਾਂ ਡਰਾਈਵਰ ਨਹੀਂ ਛੱਡਦਾ। ਯੰਗ ਲਾਈਫ ਆ, ਸਿੰਗਲ ਹੋ, 5-4 ਸਾਲ ਲਾ ਲਓਗੇ ਤਾਂ ਡਾਲਰ 5-4 ਲੱਖ ਤੁਸੀਂ ਕੁੱਟ ਦੇਣਾ, ਖਰਚੇ ਜੇ ਕੰਟਰੋਲ 'ਚ ਰੱਖੋਗੇ ਤੇ ਜਾਨੂ ਟੱਬਰ ਟੀਹਰ ਵਸਾਓਗੇ ਤੇ ਆਪਣੇ ਟਾਊਨ ਹਾਊਸ ਕੌਂਡੋ ਕੁਛ ਲੈਣ ਜੋਗੇ ਹੋ ਜਾਓਗੇ। ਵਧੀਆ ਕੰਮ ਹੈ ਟਰੱਕਿੰਗ ਦਾ। ਸਿੰਗਲ ਬੰਦੇ ਨੂੰ ਤਾਂ ਇਹਦੇ ਵਰਗੀ ਮੌਜ ਕੋਈ ਨਹੀਂ। ਨਾਲੇ ਘੁੰਮੋ ਅਮਰੀਕਾ ਕੈਨੇਡਾ, ਨਾਲੇ ਪੈਸੇ ਕਮਾਓ। ਜਿਹੜੇ ਮੁੰਡੇ ਦੁਬਈ ਤੋਂ ਆਏ ਸੀ, ਸਾਊਦੀਆ ਤੋਂ ਆਏ ਸੀ, ਉਹਨਾਂ ਨੇ ਤਾਂ 4 ਸਾਲ ਬੇਸਮੈਂਟ ਨਹੀਂ ਲਈ, ਵਿੱਚੇ ਬੈਗ। ਉਹ ਕਹਿੰਦੇ ਬੇਸਮੈਂਟ 'ਚ ਕੀ ਕਰਨਾ, ਨਹਾਓ ਜਿੱਥੇ ਮਰਜ਼ੀ, ਰਹਿਣ ਨੂੰ ਜਗ੍ਹਾ ਵਧੀਆ, ਹੋਟਲ ਮੋਟਲ ਨੇ, ਜਿਹੜੀਆਂ ਡਾਲਰਾਂ ਦਾ ਮੀਂਹ ਬਰਾਤਾ। ਪਰ ਹੁਣ ਸਿੱਖਣ ਤੋਂ ਬਿਨਾਂ ਨਹੀਂ ਹੈ, ਸਿੱਖਣ ਤੋਂ ਬਿਨਾਂ ਨਹੀਂ ਗੱਲ, ਸਿੱਖੋ ਪਹਿਲਾਂ। ਖਾਸ ਅੱਜ ਗੱਲਬਾਤ ਉੱਗੇ ਵਕੀਲ ਚੰਦਨ ਸੱਭਰਵਾਲ ਉਹਨਾਂ ਨਾਲ ਕਰਨੀ ਹੈ ਕਿ ਘਰ ਦੇ ਜਿਹੜੇ ਝਗੜੇ ਨੇ ਉਹ ਕਿਸ ਤਰ੍ਹਾਂ ਨਿਪਟਾਏ ਜਾ ਸਕਦੇ, ਜੇ ਨਹੀਂ ਨਿਪਟਦੇ ਤਲਾਕ ਕੀ ਹੁੰਦਾ ਹੈ, ਕਿਸ ਤਰ੍ਹਾਂ ਹੁੰਦਾ ਹੈ, ਬੱਚਿਆਂ ਦਾ ਖਿਆਲ ਕਿਵੇਂ ਰੱਖ ਸਕਦੇ ਹੋ, ਇੱਕ ਦੂਜੇ ਦੇ ਦੂਰ ਰਹਿੰਦੇ ਹੋਏ ਸਾਂਝੇ ਦੇ ਤੌਰ 'ਤੇ ਪੈਦਾ ਕੀਤੀ ਅਗਲੀ ਪੀੜ੍ਹੀ ਦਾ ਖਿਆਲ ਕਿਵੇਂ ਰੱਖ ਸਕਦੇ ਹੋ, ਇਸ ਵਿਸ਼ੇ 'ਤੇ ਗੱਲ ਕਰਨੀ ਹੈ। ਇੱਕ ਕਾਲਰ ਨੇ ਜੀ ਕੋਈ ਪਹਿਲੇ ਵਿਸ਼ੇ 'ਤੇ ਗੱਲ ਕਰਨੀ ਚਾਹੁੰਦੇ ਹੋ, ਮੈਂ ਬੇਨਤੀ ਕਰਾਂ ਜੀ ਛੇਤੀ ਗੱਲ ਨਿਬੇੜਿਓ, ਮੈਂ ਸੈਗਮੈਂਟ ਸ਼ੁਰੂ ਕਰਨੀ ਹੈ। ਲੱਕੀ ਧਾਲੀਵਾਲ ਜੀ। ਹਾਂਜੀ ਗੱਲ ਸਾਹਿਬ ਵੀਰ ਜੀ, ਸਤਿ ਸ੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਹਾਂਜੀ ਵੀਰ ਜੀ, ਮੈਂ ਉਹ ਤੁਹਾਡੇ ਨਾਲ ਕੱਲ ਟਰੱਕਾਂ ਵਾਲੇ ਵਿਸ਼ੇ 'ਤੇ ਥੋੜ੍ਹੀ ਜਿਹੀ 2 ਮਿੰਟ ਤੁਹਾਡੇ ਕੋਲ ਜਾ ਚਾਹੂੰਗਾ ਲੈਣ ਲਈ, ਜੇ ਮੈਂ ਕਹਿ ਸਕਾਂ ਕੁਛ ਜਿਹਾ ਐਕਸੀਡੈਂਟ ਹੋਏ ਆ। ਜੀ ਦੱਸੋ। ਲਾਸਟ ਵੀਕਐਂਡ ਦੇ ਵੀਰ ਜੀ 6 ਮੁੰਡੇ ਮਰੇ ਆ ਟਰੱਕਾਂ ਦੇ ਵਿੱਚ। ਪਹਿਲਾ ਤਾਂ ਜਿਹੜਾ ਐਕਸੀਡੈਂਟ ਹੋਇਆ 5 ਵਜੇ ਸਵੇਰੇ ਮਾਰਨਿੰਗ, ਜਿੱਥੇ ਆਪਣਾ ਮੁੰਡਾ ਮਰਿਆ ਕੈਲਗਰੀ ਵਾਲਾ, ਉਹ ਅਸੀਂ ਉਸ ਏਰੀਏ ਦੇ ਵਿੱਚ ਹੀ ਸੀਗੇ ਉਸ ਮੌਕੇ। ਉਹ ਜਿਹੜਾ ਗਾਵਾਂ ਵਾਲਾ ਟਰੱਕ ਸੀ ਨਾ, 2 ਜਾਣੇ ਗੋਰੇ, ਉਹ ਪਹਿਲਾਂ ਵੀ ਉਹਨਾਂ ਨੇ 3 ਬਹੁਤ ਡੇਂਜਰ ਸੈਕਸ਼ਨ ਦੇ ਵਿੱਚ ਉਹਨਾਂ ਨੇ ਪਾਸ ਕੀਤਾ। ਜਿਹੜਾ ਦੂਸਰਾ ਐਕਸੀਡੈਂਟ ਹੋਇਆ ਕੋਕਾ ਹਾਲਾ ਦੇ ਉੱਤੇ,
ਉਹ ਵਿਨੀਪੈਗ ਵੱਲੋਂ ਟਰੱਕ ਸੀਗਾ, ਟੀਮ ਡਰਾਈਵਰ। ਉੱਥੇ ਤੁਸੀਂ ਵੀ ਵੀਰ ਜੀ ਦੇਖਿਆ ਹੋਵੇਗਾ 120 ਦੀ ਸਪੀਡ ਆ, 3 ਲੇਨਾਂ। ਉੱਥੇ ਮਗਰੋਂ ਵੀ ਇੰਨਾ ਤੇਜ਼ ਆ ਰਿਹਾ ਸੀਗਾ, ਮੁੰਡੇ ਦੱਸਦੇ ਆ ਵੀ ਉਹ ਗੱਲਾਂ ਕਰਦੇ ਸੀ ਕਿਸੇ ਨੂੰ ਮਾਰੂਗਾ। ਮਗਰ ਜਾ ਕੇ ਇੰਨਾ ਕੋਨੇ ਜ਼ੋਰ ਦੀ ਮਾਰਿਆ ਟਰੱਕ ਦੇ ਜਾਣੀ ਦੀ ਫਰਲੇ ਉੱਡ ਗਏ, ਤੇ ਜਿਹੜਾ ਨਾਲ ਦਾ ਮੁੰਡਾ ਸੀ ਉਹ ਬੜਾ ਔਖਾ ਤਰੀਕੇ ਨਾਲ ਵਿੱਚੋਂ ਨਿਕਲ ਗਿਆ। ਤੇ ਇੱਕ ਤਾਂ ਪਹਿਲਾਂ ਹੀ ਡੈਥ ਹੋ ਗਈ, ਪਤਾ ਨਹੀਂ ਉਹਦੇ ਮੱਚ ਕੇ ਡੈਥ ਹੋਈ ਆ। ਇੱਕ ਹੋਇਆ ਈਸਟ ਵਾਲੇ ਪਾਸੇ, ਉੱਥੇ ਵੀ ਸਿੰਗਲ ਹਾਈਵੇ, ਤੁਹਾਨੂੰ ਵੀ ਪਤਾ ਗੱਲ ਸਾਹਿਬ, ਇਹ ਕਦੇ ਨੰਬਰ 1 ਦਾ ਰੂਪ ਧਾਰ ਲੈਂਦਾ, ਕਦੇ ਨੰਬਰ 16 ਹਾਈਵੇ ਬਣ ਜਾਂਦਾ ਵਾ, ਇਹ ਕਈ ਰੂਪ ਧਾਰਦਾ ਇਹ ਹਾਈਵੇ ਰਾਈਟ। ਉੱਥੇ ਵੀ ਜਿਹੜੇ ਸੀਗੇ ਮੁੰਡੇ, ਉਹਨਾਂ ਦੇ ਟੀਮ ਡਰਾਈਵਰ ਸੀਗੇ, ਉਹਨਾਂ ਨੇ ਇੰਨੇ ਕੁ ਮਤਲਬ ਕਿ ਡੇਂਜਰ ਰਿਐਕਸ਼ਨ ਦੇ ਨਾਲ ਜਾ ਰਹੇ ਸੀ, ਜਿੱਥੇ 60 ਦੀ ਸਪੀਡ ਸੀ ਉੱਥੇ 90 ਤੇ ਜਾ ਰਹੇ ਸੀਗੇ, ਦੱਸਦੇ ਆ ਜਿਹੜੇ ਮਗਰ ਉਹਦੇ ਨਾਲ ਜਾਂਦੇ ਸੀਗੇ। ਉਹਨਾਂ ਨੇ ਏਅਰ ਤੇ ਹਾਕਾਂ ਵੀ ਮਾਰੀਆਂ ਬਈ, ਉਹਨਾਂ ਨੇ ਕੋਈ ਨਾਂ ਨਹੀਂ ਚੇਤਾ ਆਉਂਦਾ ਕਿਹੜਾ ਡਰਾਈਵਰ ਸੀ, ਕੰਪਨੀ ਸੀ, ਬਈ ਸਲੋ ਡਾਊਨ ਹੋ ਜਾਓ, ਇੱਥੇ ਏਰੀਆ 90 ਕਿਲੋਮੀਟਰ ਵਾਲਾ ਨਹੀਂ ਹੈਗਾ। ਆਪਾਂ ਤਾਂ ਇਹੀ ਬੇਨਤੀ ਕਰ ਸਕਦੇ ਹਾਂ, ਜਿਹੜੇ ਨਵੇਂ ਡਰਾਈਵਰ ਆ ਤੇ ਕੰਪਨੀਆਂ ਵਾਲੇ ਵੀਰ ਜੀ ਕਈ ਵਾਰੀ ਕੀ ਕਰਦੇ ਆ, ਇੱਕ ਗੇੜਾ ਲਵਾ ਕੇ ਦੂਜੇ ਨੂੰ ਨਾਲ ਨਵੇਂ ਨੂੰ ਚਾੜ ਦਿੰਦੇ, ਉਹਨੂੰ ਪੁਰਾਣਾ ਕਹਿ ਦਿੰਦੇ, ਤੂੰ ਪੁਰਾਣਾ ਹੋ ਗਿਆ। ਕੰਪਨੀ ਵਾਲਿਆਂ ਨੂੰ ਵੀ ਬੇਨਤੀ ਆ, ਤੁਸੀਂ ਲੋਕਾਂ ਦੇ ਪੁੱਤ ਨਾ ਮਰਾਓ। ਤੁਸੀਂ ਕਰਨ ਵੀ ਕੀ ਵੀਰ ਜੀ, ਨਵੇਂ ਮੁੰਡੇ ਆਉਂਦੇ ਆ, ਉਹ ਵਿਚਾਰੇ ਇੰਡੀਆ ਤੋਂ ਬੜੇ ਮਤਲਬ ਕਿ ਔਖੇ ਸੌਖੇ ਹੋ ਕੇ ਮਾਪੇ ਭੇਜਦੇ ਆ, ਉਹਨਾਂ ਕੋਲੇ ਹੋਰ ਕੋਈ ਜ਼ਰੀਆ ਨਹੀਂ ਹੈਗਾ ਪੈਸੇ ਕਮਾਉਣ ਦਾ। ਉਹ ਵਿਚਾਰੇ ਫਿਰ ਕਲਾਸ 1 ਦਾ ਲਾਇਸੈਂਸ ਲੈ ਕੇ ਚੜ੍ਹ ਜਾਂਦੇ ਆ। ਆਪਾਂ ਤਾਂ ਕੰਪਨੀ ਵਾਲਿਆਂ ਨੂੰ ਬੇਨਤੀ ਕਰਦੇ ਹਾਂ, ਕੰਪਨੀ ਵਾਲੇ ਥੋੜ੍ਹੇ ਜਿਹੇ ਠੀਕ ਹੋਣ ਤਾਂ ਇਹ ਹਾਦਸੇ ਬਚ ਸਕਦੇ ਆ। ਤੇ ਬਾਕੀ ਸਾਰੇ ਜਿੰਨੇ ਟਰੱਕਰ ਵੀ ਹੈਗੇ ਆ, ਉਹ ਅਸੀਂ ਵੀ ਇੱਕ ਦੂਜੇ ਬਾਰੇ ਧਿਆਨ ਰੱਖੀਏ। ਜੇ ਕੋਈ ਗਲਤ ਹੈਗਾ ਵਾ, ਉਹਨੂੰ ਅਸੀਂ ਉਹਦੇ ਉੱਤੇ ਪਹਿਰਾ ਦਿੱਗੇ ਵੀ ਕਿਸੇ ਦਾ ਉਹ ਮਤਲਬ ਕਿ ਪੁੱਤ ਆ, ਕਿਸੇ ਦਾ ਹਸਬੈਂਡ ਆ, ਹਰ ਇੱਕ ਨੂੰ ਵੀ ਘਰੇ ਜਾਣਾ ਹੁੰਦਾ, ਚਾਹੀਦਾ ਵੀ ਹੈਗਾ ਜਾਣਾ। ਤੇ ਇਹੀ ਬੇਨਤੀ ਆ, ਥੋੜੀ ਸੇਫਟੀ ਅੱਗੇ ਸੇਫਟੀ ਆ। ਤੁਹਾਡਾ ਧੰਨਵਾਦ ਵੀਰ ਜੀ, ਪ੍ਰੋਗਰਾਮ ਲੈ ਕੇ ਆਉਣ। ਧੰਨਵਾਦ ਜੀ, ਸਭ ਕੁਝ ਮਿਲਦਾ। ਸੇਵਕ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਬਾਈ, ਮੈਂ ਇਹ ਕਹਿਣਾ ਚਾਹੁੰਦਾ ਜੀ, ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕੰਪਨੀ ਵਾਲਿਆਂ ਦੀ ਹੈ ਜੀ, ਨਵੇਂ ਡਰਾਈਵਰਾਂ ਨੂੰ ਚਾੜ ਦਿੰਦੇ ਆ ਜੀ। ਮੇਰੇ ਨਾਲ ਮੈਂ ਹੁਣੇ ਥੋੜੇ ਚਿਰ ਦੀ ਗੱਲ ਮੈਂ ਤੁਹਾਨੂੰ ਦੱਸਦਾ ਜੀ, ਮੈਂ ਕਾਰ ਤੇ ਜਾ ਰਿਹਾ ਸੀ ਤੇ ਮਗਰ ਟਰੱਕ ਵਾਲਾ ਗਲਤ ਜਾ ਰਿਹਾ ਸੀ 2 ਲੇਨਾਂ 'ਚ। ਤੇ ਮੈਂ ਜੇ ਗਾਂਹ ਜਾ ਕੇ ਰੁਕਿਆ ਤੇ ਮੈਂ ਉਹਨੂੰ ਕਿਹਾ ਵੀ ਟਰੱਕ ਆਏ ਨਹੀਂ ਚਲਾਈਦਾ। ਮੈਨੂੰ ਕਹਿੰਦਾ ਤੇਰੇ ਕੋਲੇ ਕਾਰ ਆ, ਤੈਨੂੰ ਕੀ ਪਤਾ। ਤੇ ਜਿੱਦਾਂ ਮੈਂ ਉਹਨੂੰ ਦੱਸਿਆ, ਮੈਂ ਕਿਹਾ ਭਾਈ ਕਾਕਾ ਤੇਰੀ ਉਨੀ ਉਮਰ ਨਹੀਂ ਜਿੰਨਾ ਚਿਰ ਮੈਨੂੰ ਇਕੱਲਾ ਟਰੱਕ ਚਲਾਉਂਦੇ ਨੂੰ ਹੋ ਗਿਆ। ਤੇ ਮੁੜ ਕੇ ਉਹਨੇ ਗਾਹਾਂ ਆ ਕੇ ਆਪਣਾ ਕੋਕਾ ਹਾਲਾ ਤੇ ਹੋ ਗਏ, ਇਹ ਪਿਛਲੇ ਸਾਲ ਦੀ ਗੱਲ ਆ। ਮੁੜ ਕੇ ਉਹਨੇ ਆ ਕੇ ਐਕਸੀਡੈਂਟ ਕਰਤਾ ਤੇ ਮੈਂ ਵੀ ਉਹਨੂੰ ਆਵਾਜ਼ ਕਰਦਾ, ਮੈਂ ਕਿਹਾ ਹੁਣ ਠੀਕ ਆ, ਮੈਂ ਕਿਹਾ ਜੇ ਮਰ ਜਾਂਦਾ ਤੇਰੇ ਘਰਦਿਆਂ ਨੇ ਪਿੱਟਣਾ ਸੀਗਾ ਵੀ ਸਾਡਾ ਪੁੱਤ ਮਰ ਗਿਆ। ਗੱਲ ਕਰਾਂਗੇ ਜੀ ਇਸ ਤੇ ਅਗਲੇ ਕਿਸੇ ਦਿਨ, ਇੱਕ ਪੂਰਾ ਸਮਾਂ ਤੁਹਾਨੂੰ ਦੇਵਾਂਗੇ, ਸਾਰੇ ਤੁਸੀਂ ਸ਼ਾਮਲ ਹੋਏ ਤਜਰਬੇ ਵਾਲੇ। ਜੀ ਅੱਜ ਖਾਸ ਗੱਲਬਾਤ ਜਿਹੜੀ ਅਕਸਰ ਤੁਹਾਡੇ ਸਵਾਲ ਹੁੰਦੇ ਨੇ, ਪਿਛਲੀ ਵਾਰ ਚੰਦਨ ਸੱਭਰਵਾਲ ਉਹਨਾਂ ਦੇ ਨਾਲ ਥੋੜ੍ਹਾ ਸਮਾਂ ਸੀ ਮੇਰੇ ਕੋਲ, ਮੈਂ ਕਿਹਾ ਵੀ ਇੱਕ ਖੁੱਲ੍ਹੀ ਮੈਂ ਗੱਲਬਾਤ ਇਹ ਕਰਨੀ ਚਾਹੁੰਦਾ। ਬੰਨੇ ਹੋਏ ਪਰਿਵਾਰ ਦੇ ਵਿੱਚ ਜਦ ਕੁਛ ਰਿਫਟਸ ਆਉਂਦੀਆਂ ਨੇ, ਬੜੀ ਮੁਸ਼ਕਲ ਆਉਂਦੀ ਹੈ, ਦੁੱਖ ਸੁੱਖ ਦੇ ਵਿੱਚ ਇਕੱਠੇ ਰਹਿਣ ਦਾ ਵਾਅਦਾ ਜਦ ਟੁੱਟਦਾ ਵਿਖਰਦਾ ਹੈ, ਫਿਰ ਦੁਸ਼ਮਣੀ ਦੀ ਜਗ੍ਹਾ 'ਤੇ ਆਪਾਂ ਖੜ੍ਹ ਜਾਂਦੇ ਹਾਂ। ਇਹ ਕੁਛ ਕਰਨ ਦੀ ਨਹੀਂ ਲੋੜ, ਜ਼ਿੰਦਗੀ ਮੂਵ ਆਨ ਹੋਣੀ ਚਾਹੀਦੀ ਆ। ਬਹੁਤ ਔਖਾ ਹੈ ਇਹ, ਸੌਖਾ ਨਹੀਂ। ਜਿਹੜਾ ਇਹਦੇ ਵਿੱਚ ਦੀ ਲੰਘਦਾ ਉਹਨੂੰ ਹੀ ਪਤਾ ਹੈ, ਵਕੀਲ ਨੂੰ ਜਾਂ ਸਾਨੂੰ ਬਾਹਰਲਿਆਂ ਨੂੰ, ਕਾਉਂਸਲਰਸ ਨੂੰ ਇਹ ਕਹਿਣਾ ਸੌਖਾ। ਪਰ ਜੇ ਕੋਈ ਸਿਚੁਏਸ਼ਨ ਬਣ ਗਈ ਤਾਂ ਫਿਰ ਉਹਦਾ ਹੁਣ ਫਿਰ ਸਬਸਟੀਟਿਊਟ ਕੋਈ ਕਰਨਾ ਪੈਣਾ ਹੈ, ਉਸ ਦਾ ਕੁਛ ਕਰਨਾ ਪੈਣਾ। ਸੋ ਚੰਦਨ ਸੱਭਰਵਾਲ ਜੀ, ਸੱਭਰਵਾਲ ਲਾਅ ਗਰੁੱਪ ਤੋਂ ਸਾਡੇ ਬੜੇ ਨੋਨ ਲਾਇਰ ਨੇ, UBC ਦੇ ਗ੍ਰੈਜੂਏਟ ਨੇ, ਇੱਥੇ ਦੇ ਜੰਪਲ ਨੇ, ਪਰ ਪੰਜਾਬੀ ਬਹੁਤ ਵਧੀਆ ਬੋਲਦੇ ਨੇ, ਜਿਹੜਾ ਮੈਨੂੰ ਵਧੀਆ ਲੱਗਦਾ ਹੈ। ਨਹੀਂ ਤਾਂ ਤੁਹਾਡੇ ਤੱਕ ਗੱਲ ਪਹੁੰਚਣੀ ਔਖੀ ਹੋ ਜਾਂਦੀ ਹੈ, ਤਰਜਮਾ ਸਾਰੀ ਅੰਗਰੇਜ਼ੀ ਦਾ ਨਹੀਂ ਹੁੰਦਾ। ਚੰਦਨ ਸੱਭਰਵਾਲ ਜੀ ਮੇਰੇ ਨਾਲ ਨੇ। ਚੰਦਨ ਜੀ ਸਵਾਗਤ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨੇੜੇ ਨੂੰ ਮਾਈਕ ਕਰ ਲਿਓ ਥੋੜ੍ਹਾ ਜਿਹਾ ਪਲੀਜ਼। ਜ਼ਰੂਰ। ਅੱਛਾ ਜੀ, ਇਹ ਜਿਹੜੀ ਉਹ ਕਹਿੰਦੇ ਪੁਲਿਸ ਅਤੇ ਵਕੀਲਾਂ ਦੇ ਨਾਲ ਜਦ ਤੁਸੀਂ ਵਾਬਸਤਾ ਹੋਣਾ ਤਾਂ ਕੋਈ ਨਾ ਕੋਈ ਇਹੋ ਜਿਹੀ ਮੁਸ਼ਕਿਲ 'ਚ ਤੁਸੀਂ ਜਾ ਰਹੇ ਹੋ, ਜਿਹੜੇ ਉਹਨਾਂ ਦਾ ਉਹ ਬਿਜ਼ਨਸ ਦੇ ਤੋਂ ਬੜੀ ਪ੍ਰੋਫੈਸ਼ਨਲਿਜ਼ਮ ਹੈ, ਉਹ ਉੱਥੇ ਸਾਡੀ ਹੈਲਪ ਕਰਨ ਦੇ ਲਈ ਨੇ। ਪਰ ਇਹ ਕੰਮ ਸੌਖਾ ਨਹੀਂ ਤੁਹਾਡੇ ਲਈ ਵੀ, ਕਿਉਂਕਿ ਇੱਕ ਵਕੀਲ ਦੇ, ਇੱਕ ਪੱਤਰਕਾਰ ਦੇ, ਇੱਕ ਪੁਲਿਸ ਵਾਲੇ ਦੇ ਵਿੱਚ ਉਹਦੀ ਇੱਕ ਰੂਹ ਵੀ ਹੈ, ਉਹ ਇੱਕ ਇਨਸਾਨ ਵੀ ਹੈ। ਉਹ ਦਫ਼ਤਰ 'ਚੋਂ ਬਾਹਰ ਨਿਕਲ ਕੇ ਪਰਿਵਾਰ ਦੇ ਵਿੱਚ ਕਿਸੇ ਦੀ ਮਦਰ ਹੈ, ਕਿਸੇ ਦਾ ਫਾਦਰ ਹੈ, ਕਿਸੇ ਦੇ ਪੇਰੈਂਟਸ ਨੇ, ਤੁਸੀਂ ਫਿਰ ਉਸ ਫਰੇਮ 'ਚੋਂ, ਉਸ ਬ੍ਰੈਕਟ 'ਚੋਂ ਨਿਕਲ ਕੇ ਜਾਂ ਨਿੱਜੀ ਜ਼ਿੰਦਗੀ 'ਚ ਜਾਣਾ, ਕਈ ਵਾਰ ਬਹੁਤ ਇੰਟਰੈਕਸ਼ਨ ਹੋ ਕੇ ਬੰਦਾ
ਕਿਸੇ ਦਾ ਪ੍ਰੈਸੀਡੈਂਟ ਸੈੱਟ ਕੀਤਾ, ਆਪਣੀ ਜ਼ਿੰਦਗੀ ਚਲਾਉਣ ਲੱਗ ਜਾਂਦਾ। ਇਹ ਬੜਾ ਔਖਾ ਲੱਗਦਾ ਕੰਮ। ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੁੰਦਾ, ਤੁਸੀਂ ਕੋਈ ਡਿਸਕਸ਼ਨ ਕਰੋ ਘਰੇ ਬਾਹਰਲੇ ਦੀ, ਸੋ ਕਈ ਵਾਰ ਤੁਹਾਡੀ ਜ਼ਿੰਦਗੀ ਦੇ ਆਪਣੇ ਸਿਨੈਰੀਓ ਸੈਟ ਇਨ ਹੋ ਜਾਂਦੇ ਨੇ। ਸੋ ਇਹ ਜਿਹੜਾ ਤਲਾਕ ਵਾਲਾ, ਡਿਵੋਰਸ ਵਾਲਾ ਜਿਹੜਾ ਮਾਮਲਾ ਜੀ, ਇਹ ਰਹਿੰਦਿਆਂ ਕੋਈ ਕਾਰਨ ਹੋ ਗਿਆ, ਕਦ ਤੁਸੀਂ ਸੋਚਦੇ ਹੋ ਇੱਕ ਵਕੀਲ ਦੀ ਸਲਾਹ, ਇੱਕ ਕਾਉਂਸਲਰ ਦੀ ਸਲਾਹ, ਕਦ ਇਨਵੋਲਵ ਹੋਣਾ ਚਾਹੀਦਾ ਵੀ ਹੁਣ ਆਪਾਂ ਤੇ ਸਹੀ ਨਹੀਂ ਹੋ ਰਿਹਾ, ਸਾਡੇ ਡਾਇਲੋਗ ਖਤਮ ਹੋ ਰਹੇ ਨੇ, ਡਾਇਲੋਗ ਹੋ ਹੀ ਨਹੀਂ ਰਹੇ, ਟੇਬਲ ਟਾਕ ਖਤਮ ਹੋ ਰਹੀ ਹੈ, ਕਦ ਫਿਰ ਤੁਹਾਨੂੰ ਲੱਗਿਆ ਵੀ ਇੱਕ ਵਕੀਲ ਦੀ ਜ਼ਰੂਰਤ ਹੈ? ਮੇਰੇ ਤਜਰਬੇ ਦੇ ਮੁਤਾਬਕ ਹੈ ਨਾ ਜੀ, ਜਦੋਂ ਇੱਕ ਰਿਸ਼ਤੇ ਦੇ ਵਿੱਚ ਜਦੋਂ ਤੁਸੀਂ ਕਿਹਾ ਗੱਲਬਾਤ ਹੀ ਖਤਮ ਹੋ ਗਈ, ਤੁਹਾਡਾ ਵਾਰਤਾਲਾਪ ਬਿਲਕੁਲ ਖਤਮ ਹੈ, ਉਸ ਸਮੇਂ ਤੁਹਾਨੂੰ ਵਕੀਲ ਦੀ ਸਲਾਹ ਲੈਣੀ ਚਾਹੀਦੀ ਹੈ। ਕਿਉਂਕਿ ਇਹੋ ਜਿਹੇ ਵਾਤਾਵਰਣ ਦੇ ਵਿੱਚ ਨਾ ਤੇ ਬੱਚਿਆਂ ਤੇ ਵਧੀਆ ਅਸਰ ਹੈ। ਅਗਰ ਮਾਂ ਪਿਓ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰ ਰਹੇ, ਉਸ ਘਰ ਦੇ ਵਿੱਚ ਤੁਸੀਂ ਸੋਚੋ ਕਿੰਨੀ ਟੈਨਸ਼ਨ ਹੋਏਗੀ, ਕਿੰਨਾ ਤਣਾਅ ਹੋਏਗਾ। ਔਰ ਬੱਚੇ ਭਾਵੇਂ ਜਿੰਨੇ ਵੀ ਛੋਟੇ ਹੋਣ, ਜਿੰਨੇ ਵੀ ਵੱਡੇ ਹੋਣ, ਉਹ ਇਹਨਾਂ ਚੀਜ਼ਾਂ ਨੂੰ ਭਾਂਫ ਲੈਂਦੇ ਆ। ਔਰ ਅਗਰ ਅਸੀਂ ਸੋਚੀਏ ਕਿ ਅਸੀਂ ਬੱਚਿਆਂ ਦੀ ਖਾਤਰ ਇੱਕ ਤਣਾਅਪੂਰਨ ਜ਼ਿੰਦਗੀ 'ਚ ਇਕੱਠੇ ਰਹਿ ਲੈਂਦੇ ਆ ਕਿ ਇਹਨਾਂ ਦੀ ਪਰਵਰਿਸ਼ ਅੱਛੀ ਹੋ ਜਾਏਗੀ, ਅਕਸਰ ਕਹਿੰਦੇ ਇਹੀ ਆਪਾਂ, ਅਕਸਰ ਇਹੀ ਕਹਿੰਦੇ ਨੇ। ਪਰ ਉਹਦਾ ਜਿਹੜਾ ਦੂਸਰਾ ਪਾਸਾ ਹੈ, ਉਹ ਸਾਨੂੰ ਇਹ ਦੇਖਣਾ ਚਾਹੀਦਾ ਕਿ ਅਗਰ ਅਸੀਂ ਇੱਕ ਤਣਾਅਪੂਰਨ ਜ਼ਿੰਦਗੀ ਦੇ ਵਿੱਚ ਬੱਚਿਆਂ ਨੂੰ ਰੇਜ਼ ਕਰ ਰਹੇ ਹਾਂ, ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ, ਤੇ ਬੱਚਿਆਂ ਤੇ ਉਸਦਾ ਕੀ ਅਸਰ ਹੋਏਗਾ। ਜਦ ਅਸੀਂ ਇੱਕ ਹਸਬੈਂਡ ਵਾਈਫ, ਮੀਆਂ ਬੀਵੀ ਆਪਸ ਅੱਛੀ ਤਰ੍ਹਾਂ ਗੱਲ ਨਹੀਂ ਕਰ ਰਹੇ, ਝਗੜੇ ਹੋ ਰਹੇ ਨੇ ਜੋ ਬੱਚਿਆਂ ਨੂੰ ਸੁਣਾਈ ਦਿੰਦੇ ਨੇ। ਹੁਣ ਇਹ ਤਾਂ ਹੈ ਨਹੀਂ ਕਿ ਅਸੀਂ ਆਪਣੀ ਦਰਵਾਜ਼ੇ ਬੰਦ ਕਰਕੇ ਫਿਰ ਲੜੀਦਾ। ਬਿਲਕੁਲ ਜੀ, ਜਦੋਂ ਲੜਾਈ ਹੁੰਦੀ ਹੈ, ਕੋਈ ਵੀ ਤੁਹਾਡੀ ਆਪਸ 'ਚ ਆਰਗੂਮੈਂਟ ਹੁੰਦੀ ਹੈ, ਆਵਾਜ਼ਾਂ ਵੀ ਉੱਚੀਆਂ ਹੁੰਦੀਆਂ ਨੇ, ਹੈ ਨਾ। ਜੇ ਦਰਵਾਜ਼ੇ ਆਪਾਂ ਭੰਨਦੇ ਵੀ ਆ, ਡਰਾਰ ਵੀ ਭੰਨਦੇ ਆ ਗੁੱਸੇ ਦੇ ਵਿੱਚ, ਉਹ ਗੁੱਸਾ ਕਿਤੇ ਨਾ ਕਿਤੇ ਨਿਕਲਦਾ ਹੈ। ਰੀਅਲਿਸਟਿਕ ਗੱਲ ਹੈ, ਜ਼ਿੰਦਗੀ ਦੀ ਗੱਲ ਹੈ। ਬਿਲਕੁਲ। ਔਰ ਇਹ ਜਿਹੜਾ ਬੱਚਿਆਂ ਤੇ ਇਸ ਚੀਜ਼ ਦਾ ਅਸਰ ਹੁੰਦਾ ਹੈ, ਉਹਨਾਂ ਨੂੰ ਪਤਾ ਹੈ, ਸਭ ਪਤਾ ਹੈ। ਮਾੜੀ ਜੀ ਉੱਚੀ ਜੀ ਆਵਾਜ਼ ਵੀ ਹੋ ਜਾਵੇ ਘਰ ਦੇ ਵਿੱਚ, ਬਿਲਕੁਲ ਪਤਾ ਹੈ। ਔਰ ਬੱਚੇ ਫਿਰ ਉਹਨਾਂ ਨੂੰ ਇਹ ਸਮਝ ਨਹੀਂ ਹੁੰਦੀ ਕਿ ਇਹ ਹੋਇਆ ਕੀ ਹੈ, ਕਿਉਂ ਹੋਇਆ, ਔਰ ਨਾ ਹੀ ਉਹ ਵਿਚਾਰੇ ਕਿਸੇ ਨਾਲ ਇਸ ਬਾਰੇ ਗੱਲਬਾਤ ਕਰ ਸਕਦੇ ਜੀ, ਉਹ ਸਹਿਮ ਜਾਂਦੇ ਨੇ। ਔਰ ਬੱਚਿਆਂ ਤੇ ਇਸ ਚੀਜ਼ ਦਾ, ਉਹਨਾਂ ਦੀ ਗਰੋਥ ਤੇ ਉਹਨਾਂ ਦੀ ਡਿਵੈਲਪਮੈਂਟ ਤੇ ਇਸ ਦਾ ਬਹੁਤ ਭਾਰੀ ਅਸਰ ਹੁੰਦਾ ਹੈ। ਮੈਂ ਆਪਣੇ ਨਿੱਜੀ ਤਜਰਬੇ ਤੋਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੇ ਪਰਿਵਾਰ ਜਿੱਥੇ ਮੀਆਂ ਬੀਵੀ ਦਾ ਇਹ ਨਹੀਂ ਕਿ ਸਿਰਫ ਇੱਕ ਦੂਜੇ ਨਾਲ ਗੱਲੀ ਬਾਤੀ ਉਹ ਲੜਦੇ ਨੇ, ਜਿੱਥੇ ਮਾਰ ਕੁਟਾਈ ਹੁੰਦੀ ਹੈ। ਔਰ ਅਗਰ ਔਰਤ ਹੈ ਜਿਸ ਤੇ ਤਸ਼ੱਦਦ ਹੋ ਰਿਹਾ ਹੈ, ਅਗਰ ਉਹਨੇ ਆਪਣਾ ਮੂੰਹ ਬੰਦ ਕਰ ਲਿਆ ਕਿ ਨਹੀਂ ਚਲੋ ਮੈਂ ਬੱਚੇ ਪਾਲ ਲੈਣੇ ਨੇ, ਮੈਂ ਇੱਥੇ ਰਵਾਂਗੀ ਇਸ ਰਿਸ਼ਤੇ 'ਚ ਕਿ ਬੱਚਿਆਂ ਨੂੰ ਦੋਨੋਂ ਮਾਂ ਪਿਓ ਚਾਹੀਦੇ ਨੇ, ਸਾਲਾਂ ਬਾਅਦ ਇਹੋ ਜਿਹੇ ਕੇਸ ਫਿਰ ਮੇਰੇ ਕੋਲ ਆਉਂਦੇ ਨੇ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ। ਅੱਛਾ ਜੀ। ਔਰ ਮਾਂ ਪਿਓ ਦਾ ਤਲਾਕ, ਗੱਲ ਉੱਥੇ ਆ ਜਾਂਦੀ ਹੈ, ਉੱਥੇ ਖੜੀ ਹੈ, ਕਿਉਂਕਿ ਉਹਨਾਂ ਦੀ ਆਪਸ ਦਾ ਰਿਸ਼ਤਾ ਤੇ ਅੱਛਾ ਤੇ ਹੋਇਆ ਨਹੀਂ, ਉਹ ਸਮੇਂ ਦੇ ਨਾਲ ਉਸ ਦੇ ਵਿੱਚ ਹੋਰ ਤਣਾਅ ਹੀ ਆਉਂਦਾ ਹੈ। ਹੁਣ ਤੁਹਾਡੇ ਬੱਚੇ ਜਿਹੜੇ ਵੱਡੇ ਨੇ, ਉਹਨਾਂ 'ਚ ਬੱਚਿਆਂ ਨੇ ਵੀ ਹੁਣ ਇੱਕ ਪੱਖ ਚੁਣਨਾ, ਜਾਂ ਮਾਂ ਦਾ ਜਾਂ ਪਿਓ ਦਾ। ਹੁਣ ਤੁਹਾਡੇ ਬੱਚੇ ਜੇ ਤਾਂ ਇੱਕ ਪਾਸੇ ਨੇ, ਚਲੋ ਠੀਕ ਹੈ, ਪਰ ਕਈ ਵਾਰੀ ਬੱਚੇ ਵੀ ਵੰਡੇ ਜਾਂਦੇ ਨੇ, ਇੱਕ ਸਾਈਡ ਤੇ ਹੋ ਜਾਂਦੇ ਨੇ। ਜਾਂ ਜਦੋਂ ਉਹਨਾਂ ਬੱਚਿਆਂ ਦੇ ਨਾਲ ਗੱਲ ਮੈਂ ਕੀਤੀ ਹੈ ਖੁਦ, ਤੇ ਉਹ ਖੁਦ ਕਹਿੰਦੇ ਨੇ ਕਿ ਚੰਦਨ ਸਾਡਾ ਹੁਣ ਵਿਆਹ ਕਰਾਉਣ ਨੂੰ ਜੀ ਨਹੀਂ ਕਰਦਾ। ਇੰਨਾ ਬੈਡ ਐਕਸਪੀਰੀਅੰਸ ਕਿ ਅਸੀਂ ਸਾਰੀ ਉਮਰ ਆਹੀ ਵੇਖਿਆ ਕਿ ਰਿਸ਼ਤੇ 'ਚ ਕੀ ਰੱਖਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਦਿਖਾ ਰਹੇ ਹਾਂ ਕਿ ਇੱਕ ਮੀਆਂ ਬੀਵੀ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਹ ਸਾਡਾ ਏਮ ਹੋਣਾ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਇੱਕ ਐਗਜ਼ਾਮਪਲ ਬਣ ਕੇ ਦਿਖਾਈਏ। ਪਰ ਅਗਰ ਤੁਹਾਡੇ ਬੱਚਿਆਂ ਨੇ ਵੇਖਿਆ ਹੀ ਉਹ ਕਲੇਸ਼ ਹੀ ਵੇਖਿਆ ਜੀ, ਉਹਨਾਂ ਨੇ ਕਿੱਥੇ ਕਰਨਾ, ਜਾਂ ਤੇ ਉਹਨਾਂ ਨੂੰ ਇਹ ਲੱਗਣਾ ਕਿ ਚਲੋ ਇੱਦਾਂ ਹੀ ਹੋਣਾ ਆ, ਇਹੀ ਇਸ ਰਿਸ਼ਤੇ ਦੀ ਨੇਚਰ ਹੀ ਇਹ ਇੱਦਾਂ ਹੀ ਚੱਲਦਾ ਜੀ, ਇੱਕ ਦੂਜੇ ਦੇ ਨਾਲ ਕਲੇਸ਼ ਹੀ ਹੁੰਦਾ ਹੈ। ਉਹਨਾਂ ਦੇ ਕੋਲ ਕਿਉਂਕਿ ਉਹਨਾਂ ਦਾ ਤਜਰਬਾ ਹੀ ਉਹ ਹੈ, ਜਾਂ ਉਹਨਾਂ ਦਾ ਮਨ ਇੰਨਾ ਉੱਠ ਜਾਂਦਾ ਹੈ ਇਹ ਰਿਸ਼ਤੇ ਤੋਂ ਕਿ ਉਹ ਖੁਦ ਉਹ ਨਹੀਂ ਜੀ, ਫਿਰ ਉਹਨਾਂ ਦੇ ਜਦੋਂ ਉਹ ਵੱਡੇ ਹੁੰਦੇ ਨੇ, ਉਹਨਾਂ ਦੀ ਜਿਹੜਾ ਮਾਈਂਡ ਸੈਟ, ਉਹਨਾਂ ਦੀ ਜਿਹੜੀ ਥਿੰਕਿੰਗ ਹੈ, ਉਹਨਾਂ ਦੇ ਵਿਚਾਰ ਨੇ,
ਉਹ ਸ਼ਾਦੀ ਦੇ ਇੰਸਟੀਟਿਊਸ਼ਨ ਦੇ ਖਿਲਾਫ ਹੋ ਜਾਂਦੇ ਨੇ। ਉਹ ਵੀ ਇੱਕ ਆਪਣੇ ਆਪ 'ਚ ਇੱਕ ਸਮੱਸਿਆ ਹੈ ਜੀ। ਉਹ ਵੀ ਸੋ ਰਿਜ਼ਲਟ ਐਂਡ ਰਿਜ਼ਲਟ ਦੋਨੇ ਪਾਸੇ ਮਾੜਾ। ਜਿਹੜੇ ਘਰ 'ਚ ਕਲੇਸ਼ ਹੈ, ਜੇ ਤੁਸੀਂ ਆਪਣੀ ਲਾਈਫ ਸੈਕਰੀਫਾਈਸ ਕਰਕੇ ਇਹ ਚਾਹੁੰਦੇ ਹੋ ਵੀ ਜਵਾਕਾਂ ਨੂੰ ਅਸੀਂ ਪਾਲ ਲਈਏ, ਉਹ ਜਵਾਕ ਵਧੀਆ ਅਪਬ੍ਰਿੰਗਿੰਗ ਨਹੀਂ ਹੈ। ਇਹ ਗੱਲ ਕਲੀਅਰ ਹੋ ਗਈ। ਉਹ ਬੱਚਿਆਂ 'ਤੇ ਅਸਰ ਪਏਗਾ ਹੀ ਪਏਗਾ, ਬਿਲਕੁਲ ਪਏਗਾ। ਅੱਛਾ ਜੀ, ਜਿਹੜੀ ਪ੍ਰਕਿਰਿਆ ਹੈ ਇਹਦੀ ਉਹ ਕਦ ਸ਼ੁਰੂ ਹੋਣੀ ਚਾਹੀਦੀ ਹੈ? ਜਾਂ ਤੁਸੀਂ ਮੇਰੇ ਖਿਆਲ ਸੈਪਰੇਟ ਹੁੰਦੇ ਹੋ, ਲੀਗਲ ਨੋਟਿਸ ਅਤੇ ਵਕੀਲ ਜਦ ਹਾਇਰ ਹੁੰਦਾ ਹੈ, ਉਦੋਂ ਪਹਿਲਾਂ ਤੁਹਾਨੂੰ ਇਨਵੋਲਵ ਹੋਣ ਤੋਂ ਪਹਿਲਾਂ ਕੋਈ ਕਾਉਂਸਲਰ ਵਗੈਰਾ ਕੁਛ ਉਹ ਕਿਸੇ ਨਾ ਤਰੀਕੇ ਨਾਲ ਤੁਸੀਂ ਵੀ ਰਿਕਮੈਂਡ ਕਰਦੇ ਹੋ ਵੀ ਤੁਸੀਂ ਹਾਲੇ ਦੇਖ ਲਓ, ਐਨਾਲਾਈਜ਼ ਕਰ ਲੈਂਦੇ ਹੋ ਵੀ ਇਹ ਪੈਚਅਪ ਹੋ ਸਕਦੀ ਹੈ? ਬਿਲਕੁਲ। ਕਈ ਕੇਸਿਸ ਇਹੋ ਜਿਹੇ ਹੁੰਦੇ ਨੇ ਜਿੱਥੇ ਦੁਚਿੱਤੇ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਕਿ ਚਲੋ ਜੀ ਰੋਜ਼ ਕਲੇਸ਼ ਵਾਲੀ ਗੱਲ ਹੈ, ਕਈ ਵਾਰੀ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ। ਔਰ ਜਦੋਂ ਇਹੋ ਜਿਹੇ ਕਲਾਇੰਟਸ ਸਾਡੇ ਕੋਲ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਕਾਉਂਸਲਿੰਗ, ਮੈਰਿਜ ਕਾਉਂਸਲਿੰਗ ਦੇਖੀ ਹੈ, ਉਹਨਾਂ ਕਰਕੇ ਵੇਖੋ, ਕਿਉਂਕਿ ਆਪਣੇ ਹੁਣ ਤੇ ਪੰਜਾਬੀ ਸਪੀਕਿੰਗ ਕਾਉਂਸਲਰਸ ਵੀ ਬਹੁਤ ਹਾਂਜੀ ਹੈ ਆਪਣੀ ਕਮਿਊਨਿਟੀ ਦੇ ਵਿੱਚ। ਸੋ ਇਹ ਵੀ ਇੱਕ ਰਸਤਾ ਹੈ। ਅਗਰ ਰਿਸ਼ਤੇ ਨੂੰ ਬਚਾ ਸਕਦੇ ਹੋ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ। ਕੋਸ਼ਿਸ਼ ਕਰੋ, ਬਿਲਕੁਲ ਕੋਸ਼ਿਸ਼ ਕਰੋ। ਔਰ ਮੈਂ ਇਹੋ ਜਿਹੇ ਕੇਸਿਸ ਵੀ ਦੇਖੇ ਨੇ ਕਿ ਜਿਨ੍ਹਾਂ ਨੇ ਤਲਾਕ ਦਾ ਕੇਸ ਸ਼ੁਰੂ ਕੀਤਾ ਹੈ ਪਰ ਕਰਨ ਤੋਂ ਬਾਅਦ ਫਿਰ ਇਕੱਠੇ ਹੋ ਗਏ। ਸੋ ਜਿੱਥੇ ਉਮੀਦ ਹੈ ਕਿ ਤੁਹਾਡਾ ਰਿਸ਼ਤਾ ਫਿਰ ਤੋਂ ਠੀਕ ਹੋ ਸਕਦਾ ਆ, ਬੰਨਿਆ ਜਾ ਸਕਦਾ, ਤੁਹਾਡਾ ਪਰਿਵਾਰ ਇਕੱਠਾ ਰਹਿ ਸਕਦਾ, ਉਹਦੇ ਵਰਗੀ ਕੋਈ ਰੀਸ ਨਹੀਂ। ਅੱਛਾ ਜੀ, ਇਹ ਜਿਹੜਾ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ ਵੀ ਉਹਦਾ ਟਾਈਮ ਕਿੰਨਾ ਹੈ ਜਦ ਤੁਸੀਂ ਅਪਲਾਈ ਫਾਈਲ ਕਰਨੀ ਹੈ ਇਸ ਤਲਾਕ ਦੇ ਲਈ, ਉਦੋਂ ਪਹਿਲਾਂ ਕਿੰਨਾ ਸਮਾਂ ਤੁਹਾਡਾ ਐਡਰੈਸ ਤੁਸੀਂ ਮੂਵ ਉਹਦੇ 'ਚ ਹੋਣਾ ਚਾਹੀਦਾ? ਅਤੇ ਕੌਣ ਮੂਵ ਹੋਵੇ ਘਰ 'ਚੋਂ? ਘਰ ਦੋਨਾਂ ਦੇ ਨਾਂ ਆ, ਦੋਨਾਂ ਦੀ ਪ੍ਰੋਪਰਟੀ ਆ, ਕੌਣ ਮੂਵ ਹੋਵੇ? ਹਰੇਕ ਕੇਸ ਦਾ ਇੱਕ ਡਿਫਰੈਂਟ ਹਾਂਜੀ ਰੁਖ ਹੁੰਦਾ ਹੈ। ਸੋ ਇੱਕ ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਘਰ 'ਚੋਂ ਜਿਹੜਾ ਵੀ ਮੂਵ ਆਊਟ ਹੁੰਦਾ ਹੈ 1 ਸਾਲ ਤੇ ਤੁਹਾਨੂੰ ਵੱਖ ਰਹਿਣਾ ਹੀ ਪੈਣਾ ਤਲਾਕ ਦਾ ਆਰਡਰ ਮਿਲਣ ਤੋਂ। ਔਰ ਅਗਰ ਬੱਚੇ ਨੇ ਤਾਂ ਫਿਰ ਬੱਚਿਆਂ ਦਾ ਸਾਰਾ ਨਿਯੁਕਤ ਹੋਣਾ ਚਾਹੀਦਾ ਕਿ ਬੱਚਿਆਂ ਨੇ ਕਿਹਦੇ ਕੋਲ ਰਹਿਣਾ ਹੈ, ਕਿ ਦੂਜਾ ਪੇਰੈਂਟ ਹੈ ਉਹਨੇ ਮਿਲਣਾ ਹੈ ਬੱਚਿਆਂ ਨੂੰ, ਕਦੋਂ ਮਿਲਣਾ, ਉਹ ਸਾਰਾ ਕੁਝ ਤਕਸੀਮ ਹੋਣਾ ਚਾਹੀਦਾ। ਨਹੀਂ ਤਾਂ ਕੋਰਟ ਨੇ ਡਿਵੋਰਸ ਨਹੀਂ ਦੇਣਾ। ਸੋ ਉਹ ਕੌਣ ਕਰੂਗਾ ਜੀ ਡਿਸਾਈਡ? ਉਹ ਆਪਾਂ ਆਪਸ 'ਚ ਵੀ ਕਰ ਸਕਦੇ ਹਾਂ, ਵਕੀਲਾਂ ਦੇ ਥਰੂ। ਹਾਂਜੀ, ਜਿਹੜੇ ਦੋ ਜਣੇ ਨੇ ਜਿਹੜੇ ਸੈਪਰੇਟ ਹੋਏ ਨੇ ਉਹ ਖੁਦ ਬਹਿ ਕੇ ਇਹਦਾ ਫੈਸਲਾ ਕਰ ਸਕਦੇ ਆ, ਤੇ ਆਪਾਂ ਉਹਨੂੰ ਫਿਰ ਲਿਖਤੀ ਰੂਪ 'ਚ ਲਿਖ ਸਕਦੇ ਆ। ਬੱਚਿਆਂ ਨੂੰ ਖਰਚਾ, ਬੱਚਿਆਂ ਦਾ ਖਰਚਾ ਉਹ ਵੀ ਬਹੁਤ ਜ਼ਰੂਰੀ ਹੈ। ਜਦ ਤੱਕ ਉਹ ਨਿਯਮਿਤ ਨਹੀਂ ਹੁੰਦਾ ਵੀ ਬੱਚਿਆਂ ਦੇ ਵਾਸਤੇ ਚਾਈਲਡ ਸਪੋਰਟ ਕਿੰਨੀ ਦਿੱਤੀ ਜਾਣੀ ਹੈ, ਕੋਰਟ ਨੇ ਡਿਵੋਰਸ ਨਹੀਂ ਦੇਣਾ, ਭਾਵੇਂ ਤੁਸੀਂ 10 ਸਾਲ ਵੱਖ-ਵੱਖ ਰਹਿ ਲਓ। ਤੇ ਹਾਊਸ ਹੋਲਡ ਦਾ ਖਰਚ ਜੀ, ਘਰ ਆ ਕੋਈ ਉਹਦੀ ਮੌਰਗੇਜ, ਉਹ ਕੌਣ ਕਰੇਗਾ ਜੀ? ਡਿਪੈਂਡ ਅਗੇਨ ਫਿਰ ਤੋਂ ਅਗਰ ਫੋਰ ਐਗਜ਼ਾਮਪਲ ਇਹ ਅਰੇਂਜਮੈਂਟ ਕਰਨੇ ਪੈਣੇ ਨੇ, ਫਿਰ ਵੀ ਅੱਡ ਹੋਣਾ, ਫਿਰ ਵੀ ਕਮਾਲ। ਬਿਲਕੁਲ। ਆਪਾਂ ਨੂੰ, ਮੈਂ ਹਮੇਸ਼ਾ ਕਲਾਇੰਟਸ ਨੂੰ ਇਹ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਪਹਿਲੇ 6 ਮਹੀਨੇ ਹੁੰਦੇ ਆ ਨਾ, ਉਹ ਸਭ ਤੋਂ ਔਖੇ ਹੁੰਦੇ ਆ, ਕਿਉਂਕਿ ਸਾਨੂੰ ਆਦਤ ਅਸੀਂ ਹੈ ਨਾ, ਬਹੁਤ ਔਖਾ ਹੈ, ਸੌਖਾ ਨਹੀਂ ਹੈ, ਬਿਲਕੁਲ ਨਹੀਂ ਜੀ, ਬਹੁਤ ਔਖਾ ਹੈ। ਔਰ ਆਪਾਂ ਨੂੰ ਆਦਤ ਪੈ ਜਾਂਦੀ ਹੈ, ਅਸੀਂ ਜਿਸ ਵੀ ਮਾਹੌਲ ਦੇ ਵਿੱਚ ਰਹਿੰਦੇ ਆ ਨਾ, ਚਾਹੇ ਕਲੇਸ਼ 'ਚ ਰਹੀਏ ਪਰ ਇਕੱਠੇ ਰਹਿ ਰਹੇ, ਔਰ ਇਸ ਚੀਜ਼ ਦੀ ਆਦਤ ਵੀ ਹੋ ਜਾਂਦੀ ਹੈ ਸਾਨੂੰ। ਸੋ ਆਦਤ ਤੋਂ ਦੂਰ ਹੋਣਾ, ਨਵੀਆਂ ਆਦਤਾਂ ਡਿਵੈਲਪ ਕਰਨੀਆਂ, ਔਰ ਇਹ ਸਾਰਾ ਜਿਹੜਾ ਆਪਣੀ ਜ਼ਿੰਦਗੀਆਂ, 2 ਜ਼ਿੰਦਗੀਆਂ ਤੁਸੀਂ ਇੱਕ ਕੀਤੀਆਂ ਸੀ, ਹੁਣ ਤੁਸੀਂ ਫਿਰ 1 ਤੋਂ 2 ਹੋਣਾ ਹੈ, ਉਹਦੇ 'ਚ ਸਮਾਂ ਤਾਂ ਲੱਗਣਾ ਹੈ। ਬਾਹਰਲੀ ਦਖਲਅੰਦਾਜ਼ੀ ਚੰਦਨ ਜੀ, ਇੱਕ ਤਾਂ ਹੈ ਤੁਸੀਂ ਪ੍ਰੋਫੈਸ਼ਨਲ ਲਾਅ ਦੇ ਵਿੱਚ ਪੜ੍ਹਾਈ ਕੀਤੀ ਆ, ਆਰਟੀਕਲਿੰਗ ਕੀਤੀ ਆ, ਤਜਰਬਾ ਲਿਆ, ਤੇ ਤੁਹਾਨੂੰ ਪਤਾ ਮੇਰਾ ਆਹ ਫਰੇਮਵਰਕ ਆ, ਇਹਦੇ ਵਿੱਚ ਬੀਇੰਗ ਏ ਲਾਇਰ ਚੰਦਨ ਸੱਭਰਵਾਲ ਮੈਂ ਆਹ ਕਹਿ ਸਕਦੀ ਹਾਂ, ਬੀਇੰਗ ਏ ਸਿਸਟਰ ਔਰ ਬੀਇੰਗ ਏ ਕਲੋਜ਼ ਵਨ ਮੈਂ ਆਹ ਕਹਿ ਸਕਦੀ ਹਾਂ। ਵੀ ਆਹ ਮੈਂ ਤੈਨੂੰ ਦੱਸ ਨਹੀਂ ਰਹੀ, ਪਰ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਜਿਹੜਾ ਬਾਹਰਲੀ ਦਖਲਅੰਦਾਜ਼ੀ ਹੈ, ਦੋਨਾਂ ਤੋਂ ਬਿਨਾਂ, ਰਿਸ਼ਤੇਦਾਰ, ਭੈਣ ਭਾਈ, ਬਲੱਡ ਰਿਲੇਸ਼ਨ, ਉਹਨਾਂ ਨੂੰ ਕਦ ਅਸੀਂ ਕਹਿਣਾ ਵੀ ਤੁਸੀਂ ਇੰਟਰਵੀਨ ਨਹੀਂ ਕਰਨਾ? ਇਹੋ ਜਿਹੀ ਸਿਚੁਏਸ਼ਨ ਕਦ ਆਉਣੀ ਚਾਹੀਦੀ? ਮੇਰੇ ਹਿਸਾਬ ਦੇ ਨਾਲ ਨਿੱਜੀ ਤਜਰਬਾ, ਇੱਕ ਇਨਸਾਨ ਹੋਣ ਦੇ ਨਾਤੇ, ਜਿਹੜਾ ਇੱਕ ਮੀਆਂ ਬੀਵੀ ਦਾ ਰਿਸ਼ਤਾ ਹੈ, ਮੇਰੇ ਹਿਸਾਬ ਦੇ ਨਾਲ ਇਸ ਤੋਂ ਡੂੰਘਾ ਰਿਸ਼ਤਾ ਕੋਈ ਨਹੀਂ ਹੈ। ਬਿਲਕੁਲ ਠੀਕ। ਤੁਸੀਂ ਆਪਣੀ ਜ਼ਿੰਦਗੀ ਇਕੱਠੇ ਬਣਾਉਣੀ ਹੈ, ਤੁਹਾਡੇ ਬੱਚੇ ਨੇ, ਅਗਰ ਬੱਚੇ ਨੇ, ਤੁਹਾਡਾ ਇੱਕ ਵੱਖਰਾ ਹੀ, ਤੁਹਾਡਾ ਇੱਕ ਦੁਨੀਆ ਤੁਹਾਡੀ ਵੱਖਰੀ ਹੈ, ਉਹੀ ਉਹਦੇ 'ਚ ਹੀ ਹੋ ਤੁਸੀਂ, ਤੁਹਾਡਾ ਉਹ ਦਾਇਰਾ ਹੈ, ਜਿੱਥੇ ਇਸ ਦਾਇਰੇ ਦੇ ਵਿੱਚ
ਕਿਸੇ ਦੀ ਵੀ ਦਖਲਅੰਦਾਜ਼ੀ ਜਿਸ ਦਿਨ ਸ਼ੁਰੂ ਹੋ ਗਈ ਉਦਣ ਗਿਆਗਾ, ਉਦਣ ਕੰਮ ਤੁਹਾਡਾ ਹੌਲੇ-ਹੌਲੇ ਖਰਾਬ ਹੋਣਾ ਸ਼ੁਰੂ ਹੋ ਜਾਣਾ। ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣਾ ਇੱਕ ਆਈਲੈਂਡ ਬਣਾ ਕੇ ਉੱਥੇ ਬਿਲਕੁਲ ਹੀ ਸਾਰਿਆਂ ਤੋਂ ਦੂਰ ਰਹਿਣਾ, ਨਹੀਂ, ਤੁਸੀਂ ਮਿਲੋ ਵਰਤੋ, ਰਿਸ਼ਤੇਦਾਰਾਂ ਜਾਣਾ, ਬਿਲਕੁਲ ਜੀ। ਉਹ ਵੀ ਸੋਸ਼ਲ ਐਨੀਮਲਸ, ਹਾਂ, ਉਹਦੇ ਬਿਨਾਂ ਔਖਾ ਹੈ, ਅਸੀਂ ਨਹੀਂ ਰਹਿ ਸਕਦੇ ਵਿਦਆਊਟ ਸੋਸ਼ਲਾਈਜ਼ਿੰਗ। ਇਹ ਬਾਕੀ ਰਿਸ਼ਤੇ ਵੀ ਜ਼ਰੂਰੀ ਨੇ, ਬਹੁਤ ਜ਼ਰੂਰੀ ਨੇ, ਪਰ ਜਿਹੜਾ ਇੱਕ ਮੀਆਂ ਬੀਵੀ ਦਾ ਰਿਸ਼ਤਾ ਹੈ, ਇਹਦੇ ਵਿੱਚ ਜਦੋਂ ਕੋਈ ਵੀ ਤੀਸਰਾ ਆ ਗਿਆ, ਉਦੋਂ ਹੀ ਤੁਹਾਡੀ ਡਾਊਨਫਾਲ ਜਿਹੜੀ ਹੈ ਮੇਰੇ ਹਿਸਾਬ ਦੇ ਨਾਲ ਸ਼ੁਰੂ ਹੋ ਜਾਂਦੀ ਹੈ। ਜਿੱਦਣ ਕੋਈ ਆ ਕੇ ਤੁਹਾਨੂੰ ਡਿਸੀਜਨ ਦੇਣ ਲੱਗ ਗਿਆ। ਬਿਲਕੁਲ ਬਿਲਕੁਲ। ਔਰ ਆਈ ਥਿੰਕ ਜਿਹੜੇ ਕਪਲਸ, ਜਿਹੜੇ ਮੀਆਂ ਬੀਵੀ ਦੀ ਜੋੜੀ ਸਫਲ ਹੈ, ਉਹਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਬਹੁਤ ਹੀ ਪੱਕੀ ਹੁੰਦੀ ਆ। ਵੀ ਆਈ ਚਲੋ ਜਾਈ ਚਲੋ, ਸਾਡਾ ਫਰਕ ਨਹੀਂ ਪੈਣਾ। ਔਰ ਹੌਲੇ ਹੌਲੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਇਹ ਸਮਝ ਆ ਜਾਂਦੀ ਹੈ ਕਿ ਅੱਛਾ ਇੱਥੇ ਨਹੀਂ ਗੱਲ ਬਣਦੀ ਨਾ ਭਾਈ, ਇਹਨਾਂ ਨੂੰ ਮੈਂ ਇੱਕ ਜਣੇ ਨੂੰ ਕੁਝ ਕਹਿਣਾ ਹੈ, ਇਹ ਆਪਸ ਵਿੱਚ ਗੱਲ ਕਰ ਲੈਣ, ਇਹਨਾਂ ਨੇ ਗੱਲ ਕਰਨੀ ਹੈ। ਸੋ ਫਿਰ ਉਹ ਹੌਲੇ ਹੌਲੇ ਜਿਹੜੇ ਤੁਹਾਡੇ ਰਿਸ਼ਤੇਦਾਰ ਵੀ ਆ ਨਾ, ਉਹ ਵੀ ਪਰੇ ਹੁੰਦੇ ਜਾਂਦੇ ਨੇ ਕਿ ਓਕੇ ਭਾਈ ਇੱਥੇ ਤਾਂ ਨਹੀਂ ਕੋਈ ਫਾਇਦਾ। ਉਹਨਾਂ ਨੇ ਫਿਰ ਆਪਣੀ ਦਖਲਅੰਦਾਜ਼ੀ ਹੀ ਬੰਦ ਕਰ ਦੇਣੀ ਹੈ, ਉਹ ਕੋਈ ਹੋਰ ਲੱਭਣਗੇ ਕਿਉਂਕਿ ਉਹਨਾਂ ਦੀ ਵੀ ਆਦਤ ਆ ਨਾ। ਬਿਲਕੁਲ ਜੀ। ਅੱਛਾ ਚੰਦਨ ਜੀ, ਇੱਕ ਹੋਰ ਬੜੇ ਇਸ਼ੂ ਦੇ ਵਿੱਚ ਜਦ ਮੈਂ ਸਾਨੂੰ ਫੋਨ ਕਾਲਸ ਕੋਈ ਰਿਸ਼ਤੇਦਾਰਾਂ ਦੀਆਂ, ਦੋਸਤਾਂ ਦੀਆਂ ਆਉਂਦੀਆਂ, ਉੱਥੇ ਫਿਰ ਜਿਹੜੀ ਵੱਡੀ ਗੱਲ ਹੁੰਦੀ ਹੈ ਜਦ ਵਿੱਤੀ ਕਿਸੇ ਨੂੰ ਧੋਖਾ ਮਿਲਦਾ। ਘਰ ਹੈ, ਜੁਆਇੰਟ ਅਕਾਊਂਟ ਹੈ, ਉਹਦੇ 'ਤੇ ਘਰ 'ਤੇ ਲਾਈਨ ਆਫ ਕ੍ਰੈਡਿਟ ਹੈ, ਅਤੇ ਦੂਜੇ ਜਿਹਨੂੰ ਪਤਾ ਇੱਕ ਬੰਦਾ ਡੋਮੀਨੇਟ ਕਰ ਰਿਹਾ, ਕੋਈ ਵੀ ਡੋਮੀਨੇਟ ਕਿਸੇ ਘਰ 'ਚ ਕਰ ਸਕਦਾ, ਉਹਨੂੰ ਪਤਾ ਵੀ ਮੈਂ ਹੁਣ 3 ਮਹੀਨੇ ਨੂੰ ਜਾਂ 2 ਮਹੀਨੇ ਨੂੰ ਇੱਦੋਂ ਮੈਂ ਪਰਾਂ ਹੋਣਾ, ਉਹ ਚੱਕ ਕੇ ਪੈਸੇ ਲੈ ਜਾਂਦਾ ਜੀ। ਅਤੇ ਪਰ ਹਲੇ ਨਾ ਸੈਪਰੇਸ਼ਨ ਹੋਈ ਹੈ, ਨਾ ਕੋਈ ਪੇਪਰ ਫਾਈਲ ਹੋਏ ਨੇ, ਉਹਨੂੰ ਉਹ ਲਿਜਿਟ ਕਰਦਾ ਵੀ ਮੈਂ ਇਹ ਇੱਥੇ ਲਾਇਆ ਇੰਨੇ। ਅੱਛਾ ਬੈਂਕ ਦੇ ਵਿੱਚ ਜਦ ਜਾਂਦੇ ਹੋ ਤੁਸੀਂ, ਉਹ ਕਹਿੰਦੇ ਵੀ ਤੁਹਾਡਾ ਜੁਆਇੰਟ ਸੀ, 1 ਸਾਈਨ ਬੰਦੇ ਦਾ ਸਾਈਨ ਸੀ, ਸੋ ਤੂੰ ਇਹ ਐਕਨੋਲਜ ਕੀਤਾ ਹੋਇਆ, ਅਸੀਂ ਤੈਨੂੰ ਸੇਫ ਨਹੀਂ ਕਰ ਸਕਦੇ, ਸਿਕਿਉਰ ਨਹੀਂ ਕਰ ਸਕਦੇ। ਉੱਥੇ ਕੀ ਖਿਆਲ ਰੱਖਣ ਦੀ ਲੋੜ ਹੈ? ਜਿੱਥੇ ਤੁਹਾਨੂੰ ਆਪਣਾ ਰਿਸ਼ਤਾ ਡਾਵਾਂਡੋਲ ਲੱਗੇ, ਕਿਉਂਕਿ ਇਹ ਨਹੀਂ, ਬਹੁਤ ਹੀ ਘੱਟ ਕੇਸਿਸ 'ਚ ਹੁੰਦਾ ਕਿ ਸਡਨਲੀ ਇਹ ਕੀ ਹੋ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਤੁਹਾਨੂੰ ਜਿਹੜਾ ਇਸ਼ਾਰੇ ਆ ਨਾ, ਕੁਝ ਸਮਾਂ ਪਹਿਲਾਂ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਨੇ। ਔਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਰਿਸ਼ਤਾ ਜਿਹੜਾ ਡਾਵਾਂਡੋਲ ਹੈ, ਤੇ ਉਸ ਸਮੇਂ ਤੁਹਾਨੂੰ ਥੋੜ੍ਹਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਅਗਰ ਤੁਹਾਡੀ ਜੁਆਇੰਟ ਲਾਈਨ ਆਫ ਕ੍ਰੈਡਿਟ ਹੈ, ਤੁਹਾਨੂੰ ਪਤਾ ਹੈ ਕਿ ਮੀਆਂ ਜਾਂ ਬੀਵੀ ਦੋਨਾਂ 'ਚੋਂ ਜਿਹੜਾ ਵੀ ਹੈ ਇਹ ਕੁਛ ਵੀ ਕਰ ਸਕਦੇ ਆ, ਜਾਂ ਇਹਨਾਂ ਨੂੰ ਸਲਾਹ ਦੇ, ਇਹਨਾਂ ਦੇ ਸਲਾਹਕਾਰ ਇਹਨਾਂ ਨੂੰ ਗਲਤ ਸਲਾਹ ਦੇ ਸਕਦੇ ਆ, ਫਿਰ ਤੁਹਾਨੂੰ ਖੁਦ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਪ੍ਰਤੀ, ਆਪਣੇ ਬੱਚਿਆਂ ਪ੍ਰਤੀ, ਕਿ ਤੁਸੀਂ ਜਾਂ ਤੇ ਵਕੀਲ ਦੀ ਸਲਾਹ ਲਓ, ਜਾਂ ਤੁਸੀਂ ਬੈਂਕ 'ਚ ਜਾ ਕੇ ਕਹੋ ਕਿ ਭਾਈ 2 ਸਾਈਨ ਚਾਹੀਦੇ ਆ, ਦੋਨਾਂ ਦੇ ਸਾਈਨ ਹੋਣੇ, ਜਾਂ ਉਹਨੂੰ ਬੰਦ ਹੀ ਕਰ ਦਿਓ, ਕਲੋਜ਼ ਹੀ ਕਰ ਦਿਓ, ਬਿਲਕੁਲ ਹੀ ਖਤਮ ਹੀ ਕਰ ਦਿਓ ਉਹ ਲਾਈਨ ਆਫ ਕ੍ਰੈਡਿਟ ਨੂੰ। ਕਿਉਂਕਿ ਹੁੰਦਾ ਹੈ ਜੀ ਇਸ ਤਰ੍ਹਾਂ, ਬਹੁਤ ਜ਼ਿਆਦਾ ਹੋ ਰਿਹਾ। ਉਹ ਤਾਂ ਕਿ ਫਿਰ ਦੌੜਦੇ ਨੇ। ਕਈ ਕੇਸਿਸ 'ਚ ਇਹ ਹੁੰਦਾ ਕਿ ਰੇਸ ਲੱਗਦੀ ਹੈ ਕਿ ਕਿਹੜਾ ਪਹਿਲਾਂ ਪਹੁੰਚੇਗਾ ਬੈਂਕ 'ਚ, ਕਿਹੜਾ ਪਹਿਲਾਂ ਚੱਕ ਕੇ ਪੈਸੇ ਉਹਨਾਂ ਨੂੰ ਇੱਧਰ ਉੱਧਰ ਕਰੇਗਾ। ਪਰ ਉਹਦੀ ਕੋਈ ਫਿਰ ਟ੍ਰੇਲ ਲੈ ਕੇ ਤੁਸੀਂ ਐਜ਼ ਏ ਵਕੀਲ ਲੱਭ ਤਾਂ ਲੈਂਦੇ ਹੋ ਵੀ ਭਾਈ ਤੂੰ 2 ਲੱਖ ਸਾਂਝੇ ਅਕਾਊਂਟ 'ਚੋਂ ਲੈ ਗਿਆ, ਕਿੱਥੇ ਲੈ ਗਿਆ, ਕਿਹਨੂੰ ਕਰਨਾ ਸੀ। ਅੱਛਾ ਕਈ ਉਹਦੇ ਵਿੱਚ ਫਿਰ ਮਾਪਿਆਂ ਦਾ ਲੈ ਲੈਂਦੇ ਨੇ, ਕਿਉਂਕਿ ਮਾਪੇ ਫਿਰ ਜਿਹੜੇ ਕੈਂਡੀਡੇਟ ਦੇ ਵੱਲ ਹੋਣਾ, ਇੱਕ ਨੇ ਉਹਦੇ ਵੱਲ, ਇੱਕ ਮਾਪਿਆਂ ਨੇ ਉੱਧਰ ਹੋਣਾ, ਕ੍ਰਾਸ ਤਾਂ ਇਹ ਹੋਣਾ ਨਹੀਂ ਬਈ ਸੱਸ ਸਹੁਰਾ ਉਹਦਾ ਪਿਆਰ ਕਰਨਾ ਉਹਨਾਂ ਨੂੰ। ਅਤੇ ਜਦ ਅਲੱਗ-ਅਲੱਗ ਹੋ ਜਾਂਦੇ ਨੇ, ਫਿਰ ਉਹ ਕਹਿੰਦੇ ਨੇ ਵੀ ਇਹ ਤਾਂ ਮੈਂ ਤਾਂ ਘਰ ਦੇ ਲਈ ਮਾਪਿਆਂ ਤੋਂ ਲਿਆ ਸੀ, ਮੈਂ ਇਹ ਤੋਂ ਲਿਆ ਸੀ, ਮੈਂ ਉਹ ਤੋਂ ਲਿਆ ਸੀ, ਉਹਦਾ ਐਕਸਕਿਊਜ਼ ਬਣਾਉਂਦੇ ਨੇ। ਕੀ ਲਾਅ ਐਕਸਕਿਊਜ਼ ਮੰਨਦਾ ਜਾਂ ਇਹਦੇ ਲਈ ਕੰਕਰੀਟ ਐਵੀਡੈਂਸ ਚਾਹੀਦਾ? ਕੰਕਰੀਟ ਐਵੀਡੈਂਸ ਬੈਸਟ ਹੈ। ਜੇ ਸੋ ਫੋਰ ਐਗਜ਼ਾਮਪਲ, ਕਿਉਂਕਿ ਇਹੋ ਜਿਹੇ ਕੇਸ ਆਉਂਦੇ ਨੇ ਜਿੱਥੇ ਉਹਨਾਂ ਨੇ ਚੱਕੇ ਆ ਜੀ ਪੈਸੇ, ਉਹ ਤਾਂ ਮੈਂ ਫਲਾਨੇ ਦੇ ਪੈਸੇ ਦੇਣੇ ਸੀਗੇ, ਮੈਂ ਮੋੜ ਤੇ, ਓਕੇ ਤੁਹਾਡੇ ਕੋਲ ਕੋਈ ਐਗਰੀਮੈਂਟ ਹੈ, ਕਾਨੂੰਨ ਨੇ ਸਬੂਤ ਮੰਗਣੇ ਆ। ਔਰ ਜਿਹੜਾ ਦੂਜਾ ਵਕੀਲ ਹੈ, ਅਗਰ ਮਾਹਿਰ ਵਕੀਲ ਹੈ, ਤੇ ਉਹਨੇ ਤੁਹਾਡੇ ਤੋਂ ਸਵਾਲ ਉਹੋ ਜਿਹੇ ਪੁੱਛਣੇ ਨੇ, ਭੱਜਣ ਨਹੀਂ ਦੇਣਾ ਉਹਨੇ, ਉਹਨੇ ਤੁਹਾਨੂੰ ਕਿਤੇ ਨਾ ਕਿਤੇ ਖੂੰਜੇ ਲਗਾ ਦੇਣਾ ਹੈ। ਅੱਛਾ ਸਾਂਝਾ ਘਰ ਹੈ, ਦੋਨਾਂ ਨੇ ਇਕੱਠੇ ਪੈਸੇ ਪਾਏ, 10 ਲੱਖ ਦਾ ਘਰ ਹੈ, 3 ਲੱਖ ਦੀ ਲਾਈਨ ਆਫ ਕ੍ਰੈਡਿਟ ਹੈ, ਅਤੇ 3 ਲੱਖ ਦੀ ਲਾਈਨ ਆਫ ਕ੍ਰੈਡਿਟ ਲੈ ਕੇ ਬੰਦਾ ਇੱਕ ਭੱਜ ਗਿਆ। ਉਹਦੇ ਬਾਅਦ ਤੁਸੀਂ ਉਹ ਪ੍ਰੋਪਰਟੀ ਡਿਵਾਈਡ ਕਰਨੀ ਹੈ। 10 ਲੱਖ ਦੇ ਵਿੱਚੋਂ ਕੋਈ ਜੇ ਮੌਰਗੇਜ 3 ਲੱਖ ਦੀ ਹੋਇਆ, 7 ਲੱਖ ਤੋਂ ਤਾਂ ਤੁਸੀਂ ਦੇਤਾ ਜੀ। ਜੇ ਉਹ 3 ਲੱਖ ਜਿਹੜਾ ਲੈ ਕੇ ਭੱਜਿਆ ਤੁਸੀਂ ਸਿੱਧ ਕਰਤਾ ਵੀ ਇਹ ਚੋਰ ਹੈ, ਉਹ 3 ਲੱਖ ਫਿਰ ਰਿਕਵਰ ਹੋ ਜਾਂਦਾ? ਬਿਲਕੁਲ ਜੀ, ਕਿਉਂਕਿ ਉਹ ਘਰ ਦੇ ਵਿੱਚ ਇੰਨੀ ਐਕੁਇਟੀ ਹੈਗੀ ਹੈ। ਪੰਗੇ ਉੱਥੇ ਪੈਂਦੇ ਨੇ ਜਿੱਥੇ ਐਕੁਇਟੀ ਸਾਰੀ ਹੀ ਚੱਕ ਕੇ ਲੈ ਕੇ ਇੱਧਰ ਉੱਧਰ ਕਰਤੀ ਹੈ। ਜਾਂ ਕਈ ਇਹੋ ਜਿਹੇ ਧੁਰੰਦਰ ਨੇ ਜਿਹੜੇ
ਉਹਨਾਂ ਦੇ ਸ਼ੁਰੂ ਤੋਂ ਹੀ ਮਨ 'ਚ ਚੋਰ ਹੁੰਦਾ ਹੈ। ਹਾਂ, ਫਿਰ ਹੌਲੀ ਹੌਲੀ ਲੈ ਜਾਂਦੇ ਉਹਨਾਂ ਨੇ। ਨੇ ਹੌਲੀ ਹੌਲੀ ਆਪਣਾ ਜਿਹੜਾ ਹੈ ਨਾ ਕੁਛ ਗਲਤ ਕਸਮਾਨ ਪਾਈ ਦੇਣਾ ਹੈ। ਉਹਨਾਂ ਨੇ ਪਹਿਲਾਂ ਤੋਂ ਹੀ ਉਹਨਾਂ ਦੀ ਪਲੈਨਿੰਗ ਸ਼ੁਰੂ ਹੁੰਦੀ ਹੈ ਕਿ ਮੈਂ ਪੈਸੇ, ਕਈ ਤਾਂ ਕੈਸ਼ ਵੀ ਕੰਮ ਕਰਦੇ ਨੇ, ਓਹੋ, ਉਹ ਵੀ ਕੰਮ ਖਰਾਬ ਹੈ, ਜਾਂ ਆਪਣੇ ਭਾਈਬੰਦ ਹੁੰਦੇ ਨੇ ਉਹਨਾਂ ਨੇ ਹੌਲੀ ਹੌਲੀ ਪੈਸੇ ਇੱਧਰ ਉੱਧਰ ਕਰ ਇੱਧਰ ਰੱਖ ਦਿਓ ਫਿਰ ਦੇ ਦਿਓ। ਔਰ ਉਹ ਫਿਰ ਔਖਾ ਹੈ, ਨਾਮੁਮਕਿਨ ਨਹੀਂ ਪਰ ਔਖਾ ਹੈ, ਕਿਉਂਕਿ ਫਿਰ ਉਹਨੂੰ ਸਿੱਧ ਕਰਨ ਵਾਸਤੇ ਸਮਾਂ ਵੀ ਲੱਗਦਾ, ਵਕੀਲਾਂ ਤੇ ਪੈਸੇ ਵੀ ਲੱਗਦੇ ਆ। ਜਿਹੜੇ ਆਪਾਂ ਰੈਕਡ ਕਢਾਣੇ ਹੁੰਦੇ ਆ ਬੈਂਕਾਂ ਤੋਂ, ਸੌਖਾ ਨਹੀਂ ਜੀ, ਸੌਖਾ ਨਹੀਂ ਹੈ। ਇਹਦੇ 'ਚ ਫਿਰ ਪੇਸ਼ੈਂਸ ਚਾਹੀਦੀ ਹੈ, ਸਬਰ ਚਾਹੀਦਾ। ਔਰ ਜਦੋਂ ਸੈਪਰੇਸ਼ਨ ਹੁੰਦੀ ਹੈ, ਸਬਰ ਫਿਰ ਟੁੱਟ ਜਾਂਦਾ ਜੀ, ਉਹ ਹੁੰਦਾ ਨਹੀਂਗਾ। ਉਹਦੇ 'ਚ ਤੁਹਾਡੇ ਕਿੰਨੇ ਦਿਮਾਗ 'ਚ ਕਿੰਨੀਆਂ ਚੀਜ਼ਾਂ ਘੁੰਮ ਰਹੀਆਂ ਹੁੰਦੀਆਂ ਕਲਾਇੰਟ ਤੇ, ਉਹਨਾਂ ਨੂੰ ਫਿਰ ਪਲੈਸੇਟ ਕਰਨਾ ਕਿ ਨਹੀਂ ਭਾਈ ਸਬਰ ਰੱਖੋ, ਹੋਏਗਾ ਪਰ ਸਮਾਂ ਲੱਗਦਾ ਹੈ। ਜਿਹੜਾ ਉਹ ਐਗਰੀਮੈਂਟ ਹੈ ਜਿਹਨੂੰ ਪ੍ਰੀ ਨੈਪਚੂਲ ਕਹਿੰਦੇ ਹੋ ਤੁਸੀਂ, ਹਾਂਜੀ, ਉਹ ਟੂਲ ਨੂੰ ਮੈਨੂੰ ਦੱਸਿਓ ਵੀ ਮੈਂ ਉਹ ਇਸ ਤਰ੍ਹਾਂ ਸੋਚਦਾ ਜਿਹੜੀ ਆਧਾਰ ਹੈ ਉਹ ਬਣ ਗਿਆ ਤੇ ਉਹ ਕਿੰਨਾ ਕੁ ਦੂਰ ਜਾਊ। ਪਰ ਇੱਥੇ ਦੇ ਐਗਜ਼ਾਮਪਲ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਪਹਿਲਾਂ ਆਪਣੀ ਜ਼ਿੰਦਗੀ 'ਚ ਦੋਨੇ ਕੁੜੀ ਨੇ ਤੇ ਮੁੰਡੇ ਨੇ ਜੀ, ਉਹ $2-4 ਲੱਖ ਲਈ ਫਿਰਦਾ, ਉਹ ਲਈ ਫਿਰਦਾ, ਉਹ ਕਹਿੰਦੇ ਆਪਾਂ ਦੋਨੇ ਹੀ ਇਸ ਤਰ੍ਹਾਂ ਕਰ ਲਈਏ, ਮੈਂ ਆਪਣੀ ਸੇਫ ਰੱਖਣਾ ਚਾਹੁੰਦਾ, ਤੂੰ ਇੱਥੋਂ ਜ਼ੀਰੋ ਤੋਂ ਸਟਾਰਟ ਕਰ ਲਓ ਜਾਂ ਲੱਖ ਪਾ ਲਓ, ਇੱਕ ਬਿਜ਼ਨਸ ਵਾਂਗੂ ਵੀ ਸ਼ੁਰੂ ਕਰੀ। ਉਹ ਟੂਲ ਬਾਰੇ ਤੁਸੀਂ ਕੀ ਸੋਚਦੇ ਹੋ? ਉਹ ਲਾਅ ਬਾਰੇ ਕੀ ਸੋਚਦੇ ਹੋ? ਇਜ਼ ਇਟ ਗੁੱਡ? ਇਟਸ ਨਾਟ ਬੈਡ। ਓਕੇ, ਰੀਜ਼ਨ ਇਹ ਆਈ ਥਿੰਕ ਜਦੋਂ ਮੇਰੀ ਜਨਰੇਸ਼ਨ, ਜਦੋਂ ਸਾਡੇ ਵਿਆਹ ਹੋਏ ਸੀਗੇ, ਉਦੋਂ ਵਿਆਹ ਛੇਤੀ ਹੋ ਜਾਂਦੇ ਸੀਗੇ। ਛੇਤੀ ਇਨ ਦਾ ਸੈਂਸ ਕਿ mid-20s, ਇਹ ਵੀ ਨਹੀਂ ਕਿ ਲਾਈਕ ਬਹੁਤ ਛੇਤੀ ਬਈ ਪਰਿਵਾਰ ਭਾਈ ਸੈੱਟ ਕਰੋ, ਵਿਆਹ ਕਰੋ ਆਪਣੇ ਜਦੋਂ ਤੁਹਾਡੀ ਕੁਆਲੀਫਿਕੇਸ਼ਨ ਫਿਨਿਸ਼ ਹੋਈ ਵਿਆਹ ਕਰੋ। ਸਾਡੇ ਕੋਲ ਉਦੋਂ ਕੁਝ ਹੁੰਦਾ ਨਹੀਂ ਸੀ, ਸ਼ੁਰੂ ਹੀ ਕੀਤੀ, ਆਪਣੀ ਸ਼ੁਰੂਆਤ ਹੁੰਦੀ ਹੈ। ਹੁਣ ਜਿਹੜਾ ਹੈ ਜੋ ਅਸੀਂ ਅੱਜ ਕੱਲ੍ਹ ਵੇਖ ਰਹੇ ਹਾਂ, ਜਿਹੜੇ ਬੱਚੇ ਨੇ ਉਹਨਾਂ ਦੇ ਵਿਆਹ ਜ਼ਿਆਦਾ 30s ਦੇ ਵਿੱਚ ਹੋ ਰਹੇ ਨੇ, ਲੇਟ ਹੋ ਰਹੇ ਨੇ। ਇਹ ਕੋਈ ਮਾੜੀ ਗੱਲ ਨਹੀਂ ਹੈ, ਪਰ ਇੰਨਾ ਹੈ ਕਿ ਬੱਚੇ ਇਸਟੈਬਲਿਸ਼ ਹੋ ਚੁੱਕੇ ਨੇ, ਕਿਉਂਕਿ ਉਹਨਾਂ ਦੀ ਕੁਆਲੀਫਿਕੇਸ਼ਨ ਹੈ, ਉਹਨਾਂ ਨੇ ਪੈਸੇ ਬਣਾਏ ਨੇ ਜਿੱਦਾਂ ਵੀ ਬਣਾਏ ਨੇ, ਔਰ ਇਹਦੇ 'ਚ ਕੁਝ ਗਲਤ ਨਹੀਂ ਹੈ ਅਗਰ ਉਹ ਜਿਹੜੀ ਆਪਣੀ ਸੇਵਿੰਗਸ ਆ ਉਹਨੂੰ ਸੇਫ ਰੱਖਣਾ ਚਾਹੁੰਦੇ ਆ। ਔਰ ਜਿਹੜੀ ਚੀਜ਼ ਇਕੱਠੀ ਬਣਾਉਣਗੇ ਉਹ ਉਹਨਾਂ ਦੀ ਇਕੱਠਿਆਂ ਦੀ ਹੈ। ਔਰ ਪ੍ਰੀ ਨੈਪਚੂਅਲ 'ਚ ਲਿਖਿਆ ਜਾ ਸਕਦਾ ਹੈ ਕਿ ਜਿਹੜੀ ਚੀਜ਼ ਅਸੀਂ ਇਕੱਠੀ ਬਣਾਵਾਂਗੇ ਉਹ ਸਾਡੀ ਸਾਂਝੀ ਹੈ। ਸਿੰਪਲ ਹੈ ਜੀ। ਪਰ ਇਹ ਹੈ ਕਿ ਬਾਅਦ 'ਚ ਜਾ ਕੇ ਜੇ ਖਲਾਰਾ ਪੈਂਦਾ ਹੈ ਤਾਂ ਤੁਹਾਡਾ ਜਿਹੜਾ ਲਿਮਿਟਿਡ ਖਲਾਰਾ ਪੈਂਦਾ ਹੈ। ਪਹਿਲੇ ਵਾਲੇ ਨੇ ਆਪਣੇ ਰੱਖ ਲਏ 30 ਤੱਕ, ਮੇਰੀ ਕਮਾਈ ਮੇਰੀ, ਤੇਰੀ। ਅੱਛਾ ਜੀ, ਸੈਪਰੇਸ਼ਨ ਹੋ ਗਈ, ਸਾਲ ਹੋ ਗਿਆ, ਫਿਰ ਜਿਹੜੀ ਅੱਗੇ ਤੁਹਾਡੀ ਕਾਨੂੰਨੀ ਪ੍ਰਕਿਰਿਆ ਅਲੱਗ ਹੋਣ ਦੀ ਉਹ ਕੀ ਆ ਜੀ? ਫਿਰ ਕਿਸ ਤਰ੍ਹਾਂ ਕਰਦੇ ਹੋ? ਬਿਲਕੁਲ, ਸੋ ਆਪਾਂ ਜਦੋਂ ਸੈਪਰੇਟ ਹੋ ਗਏ, ਇਹ ਜ਼ਰੂਰੀ ਨਹੀਂ ਕਿ ਅਸੀਂ ਸਾਲ ਵੇਟ ਕਰਕੇ ਫਿਰ ਹੀ ਫਾਈਲ ਕਰਨਾ। ਲੈਟਸ ਸੇ ਤੁਸੀਂ ਸੈਪਰੇਟ ਹੋ ਗਏ, ਤੁਹਾਡੇ ਬੱਚੇ ਨੇ, ਤੁਹਾਡੀ ਪ੍ਰਾਪਰਟੀ ਨੇ, ਜਾਂ ਬੱਚੇ ਨਹੀਂ ਹੈ ਪ੍ਰਾਪਰਟੀ ਹੈ, ਤੁਸੀਂ ਦੂਸਰੇ ਦਿਨ, ਹਫਤੇ ਬਾਅਦ, ਮਹੀਨੇ ਬਾਅਦ, 2 ਮਹੀਨੇ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਉਹ ਚਾਲੂ ਕਰ ਸਕਦੇ ਹੋ। ਅੱਛਾ ਜੀ, ਤਾਂ ਕਿ ਜਦੋਂ ਤੁਹਾਡਾ ਸਾਲ ਆਵੇ ਨਜ਼ਦੀਕ, ਉਦੋਂ ਤੱਕ ਤੁਹਾਡੇ ਜਿਹੜੇ ਸਾਰੇ ਮਸਲੇ ਨੇ ਜਿੰਨੇ ਅਸੀਂ ਸੁਲਝਾ ਸਕੀਏ ਸੁਲਝਾ ਲਈਏ। ਅਗਰ ਅਸੀਂ ਉਹ ਸਾਲ ਟੱਪਣ ਦੀ ਵੇਟ ਕਰਦੇ ਆ ਤੇ ਫਿਰ ਤੁਸੀਂ ਜ਼ੀਰੋ ਤੋਂ ਸਟਾਰਟ ਕਰ ਰਹੇ ਹੋ, ਫਿਰ ਪਤਾ ਨਹੀਂ, ਫਿਰ ਹੋਰ ਸਮਾਂ ਲੱਗਦਾ, ਉਸ ਸਮੇਂ 'ਚ ਹੋਰ ਵਾਧਾ ਹੋ ਜਾਂਦਾ ਹੈ। ਅੱਛਾ ਜੀ, ਉਹ ਫਿਰ ਪ੍ਰਕਿਰਿਆ ਕੀ ਹੈ? ਫਿਰ ਕਿਸ ਤਰ੍ਹਾਂ ਹੁੰਦੀ ਆ? ਲੋਕਾਂ ਨੂੰ ਇਹ ਸਮਝਾਓ ਵੀ ਕਿਸ ਤਰ੍ਹਾਂ ਦੋਨੇ ਪਾਸੇ ਦੇ ਵਕੀਲ ਬਹਿੰਦੇ ਨੇ, ਜੱਜ ਵੀ ਇਨਵੋਲਵ ਹੁੰਦਾ ਜੀ। ਸੋ ਕਈ ਕੇਸਿਸ ਦੇ ਵਿੱਚ ਹਾਂਜੀ, ਕਈ ਵਾਰ ਹਾਂਜੀ ਜੀ ਕਨਫਲਿਕਟ ਹੈ ਤਾਂ ਫਿਰ ਤੇ ਹੋਣ ਨਹੀਂ, ਵਕੀਲ ਕਰ ਲੈਂਦੇ ਆ। ਨਹੀਂ ਤੇ ਵਕੀਲ ਵੀ ਤੁਹਾਡੇ ਮਦਦ ਕਰ ਸਕਦੇ ਆ ਕਿ ਵਿਚਾਰ ਵਟਾਂਦਰਾ ਕਰਕੇ ਇਹਨੂੰ ਕਿੱਦਾਂ ਸੁਲਝਾਈਏ, ਜਾਂ ਮੀਡੀਏਟਰਸ ਵੀ ਹੁੰਦੇ ਨੇ ਜਿਨ੍ਹਾਂ ਦੀ ਟ੍ਰੇਨਿੰਗ ਹੀ ਇਹ ਹੈ ਕਿ ਉਹਨਾਂ ਨੇ ਵਕੀਲਾਂ ਦੇ ਨਾਲ ਬਹਿ ਕੇ ਦੋਹਾਂ ਧਿਰਾਂ ਨੂੰ ਦੱਸਣਾ, ਭਾਈ ਦੇਖੋ ਕਾਨੂੰਨ ਦੇ ਹਿਸਾਬ ਦੇ ਨਾਲ ਆਹ ਹੁੰਦਾ ਹੈ, ਤੁਹਾਡੇ ਕੋਲ ਆਹ ਸਬੂਤ ਹੈ ਨਹੀਂ, ਜਾਂ ਤੁਹਾਡੇ ਕੋਲ ਆਹ ਚੀਜ਼ ਤੁਹਾਡੀ ਬਹੁਤ ਵਧੀਆ ਪੁਆਇੰਟ ਹੈ, ਆਹ ਪੁਆਇੰਟ ਤੁਹਾਡਾ ਨੈਗੇਟਿਵ ਹੈ, ਤੁਸੀਂ ਕਿਤੇ ਵਿੱਚ ਵਿਚਾਲੇ ਜੇ ਆਪਣਾ ਸੈਟਲਮੈਂਟ ਕਰੋ, ਪੈਸੇ ਔਰ ਸਮਾਂ ਦੋਵੇਂ ਬਚਾਓ, ਕਿਉਂਕਿ ਜਿੰਨਾ ਜ਼ਿਆਦਾ ਕਾਨੂੰਨੀ ਕਾਰਵਾਈ ਚੱਲੇਗੀ ਖਰਚਾ ਉਨਾ ਹੋਏਗਾ। ਉਹ ਤੇ ਆਈ ਥਿੰਕ ਲੌਜੀਕਲੀ ਮੇਕਸ ਸੈਂਸ। ਜੇ ਇਸ ਡਿਵੋਰਸ ਦੀ ਬਿਨਾ ਕੋਈ ਥਰਡ ਪਰਸਨ ਹੋ ਗਿਆ, ਕੋਈ ਅਫੇਅਰਸ ਹੋ ਗਏ ਜੀ, ਇਸਤਰੀ ਦੇ ਜਾਂ ਮਰਦ ਦੇ, ਕੀ ਉਹ ਬੇਸ ਜਿਹੜਾ ਹੈ ਉਹਦੀ ਬੇਸ ਤੇ ਲੋਕ ਡਿਵੋਰਸ ਵਾਲੇ ਪਾਸੇ ਜਾ ਸਕਦੇ ਆ ਵੀ ਮੇਰੇ ਨਾਲ ਇਹ ਧੋਖਾ ਹੋਇਆ,
ਮੇਰੀ ਇਨੋਸੈਂਸ ਇਹਨੇ ਹਰਟ ਕੀਤੀ ਆ ਦੋਨੇ ਪਾਸੇ, ਉਹ ਵੀ ਬੇਸ ਹੋ ਸਕਦਾ? ਜੀ ਬਿਲਕੁਲ, ਉਹਨੂੰ ਅਡਲਟਰੀ ਦਾ ਬੇਸ ਕਹਿੰਦੇ, ਪਰ ਆਪਾਂ ਨੂੰ ਫਿਰ ਉਹ ਸਾਬਿਤ ਕਰਨੀ ਪੈਂਦੀ ਆ। ਉਹਦੇ ਨਾਲ ਫਿਰ ਆਪਾਂ ਨੂੰ 1 ਸਾਲ ਦੇ ਸਮਾਂ ਜਿਹੜਾ ਉਹ ਟਪਾਉਣਾ ਨਹੀਂ ਪੈਂਦਾ ਡਿਵੋਰਸ ਆਰਡਰ ਲੈਣ ਲਈ, ਪਰ ਸਾਨੂੰ ਸਬੂਤ ਚਾਹੀਦਾ। ਔਰ ਉਹਦੇ ਵਿੱਚ ਜਦੋਂ ਕੋਰਟ ਦੇ ਵਿੱਚ ਪੇਸ਼ ਹੋਣਾ ਹੈ, ਉਹਦੇ 'ਚ ਅਗੇਨ ਤੁਹਾਡਾ ਖਰਚਾ ਹੋਣਾ ਉਹ ਸਾਬਿਤ ਕਰਨ ਵਾਸਤੇ ਕਿ ਮੇਰੇ ਨਾਲ ਧੋਖਾ ਹੋਇਆ ਹੈ। ਸੋ ਬਿਲਕੁਲ ਹੋ ਸਕਦਾ ਹੈ, ਉਸ ਆਧਾਰ 'ਤੇ ਵੀ ਡਿਵੋਰਸ ਹੋ ਸਕਦਾ ਹੈ। ਅੱਛਾ ਜੀ, ਜਦ ਤੁਸੀਂ ਸੈਪਰੇਟ ਹੋ ਉਸ ਸਮੇਂ ਕਿਹੜੀਆਂ ਮੱਦਾਂ ਜਿਹੜੀਆਂ ਲਾ ਦਿੱਤੀਆਂ ਜਾਂਦੀਆਂ ਨੇ ਵੀ ਤੁਸੀਂ ਮਿਲ ਨਹੀਂ ਸਕਦੇ, ਤੁਸੀਂ ਕਰ ਨਹੀਂ ਸਕਦੇ, ਕੀ ਉਹਦੇ ਵਿੱਚ ਕੀਤਾ ਜਾਂਦਾ ਹੈ ਜਿਹਦੇ ਵਿੱਚ ਤੁਹਾਨੂੰ ਉਹ ਦੱਸਿਆ ਜਾਂਦਾ ਵੀ ਆਹ ਤੁਸੀਂ ਕੁਛ ਕਰ ਸਕਦੇ ਹੋ, ਆਹ ਕੁਛ ਨਹੀਂ ਕਰ ਸਕਦੇ, ਕੁਛ ਹੈ ਉਹਦੇ 'ਚ ਵੀ? ਜ਼ਿਆਦਾਤਰ ਅਗਰ ਕੋਈ ਫੈਮਿਲੀ ਵਾਇਲੈਂਸ ਨਹੀਂ ਹੈ ਤੇ ਫਿਰ ਤੇ ਤੁਸੀਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹੋ, ਤੁਹਾਡੇ ਤੇ ਕੋਈ ਰੋਕ ਟੋਕ ਨਹੀਂ ਹੈ। ਲੇਕਿਨ ਅਗਰ ਵਾਇਲੈਂਸ ਹੈ ਤੇ ਫਿਰ ਤੁਹਾਡੇ ਤੇ ਲੱਗ ਸਕਦੀਆਂ ਨੇ ਕੰਡੀਸ਼ਨਸ। ਇੱਕ ਤਾਂ ਕ੍ਰਿਮੀਨਲ ਲਾਅ ਦੇ ਪਾਸਿਓਂ ਅਗਰ ਤੁਹਾਡੇ ਤੇ ਚਾਰਜ ਲੱਗੇ ਨੇ, ਜਾਂ ਅਗਰ ਫੈਮਿਲੀ ਲਾਅ ਦੇ ਅਧੀਨ ਤੁਸੀਂ ਪ੍ਰੋਟੈਕਸ਼ਨ ਆਰਡਰ ਲੈਂਦੇ ਹੋ ਕਿ ਤੂੰ ਨਜ਼ਦੀਕ ਨਹੀਂ ਆਉਣਾ ਮੇਰੇ। ਅੱਛਾ, ਉਹ ਵੀ ਮਿਲਦਾ? ਉਹ ਵੀ ਮਿਲਦਾ ਜੀ। ਸੋ ਅਗਰ ਉਸ ਦੀ ਉਲੰਘਣਾ ਕਰਦੇ ਆ ਤੇ ਫਿਰ ਉਹਦਾ ਵੀ ਚਾਰਜ ਲੱਗ ਸਕਦਾ ਹੈ। ਸੋ ਅਗਰ ਤੇ ਨਾਰਮਲ ਕੋਈ ਫੈਮਿਲੀ ਵਾਇਲੈਂਸ ਨਹੀਂ ਹੈ, ਤੁਸੀਂ ਸੈਪਰੇਟ ਹੋਏ ਹੋ, ਤਾਂ ਤੁਹਾਨੂੰ ਇਹੋ ਜਿਹੀ ਕੋਈ ਰੋਕ ਟੋਕ ਨਹੀਂ ਕਿ ਤੁਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਨਹੀਂ ਕਰ ਸਕਦੇ, ਪਰ ਸ਼ਰਤੇ ਤੁਸੀਂ ਇੱਕ ਦੂਜੇ ਨਾਲ ਇੱਕ ਸੱਭਿਅਕ ਤੌਰ ਤੇ ਗੱਲਬਾਤ ਕਰੋ, ਖਾਸ ਕਰਕੇ ਜਿੱਥੇ ਬੱਚੇ ਨੇ। ਜੇ ਹੁਣ ਤੁਸੀਂ ਇੱਕ ਦੂਜੇ ਨੂੰ ਦੇਖ ਕੇ ਘੂਰੀਆਂ ਵੱਟਣੀਆਂ ਨੇ, ਜਾਂ ਤੁਸੀਂ ਇੱਕ ਦੂਜੇ ਨੂੰ ਗਲਤ ਗੱਲਾਂ ਕਹਿਣੀਆਂ, ਉੱਚੀ ਨੀਵੀਂ ਗੱਲ ਕਹਿਣੀ ਆ, ਬੱਖੀ ਤੇ ਲਾਉਣਾ, ਬਿਲਕੁਲ ਉਹਦਾ ਤਾਂ ਕੋਈ ਫਾਇਦਾ ਨਹੀਂ। ਇੱਕ ਤਾਂ ਤੁਸੀਂ ਆਪਸ 'ਚ ਤੁਹਾਡੀ ਖੇਬੜਬਾਜੀ ਆ, ਉਹ ਤੁਹਾਡੇ ਬੱਚੇ ਵੇਖ ਰਹੇ ਨੇ, ਉਹਨਾਂ ਤੇ ਅਗੇਨ ਉਸ ਚੀਜ਼ ਦਾ ਮਾੜਾ ਅਸਰ ਤੁਸੀਂ ਪਾ ਰਹੇ ਹੋ। ਉਹ ਬੱਚੇ ਫਿਰ ਉਹੀ ਤਣਾਅ ਦੇਖ ਰਹੇ ਨੇ, ਔਰ ਬੱਚਿਆਂ ਦੀ ਜਿਹੜੀ ਗਰੋਥ ਹੈ ਉਹਦੇ ਤੇ ਉਹਦਾ ਨੈਗੇਟਿਵ ਭੈੜਾ ਹੀ ਅਸਰ ਪਏਗਾ। ਚੰਦਰ ਜੀ, ਜਦ ਕੋਈ ਇੱਕ ਬੰਦਾ ਦੂਜੇ ਤੇ ਟੌਰਚਰ ਕਰ ਰਿਹਾ ਜੀ, ਮਰਦ ਨੂੰ ਜ਼ਿਆਦਾ ਕਿਹਾ ਜਾਂਦਾ ਉਹ ਇਸਤਰੀ ਤੇ ਕਰਦਾ ਕਿਉਂਕਿ ਉਹ ਤਕੜਾ ਫਿਜ਼ੀਕਲੀ, ਸੋਸਾਇਟੀ ਇਹੋ ਜਿਹੀ ਹੈ, ਬਹੁਤ ਘੱਟ ਚਾਂਸਸ ਨੇ ਕੋਈ ਇਸਤਰੀ ਵੀ ਮਰਦ ਨੂੰ ਟੌਰਚਰ ਕਰੇ ਫਿਜ਼ੀਕਲੀ। ਪਰ ਜਦ ਕੋਈ ਪੁਲਿਸ ਕਾਲ ਕਰਦਾ ਹੈ, ਉਹ ਉਸ ਸਮੇਂ ਇਹ ਕਿਉਂ ਧਾਰਨਾ ਵੀ ਇਕੱਲੇ ਮਰਦ ਨੂੰ ਘਰ ਛੱਡਣਾ ਪੈਂਦਾ, ਇਹ ਕੀ ਕਹਾਣੀ ਹੈ? ਕਿ ਪੁਲਿਸ ਦੀ ਇਹ ਡਿਸਕ੍ਰਿਸ਼ਨ ਹੈ? ਆਈ ਥਿੰਕ ਇਹ ਪੁਲਿਸ ਦੀ ਡਿਸਕ੍ਰਿਸ਼ਨ ਹੈ, ਬਟ ਆਈ ਥਿੰਕ ਬਿਕਾਜ਼ ਜਿਹੜੇ ਆਪਣੇ ਸਟੇਰੀਓਟਾਈਪਸ ਹੈਗੇ ਨੇ ਸੋਸਾਇਟੀ ਦੇ ਵਿੱਚ, ਹਾਂਜੀ, ਸੈੱਟ ਹੋਏ ਨੇ, ਉਹਨਾਂ ਦਾ ਸੈਡਲੀ ਕਈ ਵਾਰੀ ਕੋਈ ਸੋਲੂਸ਼ਨ ਨਹੀਂ ਹੈ ਨਾ ਜੀ। ਸੋ ਜੇ ਫੋਨ ਕਾਲ ਗਈ ਹੈ ਪੁਲਿਸ ਨੂੰ, ਡਿਸਕ੍ਰੈਸ਼ਨ ਉਹਨਾਂ ਦੀ ਹੈ ਜਦੋਂ ਉਹਨਾਂ ਨੇ ਆ ਕੇ ਵੇਖਣਾ ਕਿ ਕੀ ਹੋਇਆ, ਉਹਨਾਂ ਨੇ ਸਟੇਟਮੈਂਟਾਂ ਲੈਣੀਆਂ ਨੇ। ਔਰ ਕਈ ਕੇਸ ਇਹੋ ਜਿਹੇ ਹੁੰਦੇ ਜਿਹੜੇ ਉਹ ਦੇਖਦੇ ਆ ਕਿ ਓਕੇ ਭਾਈ ਕੰਪਲੇਨ ਤਾਂ ਕੀਤੀ ਗਈ ਹੈ ਲੇਕਿਨ ਕੁਝ ਲੱਗਦਾ ਨਹੀਂ, ਉਹਨਾਂ ਨੇ ਉਹਨਾਂ ਨੂੰ ਭਾਂਫ ਲੈਂਦੇ ਨੇ, ਉਹਨਾਂ ਨੇ ਚਲੇ ਜਾਣਾ। ਔਰ ਕਈ ਕੇਸਿਸ ਦੇ ਵਿੱਚ ਡਿਪੈਂਡਿੰਗ ਆਈ ਗੈਸ ਜਿਹੜਾ ਪੁਲਿਸ ਆਫਿਸਰ ਵੀ ਆ ਰਿਹਾ ਉਹਦਾ ਕਿੰਨਾ ਤਜਰਬਾ ਹੈ ਉਹਦੇ ਤੇ ਵੀ ਡਿਪੈਂਡ ਹੈ, ਉਹਨਾਂ ਦੇ ਖੁਦ ਦੇ ਕੀ ਬਾਇਸਿਸ ਨੇ, ਇਹਦਾ ਵੀ ਬਹੁਤ ਫਰਕ ਪੈਂਦਾ। ਇੱਕ ਸਭ ਤੋਂ ਵੱਡਾ ਜਿਹੜਾ ਦੁੱਖ, ਜਿਹੜੀ ਸਾਂਝ ਆ ਨਾ ਜੀ ਕਿਸੇ ਦੀ, ਉਹ ਸਾਂਝ ਤਾਂ ਕਹਿੰਦੇ 12-14 ਸਾਲ ਤੁਹਾਡਾ ਪੈਟ ਰਹਿੰਦਾ, ਡੌਗ ਰਹਿੰਦਾ, ਜਿੱਦਣ ਉਹਨੂੰ ਤੁਸੀਂ ਭੇਜਦੇ ਹੋ ਟੱਬਰ ਰੋਟੀ ਨਹੀਂ ਖਾਂਦਾ 10 ਦਿਨ। ਇਹ ਤਾਂ ਜ਼ਿੰਦਗੀ ਦਾ ਸਾਂਝ ਆ ਤੁਹਾਡੀ, ਬੱਚੇ ਪੈਦਾ ਕੀਤੇ, ਸਰੀਰਕ ਸਾਂਝ, ਸਾਰੇ ਪਾਸੇ ਦੀ ਸਾਂਝ, ਦੁਨੀਆ ਦੀਆਂ ਮੈਮਰੀਜ਼। ਉਹਦੇ ਬਾਅਦ ਕਮਿਊਨਿਟੀ 'ਚ ਕੀ ਹੁੰਦਾ ਹੈ, ਡਿਵੋਰਸ ਤੋਂ ਬਾਅਦ ਫਿਰ ਇੱਕ ਦੂਜੇ ਨੂੰ ਫੋਲੋ ਕਰਦੇ ਆ, ਮਾਈ ਐਕਸ, ਮੇਰਾ ਐਕਸ, ਆਹ ਫੋਟੋਆਂ ਦਿਖਾਉਣੇ, ਆਹ ਮੇਰਾ ਐਕਸ ਹੈ, ਬੰਦਾ ਦਿਖਾਉਂਦਾ ਆਹ ਮੇਰੀ ਪਹਿਲੀ ਘਰ ਵਾਲੀ ਮਾਈ ਐਕਸ, ਮੇਰੀ ਐਕਸ ਉੱਥੇ ਰਹਿੰਦੀ ਆ, ਹੁਣ ਉਹਦੀਆਂ ਬੇਸਮੈਂਟ ਦੇ ਐਡਰੈਸ, ਇਸਤਰੀ ਕਹਿੰਦੀ ਮੇਰਾ ਬੰਦਾ ਹੁਣ ਕਿਹਨੂੰ ਡੇਟ ਕਰਦਾ। ਇਹ ਫਿਰ ਇਹਦੇ ਬਾਅਦ ਕਿਉਂ ਹੁੰਦਾ ਇਹ, ਔਰ ਇਹ ਲੀਗਲੀ ਹੈ, ਇਹ ਇਸ ਤਰ੍ਹਾਂ ਹੋ ਸਕਦਾ? ਲੀਗਲੀ ਇਹਦਾ ਮਤਲਬ ਕੁਝ ਨਹੀਂ ਰੋਕ ਸਕਦੇ, ਨਹੀਂ। ਆਈ ਮੀਨ ਅਗਰ ਤੁਸੀਂ ਕਿਸੇ ਨੂੰ ਹਰਾਸ ਹੀ ਕਰ ਰਹੇ ਹੋ, ਫੋਲੋ ਕਰ ਰਹੇ ਹੋ, ਤਾਂ ਆਫ ਕੋਰਸ ਉਹਦੇ ਲੀਗਲ ਬਿਲਕੁਲ ਹੁੰਦਾ ਹੈ ਜੀ, ਹੁੰਦਾ, ਵਾਕਈ ਹੁੰਦਾ ਹੈ। ਔਰ ਕਈ ਲੋਕ ਆਪਣੇ ਜਦੋਂ ਬੱਚਿਆਂ ਦੇ ਜਿਹੜਾ ਬੱਚਿਆਂ ਨੂੰ ਮਿਲਣ ਦਾ ਟਾਈਮ ਹੁੰਦਾ ਨਾ, ਉਹਦੇ 'ਚ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਨ ਦੀ ਬਜਾਏ ਉਹ ਦੂਜੇ ਪਾਸੇ ਦੀਆਂ ਉਹ ਸੂਹਾਂ ਲੈਂਦੇ ਨੇ ਕਿ ਉੱਥੇ ਕੌਣ ਆਉਂਦਾ ਜਾਂਦਾ ਹੈ, ਕਿੱਦਾਂ ਹੁੰਦੀ, ਤੁਸੀਂ ਕੀ ਕਰਦੇ ਹੋ, ਕੀ ਖਾਂਦੇ ਹੋ, ਕਿਹਨੂੰ ਫੋਨ ਕਰਦੇ ਆ, ਕੌਣ ਆਉਂਦਾ ਘਰੇ। ਬਿਲਕੁਲ। ਔਰ ਇਹ ਬਿਲਕੁਲ ਕਿੰਨੀ એનર્ਜੀ ਵੇਸਟ ਹੈ, ਐਕਸਟ੍ਰੀਮਲੀ ਵੇਸਟੇਜ ਆ ਇਹ। ਜਦੋਂ ਤੁਹਾਡਾ ਰਿਸ਼ਤਾ ਖਤਮ ਹੋ ਗਿਆ, ਠੀਕ ਹੈ, ਤੁਸੀਂ ਸਾਂਝੇਦਾਰੀ ਪਾਈ ਸੀ, ਉਹ ਨਹੀਂ ਤੁਹਾਡੀ ਨਹੀਂ ਨਿਭੀ, ਆਪਣਾ ਮੂਵ ਔਨ ਵਿਦ ਯਰ ਲਾਈਫ। ਮੇਰੀ ਤਾਂ ਇਹੀ ਸਲਾਹ ਹੁੰਦੀ ਹੈ ਕਿ ਤੁਸੀਂ ਹੁਣ ਅਗਾਂਹ ਵਧੂ ਸੋਚੋ,
ਆਈ ਨੋ ਇਹ ਕਹਿਣਾ ਬਹੁਤ ਸੌਖਾ ਹੈ, ਹਾਂ ਕਹਿਣਾ ਬਹੁਤ ਆਸਾਨ ਹੈ, ਲੇਕਿਨ ਤੁਸੀਂ ਇੱਕ ਵਕੀਲ ਦੇ ਕੋਲ ਜਾਂਦੇ ਹੋ ਉਹਦੀ ਸਲਾਹ ਲੈਣ ਲਈ, ਅਗਰ ਵਕੀਲ ਤੁਹਾਡੀ ਹਰ ਇੱਕ ਗੱਲ ਹਾਂ 'ਚ ਹਾਂ ਮਿਲਾਵੇ, ਉਹਦਾ ਨਹੀਂ ਫਾਇਦਾ ਹੈ, ਫਿਰ ਤੁਸੀਂ ਪ੍ਰੋਫੈਸ਼ਨਲਿਜ਼ਮ ਨਹੀਂ ਹੈ। ਉਹ ਨਹੀਂ ਜੀ, ਉਹ ਬਿਲਕੁਲ ਨਹੀਂ, ਉਹ ਤੇ ਤੁਹਾਨੂੰ ਗਲਤ ਗਾਈਡੈਂਸ ਦੇ ਰਹੇ ਆ। ਫਿਰ ਵਕੀਲ ਦਾ ਇਹ ਫਰਜ਼ ਹੈ ਤੁਹਾਨੂੰ ਸਹੀ ਸਲਾਹ ਦੇਵੇ ਔਰ ਇੱਕ ਆਬਜੈਕਟਿਵਲੀ ਸਲਾਹ ਦੇਵੇ। ਅੱਛਾ ਜੀ, ਇਹਨੂੰ ਹੁਣ ਆਪਾਂ ਅੱਜ ਥੋੜ੍ਹਾ ਜਿਹਾ ਓਵਰਆਲ ਘੁੰਮ ਕੇ ਮੈਂ ਇਹਨੂੰ ਦੱਸਿਆ, ਇਹ ਦੱਸਿਓ ਅਖੀਰ 'ਚ ਸੁਣਨ ਵਾਲਿਆਂ ਨੂੰ ਵੀ ਟੂ ਡੂ ਲਿਸਟ ਕੀ ਆ, ਜਦ ਤੁਹਾਨੂੰ ਦੇਖਿਆ ਵੀ ਗੜਬੜ ਹੋ ਗਈ ਉਸ ਸਮੇਂ ਕੀ ਕੀ ਕਰਨ ਦੀ ਲੋੜ ਆ, ਜਿਹੜੇ ਸਟੈਪ ਨੇ ਉਹ ਦੁਬਾਰਾ ਫੇਰ ਸਮਰਾਈਜ਼ ਕਰ ਦਿਓ। ਜੀ ਬਿਲਕੁਲ। ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਰਿਸ਼ਤਾ ਨਹੀਂ ਕਿਤੇ ਇਹਦੀ ਹੁਣ ਇਹ ਅੰਤ ਹੈ ਇਸ ਰਿਸ਼ਤੇ ਦਾ, ਪਹਿਲਾਂ ਤਾਂ ਜਿਹੜੇ ਤੁਹਾਡੇ ਫਾਈਨੈਂਸਿਸ ਆ ਤੁਹਾਨੂੰ ਉਹਨਾਂ ਦਾ ਦੇਖਣਾ ਚਾਹੀਦਾ, ਸਪੈਸ਼ਲੀ ਅਗਰ ਜੁਆਇੰਟ ਕ੍ਰੈਡਿਟ ਕਾਰਡਸ ਨੇ, ਲਾਈਨਸ ਆਫ ਕ੍ਰੈਡਿਟ ਨੇ, ਜੁਆਇੰਟ ਅਕਾਊਂਟਸ ਨੇ, ਉਹਦਾ ਖਿਆਲ ਰੱਖੋ, ਉਹਨਾਂ ਦਾ ਖਿਆਲ ਰੱਖੋ, ਕਿਉਂਕਿ ਪੈਸੇ ਇੱਧਰ ਉੱਧਰ ਹੋ ਗਏ ਫਿਰ ਉਹਨਾਂ ਦਾ ਪਿੱਛਾ ਕਰਨਾ ਔਖਾ ਹੈ ਔਰ ਉਹਦੇ 'ਤੇ ਤੁਹਾਡਾ ਪੈਸਾ ਲੱਗੇਗਾ। ਉਹ ਪੈਸੇ ਨੂੰ ਲੱਭਣ ਵਾਸਤੇ ਤੁਸੀਂ ਵਕੀਲ ਨੂੰ ਪੈਸੇ ਦਿਓਗੇ। ਸੋ ਉਹ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਪੂਰੀ ਕਿ ਕੀ ਹੋ ਰਿਹਾ ਹੈ, ਤੁਹਾਡੇ ਆਰਥਿਕ ਤੌਰ 'ਤੇ ਕਿਹੜੇ ਅਕਾਊਂਟ ਨੇ, ਕਿੱਥੇ ਨੇ, ਦੂਜੀ ਪਾਰਟੀ ਦੀ ਕੀ ਇਨਕਮ ਹੈ। ਅਗਰ ਤੁਸੀਂ ਉਹ ਇਨਫੋਰਮੇਸ਼ਨ ਲੈ ਸਕਦੇ ਹੋ ਤਾਂ ਆਪਣੇ ਹੱਥਾਂ 'ਚ ਲਓ ਜੀ। ਤੇ ਬਾਕੀ ਜਿਹੜਾ ਪ੍ਰੋਸੈਸ ਉਹ ਸ਼ੁਰੂ ਹੈ ਜੀ, ਸੈਪਰੇਸ਼ਨ ਦਾ, ਤੇ ਉਸ ਤੋਂ ਬਾਅਦ ਆਪਣਾ ਲੀਗਲੀ ਪੇਪਰ ਵਰਕ ਕਰਕੇ ਆਪਣਾ ਜੀ ਤੇ ਜ਼ਿੰਦਗੀ ਅੱਗੇ ਸ਼ੁਰੂ ਕਰੋ। ਬਿਲਕੁਲ। ਕਿਹੜੀਆਂ ਚੀਜ਼ਾਂ ਦਾ, ਇੱਕ ਤਾਂ ਇਹ ਹੋ ਗਿਆ, ਉਸ ਤੋਂ ਬਾਅਦ ਵੀ ਜਿਹੜਾ ਕਿਸੇ ਦੇ ਅਗੇਂਸਟ ਜਾ ਸਕਦਾ, ਕਿਸੇ ਨੂੰ ਥ੍ਰੈਟ, ਕਿਸੇ ਨੂੰ ਇਹੋ ਜਿਹੀ ਗੱਲ, ਕੁਝ ਬੋਲਣਾ, ਲਿਖਣਾ, SMS ਟੈਕਸਟ, ਇਹ ਚੀਜ਼ਾਂ ਦਾ ਖਿਆਲ ਰੱਖਣਾ। ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਕਿਉਂਕਿ ਹਰ ਇੱਕ ਚੀਜ਼, ਈਵਨ ਸੋਸ਼ਲ ਮੀਡੀਆ ਤੇ ਤੁਸੀਂ ਅਗਰ ਆਪਣਾ WhatsApp, ਕਈ ਲੋਕ WhatsApp ਸਟੇਟਸ ਤੇ ਬੜੀ ਅਜੀਬ ਜੀਆਂ ਚੀਜ਼ਾਂ ਲਿਖਦੇ ਨੇ, ਉਹ ਮਨ ਦਾ ਦੁੱਖ ਕੱਢਿਆ ਹੁੰਦਾ, ਉਹ ਮਨ ਦਾ ਦੁੱਖ, ਬੰਦੇ ਬਹੁਤ ਧੋਖਾ ਕਰਦੇ ਨੇ, ਹੁਣ ਨਹੀਂ ਕੋਈ ਰਿਹਾ ਇੱਥੇ ਜ਼ਿੰਦਗੀ 'ਚ, ਸਲੋਗਨ ਲਿਖੇ ਹੁੰਦੇ ਔਰ ਉਹ ਵੀ ਸਬੂਤ ਦੇ ਤੌਰ ਤੇ ਅਸੀਂ ਪੇਸ਼ ਕਰ ਸਕਦੇ ਕੋਰਟ ਦੇ ਵਿੱਚ। ਕਈ ਟਿਕਟੌਕ ਦੀ ਵੀਡੀਓਜ਼ ਵੀ ਬਣਦੀਆਂ ਨੇ, ਉਹ ਵੀ। ਸੋ ਆਪਣਾ ਤੁਸੀਂ ਥੋੜਾ ਜਿਹਾ ਖਿਆਲ ਰੱਖੋ ਕਿ ਆ ਜਿਹੜਾ ਸੋਸ਼ਲ ਮੀਡੀਆ, ਜੋ ਚੀਜ਼ ਤੁਸੀਂ ਇਹਦੇ 'ਤੇ ਪਾ ਰਹੇ ਹੋ ਨਾ, ਇਹ ਕੋਰਟ ਦੇ ਵਿੱਚ ਪੇਸ਼ ਹੋ ਸਕਦੀ ਹੈ ਔਰ ਤੁਹਾਡੇ ਖਿਲਾਫ ਜਾ ਸਕਦੀ ਹੈ। ਸੋ ਥੋੜਾ ਧਿਆਨ ਰੱਖੋ। ਝੀਲ ਦੇ ਕੰਢੇ ਖੜਾ, ਝੀਲ ਬਹੁਤ ਵਧੀਆ ਬੰਦੇ ਨਾਲੋਂ, ਸਹੀ ਇਹ ਚੀਜ਼ਾਂ ਫਿਰ ਐਡ ਆਨ ਹੋ ਜਾਂਦੀਆਂ। ਬਿਲਕੁਲ ਜੀ। ਅੱਛਾ ਜੀ, ਸਿਰਨਾਮਾ, ਆਫਿਸ ਦਾ ਐਡਰੈਸ, ਫੋਨ ਵਗੈਰਾ ਦੇ ਕੇ ਜਾਓ, ਫਿਰ ਜੇ ਕਿਸੇ ਨੂੰ ਜ਼ਰੂਰਤ ਹੋਵੇ ਤੁਹਾਡੇ ਨਾਲ ਕੰਟੈਕਟ ਕਰ ਜ਼ਰੂਰ ਜੀ। ਸਾਡੇ ਆਫਿਸ ਦਾ ਨੰਬਰ ਹੈਗਾ ਜੀ 604638 6998 ਔਰ ਆਫਿਸ ਸਾਡਾ ਹੈਗਾ 6678 152nd ਸਟਰੀਟ 306 ਆਫਿਸ ਦਾ ਨੰਬਰ ਹੈ ਜੀ। 152 ਦੇ ਉੱਪਰ ਹੀ? ਹਾਂਜੀ, 152 ਦੇ ਉੱਪਰ ਹੈ, 66A ਔਰ 152 ਤੇ। ਚੰਦਨ ਜੀ, ਬਹੁਤ ਵਧੀਆ ਲੱਗਦਾ ਗੱਲਬਾਤ ਕਰਕੇ। ਨੈਕਸਟ ਮੰਥ ਫਿਰ 2 ਵੀਕਸ ਤੱਕ ਇਹਦਾ ਇੱਕ ਆਪਾਂ ਹੋਰ ਜਿਹੜਾ ਚੈਪਟਰ ਸ਼ੁਰੂ ਕਰਾਂਗੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਵਾਂਗੇ। ਜ਼ਰੂਰ, ਧੰਨਵਾਦ, ਬੈਸਟ ਵਿਸ਼ੇਸ। ਥੈਂਕ ਯੂ। ਇਹ ਸਨ ਚੰਦਨ ਸੱਭਰਵਾਲ ਲਾ ਗਰੁੱਪ ਤੋਂ ਵੱਧ ਤੋਂ ਵੱਧ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਜੀ। ਤੇ ਤੁਹਾਡੀ ਜ਼ਿੰਦਗੀ ਸੁੱਖਾਂ ਵਾਲੀ ਰਹੇ, ਤੁਸੀਂ ਖੁਸ਼ ਰਹੋ। ਜਿਹੜੇ ਤੁਸੀਂ ਰਿਸ਼ਤੇ ਦੇ ਵਿੱਚੋਂ, ਰਿਸ਼ਤੇ ਨਾਲ ਵਫਾ ਹੋਵੇ, ਪਰ ਜੇ ਗੱਲ ਇਹ ਹੋ ਗਈ ਬਈ ਹੁਣ ਇਹ ਠੀਕ ਨਹੀਂ ਆਉਂਦੀ, ਫਿਰ ਉਹਨੂੰ ਵਧੀਆ ਤਰੀਕੇ ਨਾਲ ਤੁਸੀਂ ਸਮੇਟਣਾ। ਇਹ ਸਾਡੀ ਅੱਜ ਦੀ ਸੈਗਮੈਂਟ ਸੀ। ਇੱਕ ਅੱਜ ਖਾਸ ਤੁਹਾਨੂੰ ਗੱਲਬਾਤ ਸੁਣਾਈਏ। ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਬੜਾ ਸਤਿਕਾਰ ਅਤੇ ਬੜਾ ਪਿਆਰ ਹੈ। ਗੁਰੂ ਦੀ ਸਾਡੀ ਦੀ ਜਿਹੜੀ ਨਿਸ਼ਾਨੀ ਉਹ ਲਈ ਫਿਰਦੇ ਨੇ, ਚੜ੍ਹਦੀ ਕਲਾ ਦੇ ਯੋਧੇ ਨੇ ਇਹ। ਅਕਾਲੀ ਨੇ, ਅਕਾਲ ਦੀ ਫੌਜ, ਅਸਲ ਅਕਾਲੀ ਫੌਜ ਹੈ ਇਹ। ਜਦ ਦੇਗਾਂ ਨੂੰ ਲਾ ਕੇ ਰਗੜੇ ਅਤੇ ਫਿਰ ਬਣਾ ਕੇ ਗੋਲਾ ਜਦ ਛੱਡਦੇ ਨੇ, ਨੁਗਦਾ ਕਹਿੰਦੇ ਨੇ ਉਹਨੂੰ। ਸੁਣਿਓ ਕੀ ਕਹਿੰਦੇ ਨੇ। ਇੱਕ ਵਾਰ ਮੈਂ ਆਪ ਵੀ ਸੁਣਾਇਆ ਸੀ, ਮੇਰੇ ਯਾਦ ਆ ਪੂਰਾ, ਪਰ ਨਿਹੰਗ ਸਿੰਘ ਕਿਵੇਂ ਕਹਿੰਦੇ ਆ। ਸੁਖਿਆ ਪਰਵਾਨਾ ਚਾਰ ਕੂਰਤੀਆਂ ਲਿਆ ਖਬਰਾਂ ਤੇ ਪਾਪੀ ਮਲੇ ਤੁਰਕ ਲਿਆ ਛੇ ਤੋਂ ਪਹਿਲਾਂ ਬੰਨ ਕੇ, ਕੋੜ ਤੋੜਨਾ ਲਾਹੌਰ ਦਾ ਗੁਰਾਂ ਲਿਆ ਮੁਖੋਂ ਫਰਮਾ। ਸੁੱਖਾ ਲਾਚੀ ਬਦਾਮ ਖਸਖਾਸ ਚੁੱਪਾਂ ਛਾਣ ਕੇ, ਸਾਖ ਕੀਆ 2 ਵਾਰ ਬਾਕੀ ਨੁਕਦਾ ਜੋ ਬਚੇ, ਸਿਰ ਨੰਦਕ ਤੇ ਮਾਰ ਆਇਆ ਨੰਦਕਾ ਗੋਲਾ। ਨਾ ਛੱਡੂਗਾ ਕੰਧ ਨਾ ਛੱਡੂਗਾ ਖੋਲਾ, ਕੰਨਾਂ ਤੋਂ ਕਰ ਦੂ ਬੋਲਾ, ਅੱਖਾਂ ਤੋਂ ਕਰ ਦੂ ਅੰਨਾ। ਗੁਰੂ ਘਰ ਦਿਆ ਦੋਖੀਆਂ ਘਾਰੀਆਂ ਡੁੱਟਾ ਪਾਪੀਆ, ਤੇਰਾ ਗੁਰੂ ਪੰਥ ਖਾਲਸੇ ਨਾਲ ਕੇ ਦਾਵਾ ਨਹੀਂ ਪੁੱਗਣਾ। ਅੰਤੋਂ ਅੰਤ ਨਿਬੜੂਗਾ ਸੱਚ, ਰਹਿਣਾ ਨਹੀਂ ਤੋੜਾ ਝੂਠਦਾ। ਤੇਰੇ ਬੂਹੇ ਅੱਗੇ ਝਾੜ, ਸਿੰਘ ਚੜਨਗੇ ਸ਼ਿਕਾਰ, ਲੈਣਗੇ ਤੇਰਾ ਸੋਝਾ, ਭੰਨਣਗੇ ਸੱਜਾ ਤੇ ਖੱਬਾ। ਬੇਈਮਾਨਾ ਤੇਰਾ ਮੋਢਾ, 12 ਕੋਦੀ ਜਾੜ।
24 ਕੋਦਾ ਪੜਾ ਪੱਟੀ ਮੇਖ ਖਾਨਾ ਖਰਾਬ ਅਰੋਲਦਾ ਫਿਰੇ ਦੇਸ਼ ਤੇ ਪ੍ਰਦੇਸ਼ ਗੁਰੂ ਘਰ ਦਾ ਦੁਖੀਆ ਜਾਣਾ ਨਾ ਪਾਵੀਂ ਰਣਮ ਨਾ ਪਾਵੀਂ ਖਾਣਾ ਨਾ ਪਾਵੀਂ ਆਇਆ ਨੁਕਦਾ ਤੇਰੇ ਬਾਲ ਬੱਚੇ ਨੂੰ ਚੁਗਦਾ ਜਿੱਥੇ ਹੋਏਗਾ ਜਾਏਗਾ ਮਾਰਿਆ ਪਾਪੀਆ ਨੰਤਕਾ ਹੰਕਾਰਿਆ ਤੈਨੂੰ ਛੱਡਾਂਗੇ ਨਾ ਭੱਜਣ ਜੋਗਾ ਤੇਰਾ ਜੋੜਾਂ ਤੋਂ ਤੋੜਾਂਗੇ ਗੋਡਾ ਸੰਤਾਂ ਮੰਤਾਂ ਦੇ ਨਾਲ ਤੂੰ ਪਾਪੀਆ ਵੈਰ ਕਮਾਉਣਾ ਤੇ ਦੁਸ਼ਟਾਂ ਦੇ ਨਾਲ ਤੇਰਾ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਦਰਗਾਹ ਵਿੱਚ ਮਿਲੇ ਸਜਾ ਦੜਿਆ ਰਹੋ ਪਾਪੀਆ ਤੂੜੀ ਵਾਲੇ ਅੰਦਰ ਇਧਰੇ ਵੜਿਆ ਰਹੋ ਵੜ ਕੇ ਦਨਕਾਲਾ ਚਾਰ ਆ ਗਿਆ 96 ਕਰੋੜੀ ਚੜ ਕੇ ਲੈ ਜੂ ਬੇਈਮਾਨ ਤੇ ਰੋਡਾ ਪੋਡਾ ਫੜ ਕੇ ਦੁੜੂ ਤੇਰੀ ਮੱਤ ਨੂੰ ਠੂਠਾ ਤੇਰੇ ਹੱਥ ਨੂੰ ਮੰਗਦਾ ਫਿਰੇ ਜਗਤ ਨੂੰ ਛੱਤਰ ਤੇਰੇ ਨੱਕ ਨੂੰ ਅੱਖੀਂ ਘਟਾ ਮੂੰਹ ਵਿੱਚ ਡੱਕਾ ਬੜ ਤੱਕੇ ਬੋਲ ਨਾ ਸਕੇ ਮਾਰਿਆ ਗੁਰੂ ਹਰਾਏ ਜੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਧੱਕੇ ਬਾਬਾ ਬੁੱਢਾ ਜੀ ਬਾਬਾ ਵੀਰ ਸਿੰਘਾ ਬਾਬਾ ਵਿਧੀ ਚੰਦਾ ਬਾਬਾ ਜੇਠਾ ਜੀ ਬਾਬਾ ਨਗਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਪਸ਼ੌਰ ਦੀਆਂ ਹੱਦਾਂ ਵਾਦਾਂ ਤੋੜ ਕੇ ਖੁੱਲੇ ਦਰਸ਼ਨ ਦਰਿਆ ਕਰਵਾਓ ਖਾਲਸੇ ਪੰਥ ਦੀ ਜਿੱਤ ਕਰ ਦਿਓ ਐਸਾ ਗੋਲਾ ਚੱਲੇ ਦੁਸ਼ਮਣ ਦੀ ਛਾਤੀ ਤੇ ਜਾਣਾ ਨਾ ਪਾਵੇ ਖਾਣਾ ਨਾ ਪਾਵੇ ਗੁਰੂ ਘਰ ਦਾ ਦੁਖੀਆ ਕਰ ਲੈ ਸਿਰ ਨੀਵਾ ਬੇਈਮਾਨਾ ਮਾਰਿਆ ਜਾਏਗਾ दगड़ दगड़ होत रहे तगड़ तीन बजत रहे लो लंगर तपत रहे साहेब कमाल के जयकार सदा गजत रहे पंथ सदा बढ़त रहे झूलते निशान रहे पंथ महाराज के लो जी अगे नूं तुरीए ते गल्लां तां खासियां करन वाले सी कहानी ना रह जावे लंबी कहानी है ਇਹ ਗੱਲ ਦੱਸ ਦੇਵਾਂ ਬਈ ਜੈਕ ਹੰਦਿਆਲ ਉਹਨਾਂ ਨੇ ਉਹ ਕਹਿੰਦੇ ਵੀ ਨੌਕਰੀ ਮੈਂ ਇਹ ਔਖਾ ਮੈਨੂੰ ਟੱਬਰ ਟੀਹਰ ਦਾ ਇੱਕ ਨੌਕਰੀ ਕਰਦੇ ਸੀ ਖਰੇ ਦੋ ਹੀ ਕਰਦੇ ਸੀ BC ਹਾਈਡਰੋ ਤੇ ਗੈਸ ਦੇ ਵਿੱਚ ਵੀ ਜਦ ਇੱਥੇ ਰਹੇ ਨੇ ਕੌਂਸਲਰ ਜਦ ਵੀ ਲੱਗੇ ਰਹੇ ਨੇ ਡਿਵਿਡਾ ਚੱਲਦਾ ਸੀ ਇੱਥੇ ਤਾਂ ਸੋਮਵਾਰ ਦੀ ਸੋਮਵਾਰੇ ਜਾਣਾ ਤੇ $70-80 ਹਜ਼ਾਰ ਘੁੱਗੀ ਕੁੱਟੀ ਜਾਂਦੀ ਕਹਿੰਦੇ ਵੀ ਨਾ ਮੈਂ ਤਾਂ ਇਹ ਕੰਮ ਨਹੀਂ ਕਰਨਾ ਟੱਬਰ ਨੂੰ ਸਮਾਂ ਦੇਣਾ ਪੈਂਟਿੰਗਟਨ ਦੇ ਵਿੱਚ ਜਾ ਕੇ ਕੌਂਸਲਰ ਦੇ ਪੇਪਰ ਭਰਤੇ ਬੱਲੇ ਬੱਲੇ ਹੋ ਗਈ ਇਹਦਾ ਮਤਲਬ ਇਹ ਇੱਥੇ ਤਾਂ ਨਹੀਂ ਭਰੇ ਵੀ ਲੋਕ ਰੋਹ ਸੀ ਲੋਕ ਘੇਰਦੇ ਸੀ ਕਿਤੇ ਇਕੱਠ ਜੋ ਕਹਿੰਦੇ ਵੀ ਵੋਟਾਂ ਸਾਤੋਂ ਲੈ ਕੇ ਤੇ ਪਿੱਠ ਕਰ ਗਿਆ ਹੁਣ ਪਤਾ ਨਹੀਂ ਇਹ ਗੱਲ ਕਿੱਥੋਂ ਕਹੀ ਜਾਂਦੇ ਨੇ ਵੀ ਜਿਹੜੀ ਪੋਲ ਬਹੁਤ ਉੱਚੀ ਹੈ ਪੋਲ ਸਭ ਤੋਂ ਅੱਗੇ ਹੈ ਬਰਿੰਡਾ ਲੋਕ ਵੀ ਕਹੀ ਜਾਂਦੇ ਮੇਰੀ ਪੋਲ ਸਭ ਤੋਂ ਉੱਪਰ ਹੈ ਸੋ ਇਹ ਪੋਲ ਵਗੈਰਾ ਦਾ ਤਾਂ ਸਮੇਂ 'ਤੇ ਪਤਾ ਲੱਗੂ ਪੋਲਾਂ ਵਾਲੇ ਬਹੁਤ ਤੁਰੇ ਫਿਰਦੇ ਨੇ ਜਿਹੜੇ ਜੇਬ ਦੇ ਵਿੱਚ ਫੋਨ ਲੈ ਕੇ ਰੱਖਦੇ ਨੇ ਜਦੇ ਕੱਢ ਕੇ ਪਹਿਲਾਂ ਪੋਲ ਦਿਖਾਉਂਦੇ ਆ ਇਸ ਵਾਰ ਦੇ ਸਰੀ ਦੇ ਰਿਜ਼ਲਟ ਜਿਹੜੇ ਨੇ ਬੜੇ ਅਲੱਗ ਹੋਣਗੇ ਲੋਕ ਇਸ ਗੱਲ 'ਤੇ ਵਜ਼ਿੱਦ ਨੇ ਸ਼ਹਿਰ ਦੇ ਦਫ਼ਤਰ ਨੂੰ ਉਹ ਆਪਣੇ ਜੋਗਾ ਰੱਖਣਾ ਚਾਹੁੰਦੇ ਨੇ ਵੀ ਸਾਡੇ ਜੋਗਾ ਦਫ਼ਤਰ ਰਹਿ ਜਾਵੇ ਜੇ ਇੱਥੇ ਵੀ ਪੈਸੇ ਵਾਲਿਆਂ ਦੀ ਦਬਸ਼ ਹੋ ਗਈ ਕਿੱਧਰ ਨੂੰ ਜਾਣਗੇ ਬਾਈ ਜੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਸਰਦਾਰ ਜਸਵੀਰ ਸਿੰਘ ਜੀ ਤੁਸੀਂ ਅੜੀਕ ਦੇ ਤੁਰ ਗਏ ਫੋਨ ਕਰੋ ਆਪਣੀ ਗੱਲ ਕਰ ਜਿਓ ਫਿਰ ਮੈਂ ਜਾਨੂੰ ਫਿਰ ਕਹਾਣੀ ਸੁਣਾਉਣਾ ਸਰਦਾਰ ਜਸਵੀਰ ਸਿੰਘ ਜੀ ਸਵਾਗਤ ਸਤਿ ਸ਼੍ਰੀ ਅਕਾਲ ਧੰਨਵਾਦ ਸਰਦਾਰ ਜੀ ਮੈਂ ਤਾਂ ਛੱਡ ਗਿਆ ਤੁਸੀਂ ਸਟੋਰੀ ਸੁਣਾਉਣੀ ਸੀ ਮੈਂ ਕਿਹਾ ਵੀ ਮੈਂ ਸਮਾਂ ਨਾ ਬਰਬਾਦ ਕਰਾਂ ਨਹੀਂ ਜੀ ਨਹੀਂ ਗੱਲ ਕਰ ਲਓ ਅੱਛਾ ਮੈਂ ਤਾਂ ਕਮੈਂਟ ਕਰਨਾ ਸੀਗਾ ਦੋ ਗੱਲਾਂ ਦੇ ਉੱਤੇ ਇੱਕ ਤਾਂ ਮੈਂ ਤੁਹਾਨੂੰ ਵਧਾਈ ਦੇਣੀ ਸੀ ਅੱਛਾ ਜੀ ਵਧਾਈ ਇਸ ਗੱਲ ਦੀ ਵੀ ਸਿਰ ਉਹ ਕਹਿੰਦੇ ਨਾ ਬਈ ਸਿਰ ਦੇ ਸਰਦਾਰ ਕਹਾਏ ਅਸੀਂ ਤਾਈਓ ਸ੍ਰੀ ਦਸਤਾਰਾਂ ਸੋਹਣੀਆਂ ਨੇ ਹਾਂ ਇਹ ਜਦੋਂ ਅੱਜ ਤੁਹਾਨੂੰ ਮੈਂ ਵੇਖਿਆ ਫੇਸਬੁੱਕ ਤੇ ਮਨ ਗਦਗਦ ਹੋ ਗਿਆ ਮੈਂ ਕਿਹਾ ਵੀ ਸਰਦਾਰ ਬਹਾਦਰ ਨੂੰ ਧੰਨਵਾਦ ਕਰਨਾ ਚਾਹੀਦਾ ਬਈ ਹੁਣ ਤੁਸੀਂ ਵਾਕਈ ਉਹਦੇ ਲੱਗਦੇ ਹੋ ਨਹੀਂ ਤਾਂ ਉਹ ਆਪਣੇ ਪਿੰਡਾਂ 'ਚ ਟੱਲੀਆਂ ਖੜਕਾਉਣ ਵਾਲੇ ਆਉਂਦੇ ਹੁੰਦੇ ਸੀ ਸੋਭੇ ਸ਼ਿਵ ਗੰਗਾ ਦਸਤਾਰ ਦੇ ਉੱਤੇ ਨਹੀਂ ਸੀ ਜੱਚਦੀ ਘਰ ਹਾਂਜੀ ਹਾਂ ਤੁਹਾਡਾ ਕਿਹਾ ਸਿਰ ਮੱਥੇ ਕਰਤਾ ਦੇਖ ਲਓ ਤੁਸੀਂ ਕਿਹਾ ਆਪਾਂ ਮੰਨ ਲਏ ਧੰਨਵਾਦ ਤੁਹਾਡਾ ਮੈਂ ਸਵਾਦ ਆ ਗਿਆ ਸਰਦਾਰ ਜੀ ਬਹਿਜਾ ਹੋ ਗਈ ਗਦਗਦ ਹੋ ਗਈ ਕਹਾਣੀ ਔਰ ਉਹਦੇ ਲਈ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਔਰ ਦੂਜੀ ਮੈਂ ਗੱਲ ਕਰਨੀ ਸੀ ਜਿਹੜੀ ਤੁਸੀਂ ਇੱਕ ਖਬਰ ਆਈ ਸੀਗੀ ਬਈ ਕ੍ਰਿਸਚਨ ਬਣਾਏ ਜਾ ਰਹੇ ਨੇ ਦੇਖੋ ਬਾਈ ਜੀ ਦੂਜੇ ਨੂੰ ਜਦੋਂ ਮਹਾਰਾਜ ਕਹਿੰਦੇ ਨੇ ਇਸ ਘਰ ਮੇਂ ਕੋਈ ਜਾਗਤ ਰਹੇ ਇਸ ਗ੍ਰਹਿ ਮੇਂ ਵੈਸੇ ਇਹ ਘਰ ਦੇ ਵਿੱਚ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਜਿਹੜਾ ਮਨੁੱਖ ਘਰ ਦੇ ਵਿੱਚ ਜਾਗੂਗਾ ਉਹਦੀ ਵਸਤ ਜਿਹੜੀ ਆ ਨਾ ਉਹ ਸੇਫ ਰਹੂਗੀ ਇਹ ਗੁਰ ਉਪਦੇਸ਼ ਹੈ ਸਾਡੇ ਇੱਥੇ ਗੁਰਦੁਆਰਿਆਂ 'ਚ
ਸਾਰਿਆਂ 'ਚ ਤਾਂ ਨਹੀਂ, ਪਰ ਬਹੁ ਗਿਣਤੀ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਗੱਲ ਘੱਟ ਤੇ ਬੰਦਿਆਂ ਦੀ ਜਥੇਬੰਦੀ ਦੀ ਜਾਂ ਧੜੇਬੰਦੀ ਦੀ ਗੱਲ ਜ਼ਿਆਦਾ ਹੁੰਦੀ ਹੈ। ਜੇ ਅਸੀਂ ਆਮ ਪਬਲਿਕ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਇਹ ਬਹੁਤ ਵੱਡਾ ਇੱਕ ਦੁਸ਼ਵਾਰੀ ਸਾਡੇ ਸਾਹਮਣੇ ਆਉਣ ਵਾਲੀ ਹੈ। ਇਹਦੇ ਲਈ ਤਿਆਰ ਰਹਿਣਾ ਚਾਹੀਦਾ। ਕਿਸੇ ਦਾ ਦੋਸ਼ ਕੋਈ ਨਹੀਂ, ਸਾਡਾ ਆਪਣਾ ਦੋਸ਼ ਹੈ। ਅਸੀਂ ਜਿਹਨੂੰ ਮੰਨਦੇ ਹਾਂ, ਜਿਹਨੂੰ ਗੁਰੂ ਕਹਿੰਦੇ ਆ, ਉਸ ਨੂੰ ਅਸੀਂ ਮੱਥਾ ਇਉਂ ਨਹੀਂ ਟੇਕਦੇ ਵੀ ਮੱਤ ਤੈਨੂੰ ਦਿੱਤੀ। ਅਸੀਂ ਮੱਥਾ ਇਉਂ ਟੇਕਦੇ ਆ ਵੀ ਤੂੰ ਹੁਣ ਖਹਿੜਾ ਛੱਡ, ਆ ਸਾਡਾ ਕੰਮ ਜਿਹਾ ਕਰ ਦੇ, ਤੇਰਾ ਅਖੰਡ ਪਾਠ ਕਰਾਤਾ, ਤੈਨੂੰ ਦੇਖ ਕਰਾਤੀ, ਤੈਨੂੰ ਪੈਸੇ ਦਿੱਤੇ, ਤੇਰੀਆਂ ਚੌਂਕੀਆਂ ਭਰਤੀਆਂ, ਸਾਡਾ ਬਿਜ਼ਨਸ ਚਲਾ ਦੇ। ਇਹ ਬਿਜ਼ਨਸ ਹੈ, ਏਦਾਂ ਨਹੀਂ। ਸਾਨੂੰ ਸਮਰਪਣ ਹੋਣ ਦੀ ਲੋੜ ਹੈ। ਸਿੱਖ ਨੂੰ ਗੁਰੂ ਪ੍ਰਤੀ ਆਪਣਾ ਸ਼ੌਕ ਪਾਲਣ ਦੀ ਲੋੜ ਹੈ, ਤੇ ਜਿਹੜੇ ਸ਼ੌਕ ਨਾਲ ਪਾਲਣਗੇ ਉਹਨਾਂ ਨੂੰ ਉਹਨਾਂ ਦੇ ਘਰ ਲੁੱਟੇ ਹੀ ਜਾਣੇ ਨੇ। ਇੱਕ ਇਹ ਕਮੈਂਟ ਸੀ। ਦੂਜਾ ਸਰਦਾਰ ਜੀ ਤੁਹਾਡੇ ਬੋਲ ਕੇ ਗਏ ਨੇ, ਸੁਣ ਕੇ ਸਵਾਦ ਆ ਗਿਆ। ਬਾਈ ਜੀ, ਮੇਰਾ ਇਹ ਵਿਸ਼ਵਾਸ ਹੈ ਕਿ ਜਦੋਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਲੀਲ ਹੋਣਾ ਪੈ ਜਾਵੇ, ਉਹਦਾ ਕੋਈ ਸਮਾਂ ਨਹੀਂ ਹੁੰਦਾ। ਆਪਣੀ ਜਹਾਲਤ ਦੀ ਜ਼ਿੰਦਗੀ ਨਾਲੋਂ ਜਿਉਣ ਦੇ ਜਿਹੜੇ ਬਾਕੀ ਪਲ ਨੇ ਉਹਨਾਂ ਦਾ ਆਨੰਦ ਮਾਣੋ। ਬਹੁਤ ਵਧੀਆ ਸਮਾਂ ਦਿੰਦੇ ਹੋ, ਬੜੀ ਮਿਹਰਬਾਨੀ ਤੁਹਾਡੀ। ਧੰਨਵਾਦ ਜੀ। ਦੇਖੋ ਸਰਦਾਰ ਸਾਹਿਬ ਦੀ ਗੱਲ ਦੀ ਮੈਂ ਤਈਦ ਕਰਦਾ। ਮੈਨੂੰ ਇਹ ਪਤਾ ਹੈ ਵੀ ਇਹ ਔਖਾ, ਕਹਿਣਾ ਸੌਖਾ ਹੈ, ਪਰ ਕਲੇਸ਼ ਦੇ ਵਿੱਚ ਰਹਿਣਾ, ਹਰ ਰੋਜ਼ ਜੂਤ ਪਤਾਣ, ਉਹ ਤੋਂ ਜਦ ਪਰਾਂ ਹੋ ਕੇ ਮਿੱਤਰੋ ਸੌਂਗੇ, ਨਿੱਤ ਕਾਟੋ ਤੁਹਾਡੀ ਫੁੱਲਾਂ ਤੇ ਹੋ। ਦੋਨੇ ਜੀਆਂ ਦੀ, ਇੱਕ ਦੀ ਨਹੀਂ ਮੈਂ ਕਹਿੰਦਾ, ਦੋਨੇ ਖੁਸ਼ ਹੋਵੋਗੇ। ਜਿਹੜੇ ਘਰ ਦੇ ਵਿੱਚ ਨਿੱਤ ਸੂਹਣ ਖੜੀ ਰਹਿਣੀ ਹੈ, ਉਹਦਾ ਫਾਇਦਾ ਕੀ ਹੈ? ਸੋ ਇਹਦਾ ਖਿਆਲ ਰੱਖਣ ਦੀ ਲੋੜ ਹੈ। ਤੇ ਬਈ ਜਦ ਤੁਸੀਂ ਤੰਗ ਹੋ ਤਾਂ ਪਰਾਂ ਹੋ ਜਾਓ। ਇਸ ਤਰ੍ਹਾਂ ਨਾ ਰਹੋ। ਜ਼ਿੰਦਗੀ ਮਿੱਤਰੋ ਇੱਕ ਵਾਰ ਮਿਲਣੀ ਹੈ, ਕਿਹਨੇ ਮੁੜ ਕੇ ਆਉਣਾ ਇੱਥੇ? ਸਵਰਗ ਨਰਕ ਕਿਤੇ ਹੋਰ ਹੈ ਨਹੀਂ, ਇੱਥੇ ਹੀ ਆ ਸਾਰਾ ਕੁਛ। ਨਰਕ ਹੀ ਹੈ ਜਿੱਥੇ ਹਰ ਰੋਜ਼ ਕਲੇਸ਼ ਹੋਣਾ, ਕਿਸੇ ਦੇ ਕੀਤੇ ਦਾ ਫਾਇਦਾ ਨਾ ਹੋਵੇ, ਕੀਤੇ ਦਾ ਸਤਿਕਾਰ ਨਾ ਹੋਵੇ, ਰੋਟੀਆਂ ਚੱਕ ਕੇ ਆਪ ਖਾਣੀਆਂ ਹੁਣ ਠੰਡੀਆਂ ਤੱਤੀਆਂ ਕਰਕੇ ਤੇ ਕੋਈ ਪੁੱਛੇ ਨਾ। ਤੇ ਉਧਰ ਇਸਤਰੀ ਸਾਰਾ ਦਿਨ ਕੰਮ ਕਰਕੇ ਆਵੇ ਤੇ ਮੂਹਰੇ ਰਾਠ ਬਣਿਆ ਬੈਠਾ ਹੋਵੇ, ਬਾਬੂ ਪਊਆ ਪੀ ਕੇ ਕਹੇ ਵਰਦੀ ਨੂੰ ਆ ਗਈ, ਬਹੁਤ ਸਮਾਂ ਲਾਇਆ ਹੀ, ਬਹੁਤ ਚਿਰ ਹੋ ਗਿਆ ਕੰਮ ਛੱਡੇ ਨੂੰ, ਤਾਂ ਕਿੱਥੋਂ ਆਈਆਂ? ਫਿਰ ਐਂ ਹੀ ਬੋਲਦੇ ਆ। ਫਿਰ ਉੱਥੇ ਨਹੀਂ ਫਾਇਦਾ ਹੈ। ਉਹ ਇਹ ਸਤਿਕਾਰ ਦੇ ਨਾਲ ਹੀ ਰਹਿਣਾ ਚਾਹੀਦਾ। ਤੇ ਫਿਰ ਜਦ ਸਤਿਕਾਰ ਮੁੱਕ ਗਿਆ, ਸਤਿਕਾਰ ਤੋਂ ਉੱਪਰ ਹੈ ਹੀ ਕੱਖ ਨਹੀਂ, ਇੱਜ਼ਤ ਹੀ ਹੈ। ਜਦ ਇੱਜ਼ਤ ਗਈ, ਇਹ ਬੜੀਆਂ ਗੱਲਾਂ ਹੈ। ਪੈਰਲਲ ਰਾਹ ਲੋਕਾਂ ਨੇ ਅਲਟਰਨੇਟਿਵ ਰਾਹ ਜ਼ਿੰਦਗੀ 'ਚ ਕਰ ਲਏ। ਫਿਰ ਆਉਣ ਵੇਲੇ ਤਾਂ ਕੈਨੇਡਾ ਸੋਹਣਾ ਲੱਗਦਾ ਹੈ, ਬੰਦਾ ਵੀ ਸੋਹਣਾ ਲੱਗਦਾ ਹੈ, ਕਾਲਾ ਚਿੱਟਾ। ਇੱਥੇ ਆ ਕੇ ਫਿਰ ਨਾਸਾਂ ਨੂੰ ਮੁਸ਼ਕ ਆਉਣ ਲੱਗ ਜਾਂਦਾ। ਉੱਧਰੋਂ ਇਕੱਲੇ ਬੰਦੇ ਦੀ ਨਾ ਗੱਲ ਕਰਾਂ, ਬੰਦੇ ਵੀ ਜਦ ਸਿਰੇ ਦਾ ਜਿਹੜਾ ਫਲ ਲੈ ਕੇ ਆਉਂਦੇ ਆ ਤੋੜ ਕੇ, ਉੱਥੋਂ ਪਤਾ ਹੁੰਦਾ ਵੀ ਮੇਰਾ ਕਿਸੇ ਪਾਸਿਓਂ ਮੈਚ ਨਹੀਂ, ਨਾ ਪਰਿਵਾਰ ਦਾ, ਨਾ ਪੜ੍ਹਾਈ ਦਾ, ਨਾ ਸਰੀਰ ਦਾ। ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਮੈਂ ਕੀ ਲੈ ਕੇ ਆਵਾਂ। ਰੰਗਾਂ ਦੇ ਨਾਲ ਨਹੀਂ ਕੁਛ ਹੁੰਦਾ, ਗੁਣਾਂ ਨਾਲ ਹੁੰਦਾ, ਚਿਹਰਿਆਂ ਨਾਲ ਨਹੀਂ ਹੁੰਦਾ। ਗੋਲ ਚਿੱਟੇ ਮੋਟੇ ਚਿਹਰਿਆਂ ਨਾਲ ਕੱਖ ਨਹੀਂ ਹੁੰਦਾ। ਜੇ ਢਿੱਡ 'ਚ, ਜੇ ਜਿਗਰੇ ਦੇ ਵਿੱਚ ਉਹੋ ਜਿਹੀ ਗੱਲੇ ਹੈ ਨਹੀਂ, ਤੇ ਚੱਕਮਾ ਚੁੱਲ੍ਹਾ ਹੈ ਵੀ ਜਿੱਥੇ ਮਰਜ਼ੀ ਬੈਗ ਰੱਖ ਲਓ ਜਾ ਕੇ, ਉਹ ਜ਼ਿੰਦਗੀ ਦਾ ਕੁਛ ਨਹੀਂ ਹੈ। ਖਿਆਲ ਰੱਖਣ ਦੀ ਲੋੜ ਆ। ਕਹਾਣੀ ਸੁਣਾਉਣਾ ਹੈ ਬੂਟਾ ਸਿੰਘ ਸ਼ਾਦ ਜੀ ਦੀ। ਕਹਾਣੀ ਲੰਮੀ ਬਹੁਤ ਹੈ, ਦੇਖਦਾ ਜਿੰਨੀ ਕੁ ਮੈਂ ਖਿੱਚ ਕੇ ਸੁਣਾ ਸਕਾਂ। ਛੋਟੀ ਵੱਡੇ ਪੇਜ ਨੇ, ਛੋਟੀ ਲਿਖਾਈ ਹੈ, ਤੇ 18-19 ਪੇਜ ਨੇ। ਦੇਣੇ ਆ ਫਿਰ ਕੱਟਾਂਗੇ ਸਰੀਰਾਂ ਨਾਲ। ਜੋੜ ਰਿਸ਼ਤਿਆਂ ਤੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਬੂਟਾ ਸਿੰਘ ਸ਼ਾਦ ਜੀ ਦੀ। ਥਾਂ ਦੀ ਇੱਟ ਬਖਤੌਰ ਫੌਜ ਤੋਂ ਨੌ ਕਟਾ ਕੇ ਉਹਨਾਂ ਦਿਨਾਂ 'ਚ ਨੰਦੋ ਮਕਲਾਵੇ ਆਈ। ਹਰਨੀ ਅਰਗੀ ਮੋਟੀਆਂ ਮੋਟੀਆਂ ਕਾਲੀਆਂ ਅੱਖਾਂ, ਸਰੀਰ ਦੀ ਛੀਂਟਕੀ ਤੇ ਸ਼ਬਾਬ ਦਾ ਤਿੱਖੜ ਦੁਪਹਿਰ। ਬਾਪੂ ਨੇ ਸ਼ਾਮੂ ਨੂੰ, ਜੱਟ ਨੂੰ 2000 'ਚ ਵੇਚਤੀ, ਤੇ ਮੁੱਲ ਤਾਂ ਕੁਛ ਵੀ ਨਹੀਂ ਸੀ। 4 ਜਵਾਕ ਸੀ ਸ਼ਾਮੂ ਦੇ ਪਹਿਲਾਂ। ਤੇ ਵੱਡੀ ਧੀ ਜਿਹੜੀ ਨੰਦੋ ਦਾ ਡੋਲਾ ਸ਼ਾਮੂ ਬੁੜਾ ਲੈ ਆਇਆ। ਬਖਤੌਰ ਫੌਜ 'ਚੋਂ ਨੌ ਕਟਾ ਕੇ ਬਾਹਰਲੇ ਬੰਨੇ ਬੈਠਕ ਪਾ ਲਈ। ਨਵੀਂ ਚਾਚੀ ਦੇਖਣ ਆਇਆ। ਨਵੀਂ ਮੁਕਤਸਰੀ ਜੁੱਤੀ ਦੀ ਹਾਲੇ ਡੋਰ ਨਹੀਂ ਸੀ ਘਸੀ, ਨੋਕਾਂ ਹਾਲੀ ਠੂਹੇ ਦੀ ਪੂੰਛ ਵਾਂਗੂ ਖੜੀਆਂ। ਤਿੱਲਾ ਨੰਦੋ ਦੇ ਖੱਟੇ ਰੰਗ ਵਾਂਗੂ ਦਿਸਦਾ ਸੀ, ਭੂਰੀ ਕੀੜੀ ਵਰਗਾ। ਨਹਾ ਧੋ ਕੇ ਮੁੱਛਾਂ ਨੂੰ ਵੱਟ ਦਿੰਦਾ, ਪੈਰ 'ਤੇ ਮਿੱਟੀ ਨਾ ਪੈਣ ਦਿੰਦਾ। ਭਾਜੀ ਨੂੰ ਜਦ ਤੜਕੇ ਲਾਉਂਦਾ ਦੇਸੀ ਘਿਓ ਦੇ, ਸਾਰੇ ਪਿੰਡ 'ਚ ਲੋਕਾਂ ਦੇ ਨੱਕ ਦੇ ਵਿੱਚ ਕੀੜੀਆਂ ਲੜਦੀਆਂ। ਕਦੇ ਬੱਕਰਾ ਚਾੜ ਲਿਆ, ਕਦੇ ਕੁਛ ਚਾੜ ਲਿਆ। ਚੀਕ ਦੀ ਜੁੱਤੀ ਦਾ ਜੜਾਕਾ ਪੈਂਦਾ
ਚਾਚੀ ਦੇ ਘਰ ਆ ਗਿਆ। ਜਦ ਚਾਚੀ ਦੇਖੀ ਅੱਖਾਂ ਖੜ ਗਈਆਂ, ਕੱਕੀਆਂ ਅੱਖਾਂ, ਪੈਰ ਗੱਡ ਕੇ ਖੜ ਗਈਆਂ। ਬਰਾਬਰ ਦਾ ਉਮਰ, ਬਰਾਬਰ ਦਾ ਹਾਣ। ਕਹਿੰਦਾ ਕੀ ਕਹਾਂ ਹੁਣ ਚਾਚੀ, ਮੱਥਾ ਟੇਕਦਾ। ਫੈਸਲਾ ਕਰ ਸਕਿਆ, ਮੁੱਛਾਂ ਨੂੰ ਵੱਟ ਚੜ੍ਹਦਾ, ਪੀੜੀ ਤੇ ਬਹਿ ਕੇ ਕਹਿੰਦਾ ਤਕੜੀਆਂ ਚਾਹ। ਗਾਹਾਂ ਚੀ ਨਾ ਕਿਹਾ। ਨੰਦੋ ਨੇ ਸਿਰ ਘੁਮਾ ਕੇ ਨਖਰੇ ਨਾਲ ਕਿਹਾ ਚਾਚੀ ਤੂੰ ਤਕੜਾ ਹੈ। ਨੰਦੋ ਨੇ ਸਰਸਰੀ ਕਿਹਾ, ਜਿਵੇਂ ਅਵੇਸ਼ 'ਚ ਕਹਿ ਰਹੀ ਸੀ। ਨੰਦੂ ਦੇ ਘਰ ਦੀਆਂ ਸੁੰਨੀਆਂ ਕੰਧਾਂ ਉੱਪਰ ਖੁਸ਼ੀ ਦਾ ਹੁਸਨ ਵਰਗਿਆ। ਨੰਦੋ ਬਹੁਤ ਉਦਾਸ ਸੀ ਜਿੱਦਣ ਮਕਲਾਵੇ ਆਈ। ਜਦ ਦਾ ਹੁਣ ਬਖਤੌਰ ਨੂੰ ਵੇਖਿਆ, ਜ਼ਿੰਦਗੀ ਬਦਲ ਗਈ। ਕੱਚਾ ਘਰ ਵੀ ਮਹਿਲਾਂ ਵਰਗਾ ਲੱਗੇ। ਸਰੋਂ ਦੇ ਤੇਲ ਦੀ ਵਾਸ਼ਨਾ ਵੀ ਆਉਣ ਲੱਗੇ ਵੀ ਪਤਾ ਨਹੀਂ ਕਿਹੜਾ ਇਹ ਤਰਫਲੇਲ ਹੈ। ਰਾਤ ਤਾਂ ਨੰਦੋ ਨੇ ਤਾਰਿਆਂ ਨਾਲ ਹੱਸ ਕੇ ਗੱਲਾਂ ਕੀਤੀਆਂ। ਜਾਂਦੀ ਦੂਜੇ ਦਿਨ ਸਵੇਰ ਸ਼ਾਮੂ ਬਾਬਾ ਖੇਤ ਤੁਰ ਗਿਆ। ਨੰਦੋ ਨੇ ਕਾਲੀ ਕਮੀਜ਼ ਤੇ ਸਰਬਾਰ ਪਾਲੀ, ਚਿੱਟਾ ਦੁਪੱਟਾ ਚੰਦਰਮੇ ਵਰਗਾ। ਬਖਤੌਰ ਆ ਗਿਆ, ਦਰਵਾਜ਼ੇ 'ਚ ਪੈਰ ਮਾਰ ਲਿਆ। ਤੁਰਲੇ ਵਾਲੀ ਪੱਗ, ਮੱਥਾ ਮੱਥੇ ਨਾਲ ਦਾ, ਕਾਲੇ ਚਾਦਰੇ ਦੇ ਵਿੱਚ ਦੀ ਪੱਟ ਤੇ ਮੋਰਨੀ ਉੱਡਣ ਨੂੰ ਤਿਆਰ ਖੜੀ ਸੀ। ਨੰਦੋ ਦਰਵਾਜ਼ਾ ਬੰਦ ਕਰ ਆਈ। ਦੋਨੇ ਬਹਿ ਗਏ। ਉਮਰਾਂ ਦੀ ਗੱਲ ਹੈ, ਬਖਤੌਰ ਫੈਸਲਾ ਕਰਦਾ ਸੀ। ਉਮਰ ਲੰਘਾਏਗੀ? ਹਾਂ ਮੇਰੇ ਹਾਣੀਆਂ, ਮੂਹਰੇ ਨੰਦੋ ਨੇ ਕਿਹਾ। ਤੈਨੂੰ ਮੇਰੇ ਸੀਨੇ 'ਚੋਂ ਆਰੀ ਵੀ ਚੀਰ ਕੇ ਨਹੀਂ ਕੱਢ ਸਕਦੀ। ਬਖਤੌਰ ਜਮਾਂ ਹੀ ਹੱਥਾਂ 'ਚ ਆਇਆ ਸੀ। ਕਪਾਹ ਖਿੜਨ ਲੱਗੀ। ਸ਼ਾਮੂ ਨੰਦੋ ਦੇ ਗੋਰੇ ਪਿੰਡੇ ਤੇ ਸਿਕਰੀਆਂ ਦੀਆਂ ਝਰੀਟਾਂ ਨਹੀਂ ਸੀ ਵੇਖਦਾ। ਉਹਨੂੰ ਪਤਾ ਸੀ 20 ਵਰੇ ਛੋਟੀ ਆ, ਪਰ ਖਿਆਲ ਬਹੁਤ ਰੱਖਦਾ। ਤੂੰ ਰਹਿਣ ਦੇ, ਤੂੰ ਨਾ ਆਈ। ਕਪਾਹ ਚੁਗਣ, ਚੋਣੀਆਂ ਹੋਰ ਲਾ ਦੇਂਗੀਆਂ। ਐਵੇਂ ਲੁੱਸ ਕਰਦਾ, ਮਾਸ ਬਾਹਾਂ ਦਾ ਉੱਪਰ ਝਰੀਟਾਂ ਵੱਜੀਆਂ, ਮੈਨੂੰ ਤੰਗ ਕਰਨਗੀਆਂ। ਸ਼ਾਮੂ ਵੀ ਖਿਆਲ ਰੱਖਦਾ। ਸਾਰਾ ਟੱਬਰ ਕਪਾਹ ਚੁਗਣ ਜਾਂਦਾ। ਇੱਕ ਦਿਨ ਬਖਤੌਰਾ ਆ ਕੇ ਕਹਿੰਦਾ ਅੱਜ ਮੈਂ ਪੀਣੀ ਆ। ਨੰਦੋ ਪਲ ਪਲ 'ਚ ਝਿਜਕੀ। ਉਹਦੀਆਂ ਅੱਖਾਂ ਕੁਛ ਬਖਤੌਰ ਨੂੰ ਕਹਿ ਰਹੇ ਸੀ। ਬਖਤੌਰ ਨੇ ਦਬਕਤੀ, ਤੂੰ ਚਾਹਾਂ ਦਾਰੂ ਨੂੰ ਕਹਿਣੀ ਹੈ? ਕਹਿਣਾ ਜਿਹੜਾ ਕੁਛ ਮਰਜ਼ੀ। ਬਖਤੌਰ ਨੇ ਚਾਦਰੇ ਦੇ ਡੱਬ 'ਚੋਂ ਮੋਟਾ ਸੰਤਰਾ ਧੂ ਕੇ ਕੱਢਿਆ। ਦੂਜੇ ਬੰਨੇ ਦੇਸੀ ਕੱਟਾ ਉਹਨੇ ਸੱਜੇ ਪਾਸੇ ਘੁਮਾ ਕੇ ਚਾਦਰੇ ਦੇ ਦੂਜੇ ਬੰਨੇ ਕੱਟ ਲਿਆ। ਦੇਸੀ ਸਾਕ ਦਾ ਪਿਸਤੌਲ ਕਾਇਮ ਹੋਇਆ ਫਿਰਦਾ ਸੀ। ਨੰਦੋ ਨੇ ਅਚਾਰੀ ਤੁੱਕਿਆਂ ਦੀ ਕੌਲੀ ਭਰ ਲਈ। ਜਦ ਪੀਤਾ ਨਾ ਬਖਤੌਰ ਨੇ ਹਲਕ 'ਚ ਡੋਲ ਲਿਆ। ਜਦ ਚੱਕ ਕੇ ਅਚਾਰੀ ਤੁੱਕਾ ਮੂੰਹ 'ਚ ਪਾਇਆ, ਕੋੜ ਕਿਲੜੇ ਦੀ ਪੂੰਛ ਵਾਂਗੂ ਮੂੰਹ ਦੇ ਵਿੱਚ ਅਚਾਰੀ ਤੁੱਕਾ ਜਿਹੜਾ ਗੇੜੇ ਦਵੇ। ਨੰਦੋ ਮੂਹਰੇ ਬੈਠੀ ਗਲਾਸ ਭਰ ਕੇ ਮੂਹਰੇ ਕਰਤਾ। ਨਾਲ ਮੀ ਬਖਤੌਰ ਜਦ ਦਾ ਪੱਕਾ ਸੀ, ਹਟਿਆ ਨਾ। 2 ਕੁੱਟਾਂ ਜਿਹੜੀਆਂ ਧੱਕੇ ਨਾਲ ਨੰਦੋ ਨੂੰ ਪਿਲਾਤੀਆਂ। ਮਨ ਦੇ ਵਿੱਚ ਬਹੁਤ ਧੜਕੂ ਲੱਗਿਆ। ਮੈਂ ਨਾ ਹੀਰੇ ਤੇਰੇ ਪਿੱਛੇ ਜਾਨ ਮਾਰ ਦੂੰ। ਬਖਤੌਰ ਸ਼ਰਾਬੀ। ਮੈਂ ਸਾਰੇ ਤੇਰੇ ਤੇ ਪਿੰਡ ਮਾਰ ਦੂੰ। ਬਖਤੌਰੂ ਫੌਜੀ ਸੀ। ਮੈਂ ਦਿੱਲੀ ਦੱਖਣ ਗਾ ਦੂੰ। ਮੈਂ ਤੇਰਾ ਸਹਾਰਾ ਜੇ ਤੂੰ ਮੇਰੀ ਜਾਨ ਲੈ ਲਈ, ਪਰ ਨਾਰਾਜ਼ ਨਾ ਹੋਈ ਕਦੇ। ਬਾਬੂ ਬਣ ਕੇ ਮੋਟੀ ਜੀਭ ਕਰਕੇ ਬਖਤੌਰਾ ਬੋਲੀ ਜਾ ਰਿਹਾ ਸੀ। ਨਸ਼ੇ 'ਚ ਹੋਸ਼ ਵਾਲੀਆਂ ਗੱਲਾਂ, ਦਲੇਰੀ ਦੀਆਂ ਗੱਲਾਂ। ਨੰਦੋ ਕਹਿੰਦੀ ਐਂ ਕਿਵੇਂ ਰਹਾਂਗੇ, ਜ਼ਿੰਦਗੀ ਬਹੁਤ ਲੰਗੀ ਆ ਹਾਣੀਆਂ, ਆਪਾਂ ਚੱਲ ਕਿਤੇ ਚੱਲੀਏ। ਮੈਂ ਕਿਹੜਾ ਪੁੰਨ ਦੀ ਆ, ਮੈਂ ਤਾਂ ਮੁੱਲ ਦੀ ਆ। ਇੰਨੀ ਗੱਲ ਨੂੰ ਕਮਲੀ ਹੋ ਗਈ। ਇੱਕ ਲਲਕਰਾ ਮਾਰਾਂ, ਪਿੰਡ ਸੁੱਤਾ ਸੌਂ ਜਾਂਦਾ। ਫੌਜੀਆਂ ਇਹੀ ਪਿੰਡ 'ਚ ਰਹਿਣਾ, ਕਿਹੜੀ ਗੱਲ ਦਾ ਵਹਿਮ ਕਰਦੀਆਂ? ਕਿੱਕਰਾਂ ਤੇ ਤਾਂ ਕੁੱਤੀਆਂ ਹੁਣ ਚਾੜਨੀਆਂ। ਦੇਖੀ ਗੁੱਲਾਂ ਦਾ ਲਾ ਕੇ ਪੂਰਾ ਮਗਰਾ ਭੰਨ ਕੇ ਉਹਦੇ ਤੇ ਬੱਕਰੀ ਚਾੜੂ। ਫਿਕਰ ਕਿਹੜਾ ਗੱਲ ਕਰਦੀ ਐ? ਮੈਦਾਨ ਛੱਡਣਾ ਸੂਰਮੇ ਦਾ ਕੰਮ ਨਹੀਂ। ਤੇਰੇ ਵੱਲ ਕੋਈ ਚੀਚੀ ਚੱਕੂ, ਚੀਚੀ ਘਸਾ ਕੇ ਵੱਢ ਦੂੰ, ਧਰਤੀ ਦੀ ਗੱਡ ਦੂੰ, ਜਵਾਕ ਕਹਾਣੀ ਪੀੜ ਦੂੰ। ਬਖਤੌਰ ਨੇ ਮਸਤੀ ਊਠ ਵਾਂਗੂ ਦੰਦ ਕਿਰਚੇ ਜਿਵੇਂ ਖਰਾਸ ਚੱਲਦਾ। ਨੰਦੋ ਦੀ ਦੁਪਹਿਰ ਨੂੰ ਅੱਖ ਖੁੱਲੀ ਪੀ ਕੇ ਪੈ ਗਏ। ਧੁੱਪਾਂ ਢਲ ਗਈਆਂ। ਮਨ ਬਹੁਤ ਘਬਰਾਇਆ। ਅੱਥਣ ਦੀ ਚਾਹ ਸ਼ਾਮੂ ਲੈਣ ਆ ਗਿਆ। ਜਦ ਉਹਨੇ ਦੇਖਿਆ ਬਖਤੌਰ ਅੰਦਰ ਪਿਆ। ਇਹ ਅੰਦਰ ਪਿਆ ਭਾਈ ਦਾ ਲੜਕਾ ਸੀ, ਘਰਾਂ 'ਚੋਂ ਭਤੀਜਾ ਸੀ। ਬਖਤੌਰ ਅੰਦਰ ਪਿਆ। ਕੌਣ? ਨੰਦੋ ਚਰਿੱਤਰ 'ਚ ਆ ਗਈ। ਬਖਤੌਰ ਹੋਰ ਕੌਣ? ਉਹ ਹੈਗਾ
ਪਤਾ ਨਹੀਂ ਘੰਟਾ ਕੁ ਹੋਇਆ ਸੀ, ਚਾਚਾ ਕਰਦਾ ਅੰਦਰ ਵੜ ਗਿਆ। ਮੈਂ ਆਖਿਆ ਭਾਈ ਤੇਰਾ ਚਾਚਾ ਘਰੇ ਨਹੀਂ। ਆਖੇ ਚਾਚੀ ਤੂੰ ਝੂਠ ਬੋਲਦੀਆਂ, ਸ਼ਰਾਬੀ ਸੀ। ਖੜੇ ਪੈ ਗਿਆ, ਆਖੇ ਚਾਚਾ ਅੰਦਰ ਆ, ਤੇ ਪੁੱਠਾ ਹੋ ਕੇ ਡਿੱਗ ਪਿਆ। ਅੰਦਰੇ ਸੌਂ ਗਿਆ ਅੰਦਰ। ਵੱਡਾ ਨਾਡੂ ਖਾਂ ਸ਼ਾਮੂ ਕਹਿੰਦਾ ਬਾਹਰ ਨਹੀਂ ਕੱਢੀਦਾ ਸੀ। ਕੀ ਹੋਇਆ? ਘਰਾਂ ਦਾ ਮੁੰਡਾ ਜੇ ਜਾ ਕੇ ਅੰਦਰ ਪੈ ਗਿਆ, ਨੰਦੋ ਸਿੱਧੀ ਹੋ ਗਈ। ਥੋੜ੍ਹਾ ਜਿਹਾ ਫਰਕ ਸੀ ਦੋਨਾਂ 'ਚ। ਸ਼ਾਮੂ ਨੂੰ ਵੀ ਪਤਾ ਸੀ, ਨੰਦੋ ਨੂੰ ਵੀ ਪਤਾ, ਜੇ ਝੱਗਾ ਚੱਕਿਆ ਗਿਆ ਤਾਂ ਗੱਲ ਬਾਹਰ। ਉਹਦਾ ਠੀਕ ਹੈ, ਪਰ ਉਹ ਡਾਕੂ ਹੈ, ਤੇਰਾ ਭਤੀਜਾ ਹੈ, ਐਂ ਕਹੀ ਜਾਂਦਾ ਜਿਵੇਂ। ਨੰਦੋ ਦੇ ਚਿਹਰੇ 'ਤੇ ਗੁੱਸਾ ਸੀ। ਡੋਲੂ ਲੈ ਕੇ ਚਾਹ ਦਾ ਸ਼ਾਮੂ ਤੁਰ ਪਿਆ। ਬਖਤੌਰ ਨੂੰ ਨੰਦੋ ਨੇ ਉਠਾਤਾ, ਉੱਠ ਹੁਣ। ਆਥਣੇ ਜਾਂ ਸ਼ਾਮੂ ਆਇਆ, ਨੰਦੋ ਨੇ ਜਾਣ ਕੇ ਗੁੱਸਾ ਕਰਤਾ। ਉਹ ਗੁਲਾਬ ਕੁਰੇ, ਕਦੇ ਕੁਛ ਕਰੇ, ਛੰਨੇ 'ਚ ਦੁੱਧ ਤਾਂ ਪਾ, ਮੂੰਹ ਸਜਾਈ ਫਿਰੇ। ਕਿਉਂ ਐ ਮੂੰਹ ਸਜਾਈ ਫਿਰਦੀਆਂ? ਸ਼ਾਮੂ ਦੇ ਵੱਲ ਨਿਕਲ ਗਏ। ਦੇ ਨਹੀਂ ਕੁੜੀਏ ਇਹਨੂੰ ਦੁੱਧ, ਨੰਦੋ ਨੇ ਸ਼ਾਮੂ ਦੀ ਬੜੀ ਧੀ ਨੂੰ ਕਿਹਾ। ਨੇੜੇ ਨਾ ਲੱਗੀ। ਰਾਤ ਨੂੰ ਨੰਦੋ ਸ਼ਾਮੂ ਦੇ ਕੋਲ ਮੰਜਾ ਨਾਲ ਡਾਹ ਕੇ ਖਿੱਚ ਕੇ ਪਰਾਂ ਕਰਤਾ। ਦੂਜੇ ਦਿਨ ਬਖਤੌਰ ਮਿਲਿਆ ਸ਼ਾਮੂ ਮੂਹਰੇ, ਕਹਿੰਦਾ ਬਖਤੌਰ ਕੋਈ ਕੰਮ ਸੀ ਕੱਲ੍ਹ, ਮੈਨੂੰ ਭਾਲਦਾ ਸੈਂ? ਨੰਦੂ ਨੇ ਮੂਹਰੇ ਹੋ ਕੇ ਕਿਹਾ ਤਾਏ ਨੇ। ਬਖਤੌਰ ਦੇ ਪੈਰ ਹੱਟ ਬੰਨੇ, ਕਹਿੰਦਾ ਨਹੀਂ। ਫੇਰ ਸ਼ਾਮੂ ਦੇ ਮੱਥੇ 'ਤੇ ਪਾੜ ਜਿੱਡੀ ਤਿਊੜੀ ਪੈ ਗਈ। ਕੱਲ ਚਾਚੀ ਨੇ ਕੀ? ਉਹ ਨਾ ਸੱਚ ਹੋ ਚਾਚਾ। ਨਾ ਕੱਲ ਮਿਰਾਬਾਂ ਦੇ ਘਰੇ ਬੈਠਾ ਪੀਲੀ, ਉੱਥੇ ਚੱਲ ਪਈ ਪਾਣੀ ਦੀ ਗੱਲ। ਮੈਂ ਤੇਰੇ ਨਾਲ ਪਾਣੀ ਦੀ ਗੱਲ ਕਰਨਾ ਸੀ। ਰਾਜ ਬੀਹੀ ਦਾ ਸਹੁਰੀ ਇਹੋ ਜਿਹੀ ਹਵਾ ਲੱਗੀ, ਪੈਰ ਚੱਕੇ ਗਏ। ਤੇਰੇ ਨਾਲ ਗੱਲ ਕਰਦਾ ਪੁੱਠਾ ਆ ਕੇ ਡਿੱਗ ਪਿਆ। ਐਤਕੀ ਪਾਣੀ ਅਸੀਂ ਪਹਿਲਾਂ ਖਰੀਦ ਲਿਆ, ਸ਼ਾਮੂ ਨੇ ਕਿਹਾ। ਸ਼ਾਮੂ ਦਾ ਸ਼ੰਕਾ ਨਿਵਰਤ ਹੋ ਗਿਆ। ਸ਼ਾਮੂ ਤੇ ਨੰਦੋ ਸਿੱਧੀ ਨਾਲ ਗੱਲ ਚੱਲਦੀ, ਰੌਲਾ ਪੈਂਦਾ। ਉਹ ਕਹਿੰਦਾ ਕੋਲ ਨਹੀਂ ਬਹਿੰਦੀ। ਉਹ ਕਹਿੰਦੀ ਧੰਦੇ ਕਰਦੀ ਥੱਕ ਜਾਂਦੀ ਆ, ਮੈਂ ਕੀ ਕਰਾਂ? ਕੁੜੀ ਕੀ ਕਰਦੀ ਰਹਿੰਦੀ ਆ? ਉਹ ਕਿਹੜਾ ਵਿਹਲੀ ਬਹਿੰਦੀ? ਆਹ ਮਹੀਨੇ ਕੰਮ ਬਹੁਤ ਹੁੰਦੇ ਨੇ। ਦਾਰੂ ਦੀ ਜਦ ਗੱਲ ਚੱਲਦੀ, ਉਹ ਸ਼ਰਾਬ ਨੂੰ ਬਹੁਤ ਮਾੜਾ ਕਹਿੰਦੀ। ਬਖਤੌਰ ਨੂੰ ਵੀ ਕਹਿੰਦੀ ਸ਼ਰਾਬ ਮੈਨੂੰ ਬਹੁਤ ਭੈੜੀ ਲੱਗਦੀ ਹੈ। ਉਹ ਮੁੜ ਗਿਆ, ਹੀਰੇ ਨਿੱਤ ਨਹੀਂ ਜਗਤ 'ਤੇ ਆਉਣਾ, ਦੁਪਹਿਰੇ ਪੀਂਦਾ। ਨਿੱਤ ਨਹੀਂ ਬਾਜ਼ਾਰੀ ਆਉਣਾ। ਬਖਤੌਰ ਗੱਜਦਾ, ਨੰਦੋ ਉਹਦੇ ਮੂੰਹ 'ਤੇ ਹੱਥ। ਲੋਕ ਨਾ ਸੁਣ ਲੈਣ, ਰੌਲਾ ਪੈਦਾ। ਮੈਂ ਕਿਹਾ ਲੋਕ ਕਿੰਨਾ ਕੁ ਚਿਰ ਮਿਲਾਂਗੇ। ਬਖਤੌਰ ਮਾੜੀ 'ਤੇ ਆਇਆ ਸੀ। ਜਦੇ ਸ਼ਾਮੂ ਨੇ ਆਵਾਜ਼, ਗੁਲਾਬ ਕੁਰੇ। ਜਦ ਉਹਨੇ ਕਿਹਾ, ਬਖਤੌਰ ਅੰਦਰ ਬੈਠਾ ਸੀ। ਬਖਤੌਰ ਤੇ ਨੰਦੋ ਸੰਭਲ ਗਏ। ਬਖਤੌਰ ਘਬਰਾ ਗਿਆ। ਹੁਣ ਤੂੰ ਤੂੜੀ ਵਾਲੇ ਅੰਦਰ ਵੜ ਜਾ, ਮੈਂ ਉਹਨੂੰ ਅੰਦਰ ਲੈ ਆਊਂ, ਤੂੰ ਬਾਹਰ ਚਲੇ ਜਾਈ। ਉਹਨੇ ਅੰਦਰ ਵੜਾ। ਕੀ ਕਰਦੀ ਸਾਂ ਮੈਂ? ਬਾਜਾਂ ਮਾਰ ਕੇ ਕਮਲਾ ਹੋ ਗਿਆ ਸ਼ਾਮੂ ਗੁੱਸੇ 'ਚ ਦੀ। ਮੈਂ ਸੁੱਤੀ ਪਈ ਸੀ, ਆ ਪਸ਼ੂ ਭੁੱਖੇ ਖੜੇ, ਇਹਨਾਂ ਨੂੰ ਨੀਰਾ ਨਾ ਕੱਖ। ਸ਼ਾਮੂ ਨੰਦੋ ਤੇ ਹੈਰਾਨ ਸੀ। ਮੇਰਾ ਤਾਂ ਕਾਲਜਾ ਦੁਖੀ ਜਾਂਦਾ, ਸਿਰ ਪੱਟ ਜਾਂਦਾ। ਤੈਨੂੰ ਪਸ਼ੂਆਂ ਦੀ ਪਈ ਹੈ। ਸਿਰ ਤੋਂ ਚੁੰਨੀ ਮੋਢਿਆਂ ਤੋਂ ਲੈ ਕੇ ਸਿਰ 'ਤੇ ਜਦੇ ਘਸਾ ਲਈ, ਬੰਨ੍ਹ ਲਈ। ਸ਼ਾਮ ਨੂੰ ਹੱਥਾਂ। ਕੀ ਹੋ ਗਿਆ? ਸ਼ਾਮੂ ਦੀ ਆਵਾਜ਼ ਘਬਰਾਹਟ ਦੀ। ਨੇੜੇ ਹੋ ਕੇ, ਤੇਰੇ ਮੂੰਹ 'ਚੋਂ ਹਵਾ ਆਉਂਦੀ ਹੈ, ਕਿਉਂਕਿ ਪਲਾਈ ਹੋਈ ਸੀ। ਕਿਹਦੀ? ਕਾਹਦੀ? ਕਿਵੇਂ? ਮੈਂ ਕਹਿੰਦਾ ਜਿਵੇਂ ਨਸ਼ਾ ਹੁੰਦਾ। ਕੀ ਗੱਲ ਕਰਦਾ? ਤੇਰਾ ਅੰਬਰ ਧਾਰਾ ਮੱਥੇ 'ਤੇ ਲਾਇਆ। ਨੰਦੋ ਨੇ ਖੰਭ ਛੜਾਏ, ਪਾਸਾ ਵੱਟ ਲਿਆ। ਸ਼ਾਮੂ ਉਹਦਾ ਪਾਸਾ ਵੱਟਣ 'ਤੇ ਉਰੇ ਨੂੰ ਘੁੰਮਦਾ। ਅੱਛਾ, ਸ਼ਾਮੂ ਅੰਬਰ ਧਾਰੇ ਦੀ ਖੁਸ਼ਬੂ ਨੂੰ ਮੰਨ ਗਿਆ। ਉਹਦਾ ਨੰਦੋ ਦੇ ਮੱਥੇ ਤੋਂ ਜੀਭ ਮਾਰ ਕੇ ਸਾਰੀ ਖੁਸ਼ਬੂ ਚੱਟਣ ਨੂੰ ਜੀ ਕਰੇ। ਅੰਬਰ ਧਾਰੇ ਦੀ ਖੁਸ਼ਬੂ ਨੇ ਸ਼ਾਮੂ ਨੂੰ ਨਸ਼ਾ ਦਿੱਤਾ। ਦੁਪਹਿਰ ਦੀ ਖਾਧੀ ਭੁੱਕੀ 'ਤੇ ਸ਼ਾਮੂ ਕਾਇਮ ਹੋ ਗਿਆ। ਸ਼ਾਮੂ ਨੰਦੋ ਨੂੰ ਭੱਜ ਕੇ ਪਿਆ। ਪੈ ਤੇਰੀਆਂ ਲੱਤਾਂ ਕੁੱਟਾਂ। ਸਿਰ ਕੁੱਟੇ, ਪੈਰ ਕੁੱਟੇ, ਲੱਤਾਂ ਕੁੱਟੇ। ਸਾਰੀ ਰਾਤ ਠੰਡੇ ਪਾਣੀ ਦੀਆਂ ਪੱਟੀਆਂ। ਸਾਰਾ ਜਿਹੜਾ ਟੱਬਰ ਨੰਦੋ ਦੇ ਮੱਥੇ 'ਤੇ ਰਿਹਾ। ਨੰਦੋ ਨੂੰ ਵੀ ਸ਼ੱਕ ਨਹੀਂ ਸੀ ਸ਼ਾਮੂ ਇੰਨਾ ਛੇਤੀ ਮੁੜ ਗਏ। ਸ਼ਾਮੂ ਦੀ ਆਵਾਜ਼। ਦੂਜੇ ਦਿਨ ਗੱਲਾਂ ਜਦ ਚੱਲੀਆਂ, ਮੈਨੂੰ ਕੀ ਪਤਾ ਸੀ ਕਿੱਥੋਂ ਆ ਗਿਆ ਮਰਨਾ। ਨੰਦੋ ਨੂੰ ਬਹੁਤ ਗੁੱਸੇ ਦੀ। ਚੌਰੇ ਨੂੰ ਸ਼ੱਕ ਹੈ, ਤੂੰ ਮੰਨਦੀ ਨਹੀਂ, ਬਖਤੌਰ ਨੇ ਕਿਹਾ। ਕੀ ਕਰਾਂ ਮੈਂ ਹੁਣ? ਮੈਂ ਇਹਦੀ ਸ਼ੱਕ ਨੂੰ ਕਿਵੇਂ? ਨਹਾ ਕੇ ਇੱਕ ਦਿਨ ਦੁਬਾਰਾ ਤਿਆਰ ਹੋ ਕੇ ਨੰਦੋ ਅੰਦਰ ਬੈਠੀ, ਬਖਤੌਰ ਬੈਠਾ। ਸ਼ਾਮੂ ਫੇਰ ਆ ਗਿਆ। ਜਦ ਸ਼ਾਮੂ ਅੰਦਰ ਵੜ ਗਿਆ ਤਾਂ ਉਹਨੂੰ ਸੰਦੂਖਾਂ ਵਾਲੇ ਬਖਤੌਰ ਨੂੰ ਬਾੜਤਾ। ਜਦ ਬਖਤੌਰ ਨੇ ਸਾਹਮਣੇ ਦੇਖਿਆ ਵੀ ਉਹਦੀ ਜਿੰਦ ਜਾਨ ਹੈ। ਸ਼ਾਮੂ ਕਹੇ ਉਹਦੀ ਘਰ ਆ, ਬਖਤੌਰ ਕਹੇ ਮੇਰੀ ਘਰ ਵਾਲੀ ਹੈ। ਉਹਦੇ ਬਾਅਦ ਸ਼ਾਮੂ ਨੂੰ ਕੰਨ ਵਲੇਲ ਪੈ ਗਈ। ਹੌਲੀ ਗੱਲਾਂ ਉਹਨੂੰ ਤੱਕ ਪਹੁੰਚ ਗਈਆਂ। ਪਰ ਉਹਦਾ ਨੰਦੋ ਨੂੰ ਕੁੱਟਣ ਦੀ ਜਗ੍ਹਾ ਉਹਦਾ ਮਨ ਸੀ ਵੀ ਜਿੱਦਣ ਬਖਤੌਰ ਆ ਗਿਆ ਨੇੜੇ, ਉਹਨੂੰ ਮੈਂ ਮੰਨ ਜੂ। ਇੱਕ ਦਿਨ ਖੂਹ 'ਤੇ ਤੁਰੇ ਜਾਂਦੇ ਨੂੰ ਸ਼ਾਮੂ ਮੂਹਰੇ ਹੋ ਕਹਿੰਦਾ, ਤੂੰ ਜੱਟਾ
ਖੇਤ 'ਚ ਡੰਡੀ ਪਾ ਛੜੀ, ਮੈਂ ਤੇਰੇ ਵੱਲ ਮੂੰਹ ਦਵਲ ਦੇਖਦਾ, ਹਟ ਜਾ, ਨਹੀਂ ਨਾਸਾਂ ਭੰਨੂ, ਲਾਸ਼ ਜਾਊ, ਸਾਰਾ ਬਾਣ ਯਾੜਨ ਨੂੰ ਫਿਰਦਾ ਤੂੰ, ਤੈਨੂੰ ਪਤਾ ਨਹੀਂ ਮੇਰੇ ਤੰਤ ਦਾ। ਬਖਤੌਰ ਸ਼ਾਮੂ ਦੇ ਖਾਲੀ ਬਾਣ 'ਚ ਤੁਰਿਆ ਜਾਂਦਾ। ਬਖਤੌਰ ਸਮਝ ਗਿਆ ਵੀ ਸ਼ਾਮੂ ਕਿਹੜੀ ਗੱਲ ਕਹਿੰਦਾ, ਤੇ ਗੱਲ ਕੀ ਕੀਤੀ। ਸ਼ਾਮੂ ਨੇ ਲਿਆ ਕੇ ਲੱਤਾਂ ਤੇ ਜਾਤੂ ਮਾਰਿਆ। ਬਖਤੌਰ ਬਾਣ ਦੇ ਵਿੱਚ ਚਿੱਤ ਕਰਤਾ, ਪਤਾ ਨਹੀਂ ਸੀ ਮੂਧੇ ਪੈ ਦੇ ਇੱਕ ਹੋਰ ਜਾਤੂ ਮਾਰਿਆ। ਬਖਤੌਰ ਨੇ ਮਿਹਨਤ ਨਾ ਕੀਤੀ, ਪਰ ਪਤਾ ਨਹੀਂ ਸੀ ਦਾਰੂ ਪੀਤੀ 'ਚ ਪੁੱਠਾ ਗਿਰ ਗਿਆ। ਆਥਣੇ ਜਾਂ ਰੌਲਾ ਪੈ ਗਿਆ। ਰੌਲਾ ਪੈਣ ਤੇ ਨੰਦੋ ਜਿਹੜੀ ਸ਼ਾਮੂ ਨੂੰ ਪੈ ਗਈ, ਮੇਰੇ ਪਿਓ ਦਿਆ ਸਾਲਿਆ ਤੂੰ ਕਿਉਂ ਬਣਦਾ ਉਹਦੇ ਸੱਟਾਂ ਮਾਰੀਆਂ ਮੁੰਡੇ ਤੇ, ਤੂੰ ਬਸਣਾ ਕਿ ਨਹੀਂ, ਸ਼ਰੀਕੇ 'ਚ ਪੈਰ ਪਗੇ ਹੋ ਕਿਵੇਂ ਰਹੇਗਾ। ਨੰਦੋ ਸ਼ੀਣੀ ਬਣੀ ਸੀ। ਸ਼ਾਮੂ ਠੰਬਰ ਗਿਆ। ਨੰਦੋ ਨੇ ਉਂਗਲ ਕਰਤੀ ਸ਼ਾਮੂ ਨੂੰ, ਨਿਕਲ ਘਰੋਂ ਜੇ ਅਸਲੇ ਦਾ। ਸ਼ਾਮੂ ਦਾ ਬੜਾ ਮੁੰਡਾ ਗੂੰਗਾ ਸੀ। ਉਹ ਕਹਿੰਦਾ ਬਾਪੂ ਤੂੰ ਬਾਈ ਦੇ ਸੱਟਾਂ ਮਾਰੀਆਂ। ਪਿੱਛੋਂ ਆ ਕੇ ਉਹ ਖੜਾ, ਤੈਨੂੰ ਨਹੀਂ ਪਤਾ। ਸ਼ਾਮੂ ਕਹਿੰਦਾ ਪਤਾ ਨਹੀਂ, ਉਹਦੀਆਂ ਤੂੰ ਨੱਠਾਂ ਭੰਨਤੀਆਂ। ਸ਼ਾਮੂ ਦੁਬਾਰਾ ਫੇਰ ਬੋਲੇ, ਜਵਾਕਾਂ ਨੂੰ ਕੀ ਪਤਾ, ਜੇ ਆ ਜਾਣ ਕੁੱਟਣ ਹੁਣ ਤੇ ਚੜ੍ਹ ਕੇ ਆ ਗਏ ਨੌਜਵਾਨ ਮੁੰਡਾ, ਤੈਨੂੰ ਚੱਕ ਕੇ ਕੰਧ ਨਾ ਮਾਰੇ ਤੇਰਾ ਰਹੂ ਕੁਛ। ਚੱਲ ਸਾਡੀ ਮਾਠੀ ਇਹਦੇ 'ਚ ਕੀ ਅੱਡ ਕਰਨੀ ਹੈ, ਤੂੰ ਆ ਜਾ ਮੈਨੂੰ ਦੁੱਧ ਦੇ ਕੁੱਟ। ਉਹ ਆਪਣਾ ਇਹਨੂੰ 4 ਦਿਨ ਰੋਟੀ ਤੈਨੂੰ ਮੈਂ ਵੀ ਨਹੀਂ ਦਿੰਦੀ। ਬਖਤੌਰ ਵਾਸਤੇ ਗਰਮ ਦੁੱਧ ਦਾ ਛੰਨਾ ਉਹਨੇ ਵਿੱਚ ਦੇਸੀ ਘਿਓ ਪਾ ਕੇ ਦਿੱਤਾ। ਜਾ ਆਪਣੇ ਵੀਰੇ ਨੂੰ ਫੜਾ ਕੇ ਆ। ਚੌਰਿਆ ਤੇਰੇ ਮੂੰਹ ਤੇ ਬੱਗੀ ਦਾੜੀ ਆ, ਤੂੰ ਮੁੰਡੇ ਨੂੰ ਤੈਂ ਕੁੱਟਦਾ, ਜੇ ਅਗਲਾ ਥਾਣੇ ਚੱਲਣਾ ਤੇਰੀ ਟੱਬਰੀ ਨਾਲ ਰੁਲ ਜਾਂਦੀ। ਜਵਾਨ ਧੀਆਂ ਵਿਆਹੁਣ ਵਾਲੀਆਂ ਬੈਠੀਆਂ। ਨੰਦੋ ਆਥਣੇ ਦੇ ਅਸ਼ਤਰ ਤੇ ਜਿਉਣਾ ਡਾਕੂ ਤੀਜੇ ਦਿਨ ਡੱਕਾ ਸੁੱਟ ਜਾਂਦਾ। ਧਾਈ ਨਾਲ ਧਾਈ ਜੋੜ ਜਾਂਦਾ। ਸ਼ਾਮੂ ਦੇ ਕੰਨਾਂ 'ਚ ਗੱਲ ਕਰਦਾ, ਆਹ ਹੋ ਗਿਆ, ਆਹ ਚਲੇ ਜਾਂਦਾ, ਤੂੰ ਜਾਨਾ ਜੱਟਾ। ਘਰੇ ਵੜ ਜਾਂਦਾ ਉਹ। ਸ਼ਾਮੂ ਦੀ ਪੁਰਾਣੀ ਹਾਰ ਗਈ, ਗੋਡਿਆਂ ਦੇ ਦਰਦ ਨੇ ਲੰਗ ਮਾਰ ਕੇ ਤੁਰਨ ਲੱਗ ਗਿਆ। ਬੁਢਾਪੇ 'ਚ ਆ ਗਿਆ ਕਿ ਚੀਚੀ ਬੱਟ ਨੰਦੋ ਨੂੰ ਚੜ੍ਹਦਾ। 5-4 ਸਾਲਾਂ 'ਚ ਆਪ ਬੁੜਾ ਹੋ ਗਿਆ। ਨੰਦੋ ਹੋਰ ਜਵਾਨ ਹੋ ਗਈ। ਤੇ ਅਖੀਰ ਸ਼ਾਮੂ ਖੇਤ ਜਾਣੋਂ ਹਟ ਗਿਆ, ਦਰਾਂ 'ਚ ਮੰਜਾ ਡਾ ਲਿਆ। ਜਦ ਬਖਤੌਰ ਪੈਰ ਮਲੇ, ਮੂਹਰੇ ਪ੍ਰਛੱਤੀ ਦੇ ਥੱਲੇ ਮੂਹਰਲੇ ਪਾਸੇ ਦਿਉੜੀ 'ਚ ਸ਼ਾਮੂ ਪਿਆ। ਸ਼ਾਮੂ ਨੂੰ ਭੱਜ ਕੇ ਨੰਦੋ ਪਏ। ਐਂ ਕਿਵੇਂ ਸਰਜੂ, ਮੁੰਡੇ ਕੁੜੀਆਂ ਦੇ ਕਾਰਜ ਕਰਨੇ, ਤੂੰ ਘਰੇ ਪਿਆ 24 ਘੰਟੇ, ਖੂਹ ਤੇ ਨਹੀਂ ਜਾਈਦਾ, ਜਿਹੜਾ ਜੀ ਕਰਦਾ ਚਾਰੇ ਚੱਕ ਕੇ ਪੈਂਦਾ ਓਏ। ਸ਼ਾਮੂ ਕੜ ਕੇ ਬੋਲਿਆ, ਗੁੱਸੇ ਨਾਲ ਬਟਾ ਖਾ ਕੇ ਤੁਰ ਗਿਆ। ਗੁੱਸੇ ਉਹਦੀ ਛਾਤੀ 'ਚ ਮੋਗੇ 'ਚ ਘਾਹ ਵਾਂਗੂ ਅੜਿਆ ਖੜਾ ਸੀ। ਜਦ ਵੀ ਗੱਲ ਕਰਦੇ ਸ਼ਾਮੂ ਘਰੋਂ ਨਾ ਜਾਂਦਾ। ਨੰਦੋ ਹੁਣ ਵੇਰ ਕੇ ਕੋਠੇ ਤੇ ਪੈਣ ਲੱਗ ਗਈ। ਸ਼ਾਮੂ ਨੂੰ ਪਸ਼ੂਆਂ ਦੀ ਰਾਖੀ ਦਰਵਾਜ਼ੇ ਕੋਲ ਸੌਣ ਦਾ ਹੁਕਮ। ਤੇ ਇੱਕ ਦਿਨ ਡਾਕੂ ਨੇ ਆ ਕੇ ਕਿਹਾ ਕੰਨਾਂ 'ਚ, ਇੱਦੋਂ ਤਾਂ ਜਿਉਂਦਾ ਹੀ ਮਰ ਜਾ, ਜੱਟ ਰੋਜ਼ ਪਿਛਲੇ ਪਾਸਿਓਂ ਕੋਠੇ ਨਾਲ ਪੌੜੀ ਲਾਉਂਦਾ। ਡਾਕੂ ਨੇ ਦੱਸਤਾ, ਚੱਲ ਮੇਰੇ ਨਾਲ ਚੱਕੀਏ ਤੇਲ 'ਚੋਂ ਕੌਡੀ, ਸਾਲੇ ਜੱਟ ਦੀ ਮੇਥੋਂ ਇਹ ਕੰਮ ਨਹੀਂ ਚਲੇ ਜਾਂਦਾ। ਡਾਕੂ ਯਾਰ ਸੀ ਸ਼ਾਮੂ ਦਾ। ਅੱਧੀ ਰਾਤ ਜਦ ਪਹਿਲਾ ਬਖਤੌਰ ਨੇ ਹੱਥ ਪੌੜੀ ਨੂੰ ਪਾਇਆ ਚੱਕ ਕੇ, ਨੰਦੋ ਉੱਪਰ ਝਾਕਦੀ। ਬਖਤੌਰ ਨੇ ਪਹਿਲੇ ਡੰਡੇ ਤੇ ਪੈਰ ਧਰੇ। ਡਾਕੂ ਨੇ ਤੇ ਸ਼ਾਮੂ ਨੇ ਜੋੜ ਕੇ ਗੰਡਾਸੇ ਮਾਰੇ। ਬਖਤੌਰਾ ਗੇੜਾ ਖਾ ਕੇ ਧਰਤੀ ਤੇ ਗਿਰ ਗਿਆ। ਉੱਪਰੇ ਪੌੜੀ ਗੰਡਾਸੇ ਦੋਹਾਂ ਨੇ ਮਿੰਟਾਂ ਦੇ ਵਿੱਚ 20 ਮਾਰੇ, ਪਰ ਪੌੜੀ ਤੇ ਵੱਜੀ ਲੱਗੀ ਗਏ। ਨੰਦੋ ਨੇ ਚੀਕਾਂ ਕੱਢਤੀਆਂ। ਥੱਲੇ ਪਿਆ ਬਖਤੌਰਾ ਕਹਿੰਦਾ ਮੈਂ ਠੀਕ ਹਾਂ, ਡਰੀ ਨਾ, ਸੱਟ ਕੋਈ ਬਾਹਲੀ ਨਹੀਂ। ਬਖਤੌਰ ਨੇ ਪੱਗ ਸੰਭਾਲੀ। ਨੰਦੋ ਪਾਗਲ, ਉਹਦੀ ਜਾਨ 'ਚ ਜਾਨ ਆ ਗਈ। ਉਹਨੇ ਕਿਹਾ ਬਈ ਨੇਰੇ 'ਚ ਥੱਲੇ ਵੱਢਤਾ। ਬਖਤੌਰ ਮਹੀਨਾ ਭਰ ਅਲੋਪ ਹੋ ਗਿਆ। ਸਾਰੇ ਹੈਰਾਨ, ਗੱਲਾਂ ਚੱਲ ਪਈਆਂ ਸਾਰੇ ਪਿੰਡ 'ਚ, ਬਖਤੌਰ ਵੱਢਤਾ ਬਖਤੌਰ। ਸ਼ਾਮੂ ਦੀ ਕਬੀਲਦਾਰੀ ਉੱਕਣੇ ਖੜੀ। ਬੜਾ ਮੁੰਡਾ ਸ਼ਾਮੂ ਨਾਲ ਮੂੰਹ ਸਜਾਈ ਫਿਰਦਾ ਸੀ, ਕੰਮ ਨੂੰ ਹੱਥ ਲਾਉਂਦਾ। ਟੇੜੇ ਪੁੱਠੇ ਟੰਮਾਂ ਨੇ ਇੱਥੇ ਪੁਲਟ ਬਾਣੀਆਂ, ਤੇਰੇ ਘਰ ਦੀ ਟੁਟਕੀ ਹੋਊ। ਉਹ ਕੀ ਕਹਿਣਾ, ਇਹੀ ਹੋਣਾ ਪੁੱਤ, ਇਹ ਉੱਜੜੂ ਤੇਰੇ ਦੇਖੀ, ਥੋੜੀ ਵੀ ਇਹ ਖਾਊ, ਜਿਹੜੇ 4 ਕਿੱਲੇ ਨੇ ਵੇਚੂ। ਇਹਨੇ ਮੁੰਡਾ ਵੱਢਤਾ ਤੇ ਮੁੰਡਾ ਘਰੇ ਹੈ ਨਹੀਂ, ਖਾਨੀ ਖੂਹ ਖਾਤੇ ਪੈ ਗਿਆ। ਬਖਤੌਰ ਇੱਕ ਦਿਨ ਆ ਗਿਆ ਸਿੱਧਾ ਸ਼ਾਮੂ ਦੇ ਘਰੇ। ਸ਼ਾਮੂ ਨਾਲ ਗੱਲ ਕਰਨ ਦੀ ਬਜਾਏ ਵੱਡੇ ਮੁੰਡੇ ਨਾਲ ਲੱਗ ਗਿਆ ਗੱਲਾਂ ਕਰਨ। ਬਖਤੌਰ ਨੇ ਗੱਲਾਂ ਕਰਦੇ ਉਹਨੂੰ ਪੁੱਛਿਆ, ਤੇਰੀ ਮਾਸੀ? ਨੰਦੋ ਨੂੰ ਕਹਿੰਦਾ ਸੀ, ਭੈੜਿਆ ਬਿੱਜੂ ਜਾਂ ਬੁੜਾ ਮੇਰੇ ਤੋਂ ਕਦੇ ਜਾਤਰੂ ਖਾਊ। ਉਹਨੇ ਉਸ ਦਿਨ ਸਾਰਾ ਦਿਨ ਕੁੱਤੇ ਖਾਣੀ ਕੀਤੀ। ਉਹ ਅੱਕ ਕੇ ਤੁਰ ਗਈ, ਘਰ ਮੂਧਾ ਵੱਜ ਗਿਆ, ਛੱਡ ਗਈ, ਉਹ ਤੁਰ ਗਈ। ਬੜੇ ਮੁੰਡੇ ਨੇ ਕਿਹਾ, ਤੂੰ ਓਏ ਗੂੰਗੇ ਬਣ ਕੇ? ਆਹੋ, ਮਾਠੀ ਤਾਂ ਗਈ, ਪੇਟਿਆਂ ਨੂੰ ਗਈ। ਵੇਖਿਆ ਨੂੰ ਫੇਰ ਹੋਣਾ ਖਾਸੀ ਚਿੰਤਾ ਹੋ ਗਈ। ਕੀ ਦੱਸੀਏ, ਰੋਟੀ ਤੋਂ ਵੀ ਔਖੇ ਆ, ਕੋਈ ਤਣ ਪੱਤ ਨਹੀਂ। ਬੜੇ ਨੇ ਕਿਹਾ। ਬਖਤੌਰਾ ਗੂੰਗੇ ਨੂੰ ਕਹਿੰਦਾ ਆਪਾਂ ਚੱਲੀਏ ਰੋਣੇ, ਮੈਂ ਨਹੀਂ ਡਾਣਾ, ਬੜੇ ਨੂੰ ਡੈੜਾ, ਮੇਰੇ ਨਾਲ ਨਹੀਂ ਆਉਣੀ। ਜਾ ਚੱਲ ਫਿਰ, ਬੜੇ ਨੂੰ ਲੈ ਕੇ ਚਲੋ, ਲੈ ਕੇ ਆਈਏ ਤੇਰੀ ਬਾਸੀ ਨੂੰ। ਮੁੰਡੇ ਨੇ ਕੰਨ ਖੋਲ ਲਏ। ਵਿਹੜੇ 'ਚ ਖੜਾ ਸ਼ਾਮੂ ਘੁੱਟਾਂ ਬਾਟੀ ਸੀ।
ਹੱਥ ਨੇ ਬਖਤੌਰ ਤੇ ਸ਼ਰਾਬ ਪੀ ਕੇ ਮਾਸੀ ਨੂੰ ਲੈਣ ਚੱਲੀਏ। ਤੀਜੇ ਦਿਨ ਦੋਨੇ ਮੁੰਡਾ ਤੇ ਬਖਤੌਰ ਗਏ ਨੰਦੋ ਨੂੰ ਲੈ। ਹੱਥ ਨੇ ਮਾਸੀ ਨੂੰ ਲਿਆ ਕੇ ਬੜੇ ਮੁੰਡੇ ਨਾਲ ਬਖਤੌਰ ਪੀਣ ਲੱਗਿਆ। ਸਾਲੇ ਮਾਸੀ ਲਿਆਇਆ ਕਿ ਬਹੂ? ਸ਼ਾਮੂ ਮਨ 'ਚ ਔਖਾ ਸੀ ਬਹੁਤ। ਤਿੱਖੜ ਦੁਪਹਿਰੇ ਸ਼ਾਮੂ ਨੂੰ ਆ ਕੇ ਦੂਜੇ ਦਿਨ ਦਰਵਾਜ਼ੇ ਬਹਿੰਦਿਆਂ ਕਿਹਾ, ਗੁਲਾਬ ਖੁਰੇ ਪਾਣੀ ਲਿਆਈ। ਕੁੜੀ ਕਿਸੇ ਦੇ ਘਰੇ ਕਸੀਦਾ ਕੱਢਣ ਗਈ, ਨੰਦੋ ਘਰੇ ਇਕੱਲੀ ਸੀ। ਟਾਈਮ ਦੇ ਨਾਲ ਉਹ ਆਇਆ ਸੀ। ਉਹਨੇ ਦੇਖਿਆ ਦਾਤੀਆਂ ਦੇ ਦੰਦੇ ਕੱਢੇ, ਦੰਦ ਮਖਾਣਿਆਂ ਵਾਂਗੂ ਚਮਕਦੇ, ਗੁਲਾਬੀ ਦੁਪੱਟੇ 'ਚ ਸਿਓ ਵਰਗਾ ਚਿਹਰਾ। ਸ਼ਾਮੂ ਕੱਸੀ ਪੱਟ ਕੇ ਥੱਕ ਕੇ ਚੂਰ ਹੋਇਆ, ਨਿਬੜਿਆ ਪਿਆ। ਜਦ ਉਹ ਨੇੜਿਆ, ਖਬਰਦਾਰ ਜੇ ਮੈਨੂੰ ਹੱਥ ਲਾਇਆ, ਨੰਦੋ ਛਾਲ ਮਾਰ ਕੇ ਹੋ ਗਈ। ਸ਼ਾਮੂ ਕਬੱਡੀ ਦੇ ਖਿਲਾੜੀ ਵਾਂਗੂ ਬਾਹਾਂ ਖਿਲਾਰੀ ਫਿਰੇ, ਮੈਂ ਆਦਾ ਬੰਦਾ ਬਣ ਜਾ ਜੇ ਮੈਨੂੰ ਹੱਥ ਲਾਇਆ। ਹੁਣ ਗੁੱਛਾ ਵੀ ਛੱਡ ਦੇ ਸ਼ਾਮੂ, ਸਾਹ ਉਹ ਸਾਹ ਹੋਇਆ ਸੀ। ਜਾਨੂ ਬਖਤੌਰਾ ਆ ਗਿਆ। ਤੂੰ ਕਿੱਧਰ ਨੂੰ ਬਥਾੜ ਚੁੱਕੀ ਹੋਣਾ ਜੱਟਾ, ਤੂੰ ਹਟਦਾ ਕਿ ਕਢਾ ਕੇ ਹਟੇਗਾ? ਘਰ ਆਏ ਬਖਤੌਰ ਨੂੰ ਸ਼ਾਮੂ ਚਾਰੇ ਚੁੱਕ ਕੇ ਪਿਆ। ਬਖਤੌਰ ਮੁੱਛ ਨੂੰ ਵੱਟ ਦੇਈ ਖੜੇ। ਸ਼ਾਮੂ ਸੋਟੀ ਨੂੰ ਭੱਜਿਆ, ਨੰਦੋ ਨੂੰ ਹੱਥਾਂ ਪੈਰਾਂ ਦੇ ਪਏ। ਨੰਦੋ ਨੂੰ ਸ਼ੱਕ ਸੀ ਫੇਰ ਖੜਕੂ। ਇਸੇ ਕਰਕੇ ਨੰਦੋ ਨੇ ਇੱਕ ਦਿਨ ਬਖਤੌਰ ਨੂੰ ਕਿਹਾ ਸੀ ਵੀ ਸ਼ਾਮੂ ਤੋਂ ਬਦਲਾ ਲੈ ਲਾ, ਪਰ ਉਹ ਸ਼ੇਖੀਆਂ ਵੱਧ ਮਾਰਦਾ। ਤੇ ਜਦ ਬਖਤੌਰ ਸਾਹਮਣੇ ਨੰਦੋ ਦੀਆਂ ਚੀਕਾਂ ਨਿਕਲ ਗਈਆਂ। ਸ਼ਾਮੂ ਤੂੜੀ ਵਾਲੇ ਅੰਦਰੋਂ ਗੱਜ ਲੰਮੇ ਸੇਲੇ ਵਾਲੀ ਡਾਂਗ ਲੈ ਕੇ ਗੋਲੀ ਵਾਂਗੂ ਬਖਤੌਰ 'ਤੇ ਪਿਆ। ਸੇਲਾ ਸਿੱਧਾ ਵਾਹਿਆ। ਬਖਤੌਰ ਨੇ ਟਪੂਸੀ ਮਾਰੀ, ਸੇਲਾ ਕੱਚੀ ਕੰਧ 'ਚ ਅੱਧਾ ਧਸ ਗਿਆ। ਸ਼ਾਮੂ ਸਾਰੇ ਜ਼ੋਰ ਨਾਲ ਸੇਲਾ ਪੱਟ ਕੇ ਪਿੱਛੇ ਲੱਗਿਆ। ਬਖਤੌਰ ਨੇ ਬੱਪੜੇ ਕਹਿ ਕੇ ਗੋਹੇ ਵਾਲਾ ਫੌੜਾ ਸ਼ਾਮੂ ਦੇ ਸਿਰ 'ਚ ਅੱਧਾ ਮਾਰਿਆ। ਚੌੜਾ ਘੱਪ ਮੋਗਾ ਖੁੱਲ੍ਹ ਗਿਆ ਸਿਰ 'ਤੇ। ਬਾਪੂ ਦੇ ਮੂੰਹੋਂ ਸੱਚੀ ਸੁਣ ਕੇ ਮੁੰਡੇ ਨੇ ਕੰਨ ਤਾਂ ਖੁੱਲ੍ਹ ਗਏ। ਡਾਂਗ ਫੜ ਕੇ ਬਖਤੌਰ ਨੂੰ ਕੁੱਟਣ ਨਾ ਗਿਆ। ਇਹਦਾ ਕੀ ਆ, ਵੱਡ ਫਾਹ ਰੋਟੀ ਪੱਕਦੀ ਮਸਾਂ, ਇਹ ਸਿਆਪਾ ਪਾਊ ਸਾਨੂੰ। 10 ਦਿਨ ਲੰਘੇ, ਬਖਤੌਰਾ ਨੰਦੋ ਨੂੰ ਨਾ ਦੇ ਸਕਿਆ। ਨੰਦੋ ਬਖਤੌਰ ਨੂੰ ਮੱਸਿਆ ਦੀ ਰਾਤ ਸੀ। ਦੋਨੇ ਅੰਨੇ ਹੋ ਗਏ। ਨੰਦੋ ਦਮ ਕੱਢ ਕੇ ਤੁਰੀ ਫਿਰਦੀ ਸੀ। ਤੂੰ ਹਟ ਜਾ, ਤੈਨੂੰ ਮੁੰਡਾ ਮਾਰ ਦੂੰ। ਸ਼ਾਮੂ ਨੂੰ ਕਹਿ, ਆ ਦੀਂਦਾ ਮਾਰ ਮਾਰ ਕੇ ਧੂਫ ਕੱਢ ਦੂੰ। ਸ਼ਾਮੂ ਨੇ ਬੂੰਦਾਂ ਵਾਲਾ ਖੂੰਡਾ ਦਿਖਾਇਆ। ਮਾਰ, ਪਹਿਲਾਂ ਮਾਰ ਮੇਰੇ ਪਿਓ ਦਿਆ ਸਾਲਿਆ, ਮੈਂ ਜਾਨੀ ਆ ਉਹਦੇ ਕੋਲ। ਉੱਚੀ ਦੇ ਕੇ ਨੰਦੋ ਨੇ ਕਿਹਾ। ਅੱਧੇ ਗੁਆਂਢ 'ਚ ਸੁਣਿਆ। ਸ਼ਾਮੂ ਨੇ ਉਹਨੂੰ ਬਾਂਹ ਤੋਂ ਫੜ ਕੇ ਇੰਨੀ ਜਾ ਨਾਲ ਘੁਮਾਇਆ, ਵਿਹੜੇ ਚੂਰੀ ਵਾਂਗੂ ਘੁੰਮਦੀ ਲੋਟੀਆਂ ਖਾਈ। ਉਹਨੇ ਚੀਕ ਕਰਤੀ, ਮਾਰਤੀ ਵੇ ਜਹਾਨਾ। ਬਖਤੌਰ ਪਿਆ ਸੀ। ਉਹਨੇ ਜਦ ਦੇਖਿਆ ਵੀ ਇਹ ਤਾਂ ਨੰਦੋ ਆ, ਬੈਠਕ 'ਚੋਂ ਖੂੰਡਾ ਲਾ ਕੇ ਭੱਜਿਆ। ਵਿਹੜੇ 'ਚ ਦੋਨਾਂ ਦਾ ਟਕਰਾਅ ਹੋ ਗਿਆ। ਸੋਟੀ ਤੇ ਖੂੰਡਾ ਇਉਂ ਖੜ ਕੇ ਗਿੜਦਾ ਪਵੇ। ਬਾਹਰੋਂ ਨੇ ਮੁੰਡੇ ਆ ਕੇ ਬਖਤੌਰ ਦੇ ਸਿਰ 'ਚ ਡਾਂਗ ਮਾਰੀ। ਮੂਹਰੇ ਪਿਓ ਸੀ। ਮੁੰਡੇ ਦੇ ਸਿਰ 'ਚ ਨੰਦੋ ਨੇ ਸਲੰਗ ਮਾਰੀ ਪਿੱਛੋਂ ਆ ਕੇ। ਮੁੰਡਾ ਚੀਕ ਮਾਰ ਕੇ ਡਿੱਗਾ। ਲੋਕਾਂ ਤੋਂ ਪਿੰਜ ਤੋਂ ਮੇਲਾ ਵਿਛੜ ਗਿਆ। ਬਖਤੌਰ ਬਾਹਰ ਆ ਗਿਆ। ਪਿਓ ਪੁੱਤ ਨੇ ਰਲ ਕੇ ਨੰਦੋ ਬਹੁਤ ਕੁੱਟੀ। ਬੜੇ ਮੁੰਡੇ ਨੇ ਨਾਲ ਰਲ ਗਿਆ ਜਿਹੜਾ ਨਾਲ ਲੈਣ ਗਿਆ ਸੀ ਨੰਦੋ ਨੂੰ। ਨੰਦੋ ਬੱਕਰੇ ਵਾਂਗੂ ਮਿਆਂ ਕੇ ਬਖਤੌਰਾ ਭੱਜੇ। ਦਰਵਾਜ਼ਾ ਬੰਦ। ਬਖਤੌਰਾ ਦਰਵਾਜ਼ੇ 'ਚ ਸਿਰ ਮਾਰੇ ਮੁੜ ਜੇ। ਦੰਦਲ ਪੈ ਗਈ, ਮੂੰਹ 'ਚ ਪਾਣੀ। ਸ਼ਾਮੂ ਉੱਚੀ ਉੱਚੀ ਕਹਿ ਰਹੇ। ਗਲੀ 'ਚ ਬਹੁਤ ਭੀੜ ਸੀ, ਲੋਕ ਹੱਸ ਰਹੇ ਸੀ। ਬਖਤੌਰ ਦੀ ਜਾਨ ਨੂੰ ਪਈ ਸੀ। ਬਖਤੌਰ ਦੇ ਸਿਰ 'ਚੋਂ ਲਹੂ ਬਹਿੰਦਾ ਸੀ। ਪਿੰਡ ਸਾਰਾ ਇਕੱਠਾ ਹੋਇਆ। ਬਖਤੌਰ ਦਾ ਛੋਟਾ ਭਾਈ ਉਹਨੂੰ ਘਰੇ ਲੈ ਗਿਆ। ਪੱਟੀ ਕਰਤੀ, ਦੁੱਧ ਪਿਲਾਤਾ। ਰਾਤ ਪੈ ਗਈ। ਅੱਧੀ ਰਾਤ ਗੁਜ਼ਰ ਗਈ। ਬਖਤੌਰ ਨੇ ਕਰਮਿਓ ਕਿਹਾ ਦੇ ਕੋਠੇ ਤੋਂ ਬੀਹੀ ਉੱਪਰ ਦੀ ਪੌੜੀ ਨੰਦੋ ਦੇ ਕੋਠੇ 'ਤੇ ਫੇਰ ਧਰਤੀ। ਬੀਹੀ ਚੌੜੀ, ਪੌੜੀ ਦੇ ਬਹੁਤ ਥੋੜੇ ਨੁੱਗ ਬਨੇਰਿਆਂ 'ਤੇ ਸੀ। ਬਖਤੌਰ ਨੇ ਪਰਵਾਹ ਨਾ ਕੀਤੀ। ਨੰਦੋ ਨੂੰ ਦੇਖਣਾ ਚਾਹੁੰਦਾ ਸੀ। ਨੰਦੋ ਦੀ ਹਾਏ ਹਾਏ ਉਹਦੇ ਸੀਨੇ ਚੋਭਾ ਮਾਰਦੀ। ਇੱਕ ਪਾਸੋਂ ਲਿਫ ਕੇ ਪੌੜੀ ਥੱਲੇ ਲੱਗੀ। ਚੂਕਣੇ ਭਰਨੇ ਬੀਹੀ 'ਚ ਡਿੱਗਿਆ। ਜਦ ਬੀਹੀ 'ਚ ਡਿੱਗਿਆ, ਉਹਦੇ ਡਿੱਗਦੇ ਸ਼ਾਮੂ ਦੇ ਬੜੇ ਮੁੰਡੇ ਦੀਆਂ ਡਾਂਗਾਂ ਵਰਨ ਲੱਗ ਗਈਆਂ। ਫੇਰ ਬਖਤੌਰ ਨੇ ਨੂੰ ਮੱਕੀ ਦੇ ਗੁੱਲਾਂ ਵਾਂਗੂ ਨੂੰ ਕੁੱਟਤਾ। ਬਖਤੌਰ ਦਾ ਭਾਈ 2 ਜਣੇ ਹੋਰ ਆ ਗਏ। ਡਾਂਗਾਂ ਖੜਕਣ ਪਿੱਛੋਂ ਸ਼ਾਮੂ ਦੇ ਮੁੰਡੇ 'ਤੇ ਕੁੱਟਦੇ ਦਮੋਂ ਨਿਕਲ ਗਏ। ਮੂੰਹ ਦੇ ਮੂੰਹ ਬਖਤੌਰ ਦੇ ਨਾਲ ਹੀ 2 ਹੋਰ ਡਿੱਗ ਪਏ। ਨਾਲ ਹੀ ਮੁੰਡਾ ਡਿੱਗ ਪਿਆ। ਵਿੱਚੇ ਗੁੰਗਾ ਆਇਆ। ਗੁੰਗਾ ਮਾਰਨੇ ਨਾ ਮੇਰੇ ਨਾਲ ਮਾੜੀ, ਮੇਰਾ ਕੋਈ ਡੌੜਾ ਨਹੀਂ ਹੈ। ਬਖਤੌਰ ਉਹ ਛੱਡਤਾ। ਬਖਤੌਰ ਬੇਹੋਸ਼ ਹੋ ਗਿਆ। ਬਖਤੌਰ ਨੂੰ 4 ਦਿਨ ਬਾਅਦ ਹੋਸ਼ ਆਈ। ਨੰਦੋ ਸਿਸਕਦੀਆਂ ਫੜਦੀ ਬੁੱਲੀਆਂ ਨਾਲ ਉੱਪਰ ਝੁਕੀ ਖੜੀ ਸੀ। ਪਿੰਡ ਦੋਹਾਂ ਧਿਰਾਂ ਨੂੰ ਥਾਣੇ ਜਾਣੋਂ ਰੋਕਤਾ। ਬਖਤੌਰ ਨੂੰ ਘਰੇ ਪਈ ਨੂੰ ਦੁੱਧ ਦਾ ਤੇ ਭਰ ਕੇ ਛੰਨਾ ਵਿੱਚ ਦੇਸੀ ਘਿਓ ਪਿਆ ਕੇ ਨੰਦੋ ਘਰੇ ਫੜਾਉਣ ਆਈ। ਬਖਤੌਰ ਦਾ ਬਾਪੂ ਕਹਿੰਦਾ, ਭਾਈ ਧੀਏ ਤੇਰਾ ਕੀ ਮਾਨਾ ਦੱਸ ਮੈਨੂੰ। ਬਾਪੂ ਜੀ ਮੈਂ ਤਾਂ ਬਖਤੌਰ ਦੇ ਬਸਣਾ, ਪਿੰਡਾ ਮੈਂ ਬਖਤੌਰ ਦੇ ਬਸਣਾ। ਉੱਚੀ ਦੇ ਕੇ ਉਹਨੇ ਨੌਂਦੇ ਮੂੰਹ ਪਾੜ ਕੇ ਪਿੰਡ 'ਚ ਕਹਿਤਾ। ਅੱਛਾ ਭਾਈ। ਕੂਨਾ ਬਜ਼ੁਰਗ ਬਖਤੌਰ ਦਾ ਚਿੱਟੇ ਕੁੜਤਾ ਪਜਾਮਾ, ਬਾਸਕਟ ਪਾਈ, ਚਿੱਟੀ ਪੱਗ ਤੇ ਨੂਰੀ ਦਾੜੀ ਤੇ ਥੱਲੇ
ਦਖੱਲੀ ਜੁੱਤੀ। ਅੱਛਾ ਭਾਈ ਸਰਦਾ ਨਹੀਂ ਬਖਤੌਰ ਤੂੰ? ਬਾਪੂ ਜੀ ਮੈਂ ਵੀ ਨੰਦੋ ਬਿਨਾਂ ਨਹੀਂ ਬਸਦਾ। ਅੱਛਾ ਦੁਬਾਰਾ ਫੇਰ ਜਦ ਉਹਨੇ ਗੱਲ ਕੀਤੀ ਉੱਚੀ ਦੇ ਕੇ, ਨੰਦੋ ਨੇ ਕਿਹਾ ਮੈਂ ਪਿੰਡਾ ਬਖਤੌਰ ਦੇ ਬਸਣਾ। ਸ਼ਾਮੂ ਬਾਹਰ ਡਾਂਗ ਲੈ ਕੇ ਬਖਤੌਰ ਦੇ ਘਰੇ ਆ ਗਿਆ। ਤੇਰੇ ਖਸਮ ਨੇ ਜਿਹੜੇ ਨੀਲੇ ਤਾਰੇ ਵੇ ਆ ਤੇਰੇ ਪਿਓ ਨੂੰ। ਬਾਪੂ ਬਖਤੌਰ ਦਾ ਅੰਦਰੋਂ ਨੰਗੇ ਬਾਸਕਟ ਦੇ ਵਿੱਚੋਂ 2000 ਰੁਪਈਆ ਕੱਢ ਕੇ ਫੜਾ ਕੇ ਸ਼ਾਮੂ ਦੇ ਹੱਥ 'ਚ ਰੱਖ ਲਈ। ਚੱਕੋ ਜੱਟਾ 2000। ਮੁੜ ਕੇ ਕੁੜੀ ਵਾਲਾ ਅੱਖ ਚੱਕੀ ਮਾਰ ਮਾਰ ਕੇ ਘੀਸ ਬਲ ਕੱਢ ਦਿਆਂਗੇ। ਬਖਤੌਰ ਨੇ ਬਾਪ ਦੇ ਨੀਲੇ ਨੋਟ ਜੇਬ 'ਚ ਕੱਢ ਕੇ ਸ਼ਾਮੂ ਦੇ ਹੱਥ 'ਚ ਰੱਖਤੇ। ਸ਼ਾਮੂ ਘਰ ਨੂੰ ਤੁਰ ਗਿਆ। ਬਖਤੌਰ ਦੇ ਪੈਂਦ 'ਤੇ ਨੰਦੋ ਬਹਿ ਗਈ। ਲੈ ਭਾਈ ਜਾਈ ਨਾ ਹੁਣ, ਕੁੜਤੀ ਝੱਗਾ ਜਿਹੜਾ ਕੱਲ੍ਹ ਨੂੰ ਜਾ ਕੇ ਮੰਡੀਓਂ ਸਮਾ ਲਿਆ ਹੁਣ ਨਹੀਂ ਉਹਦੇ ਬਣਨਾ। ਜਾਨੂੰ ਬਖਤੌਰ ਦੇ ਦੋਨੇ ਭਾਈ ਆ ਗਏ। ਬਾਪੂ ਲੈ ਮੁੰਡਿਓ ਕਾਇਮ ਹੋ ਜਾਓ ਹੁਣ। ਸ਼ਾਮੂ ਦੇ ਪੈਸੇ ਤਾਰ ਤੇ ਇਹ ਤੁਹਾਡੀ ਭਾਬੀ ਆ ਲਟਕੀ ਇੱਥੇ ਬਸੂ ਹੁਣ। ਥਾਂ ਦੀ ਇੱਟ ਬਿਲਕੁਲ ਸਹੀ ਲੱਗ। ਕਹਾਣੀ ਸਰਾ ਬੂਟਾ ਸਿੰਘ ਸ਼ਾਦ ਦੀ। ਇਹ ਬੇਜੋੜ ਵਾਲਾ ਕੰਮ ਕੈਨੇਡਾ 'ਚ ਨਹੀਂ ਹੋਇਆ ਸ਼ੁਰੂ, ਇਹ ਬਹੁਤ ਚਿਰਾਂ ਦਾ ਭਾਈ ਪਿੰਡਾਂ 'ਚ ਆਇਆ। ਇਹ ਬਹੁਤ ਚਿਰਾਂ ਦਾ ਤੁਰਿਆ ਫਿਰਦਾ। ਉਹਦੇ ਨਤੀਜੇ ਜਾਣੋ ਫਿਰ ਖਰਾਬ ਹੁੰਦੇ ਆ। ਬਹੁਤ ਲੰਮੀ ਕਹਾਣੀ ਸੀ, ਫਿਰ ਵੀ ਮੈਂ 22-23 ਮਿੰਟ ਦੇ ਵਿੱਚ ਕੋਸ਼ਿਸ਼ ਕੀਤੀ ਵੀ ਇਹਨੂੰ ਥੋੜ੍ਹੀ ਜਿਹੀ ਛੋਟੀ ਕਰਕੇ ਸੁਣਾ ਦਿਆਂ। ਅਤੇ ਬਾਪੂ ਦਾ ਰੋਲ ਬਖਤੌਰ ਦੇ ਦਾ ਬਹੁਤ ਕਰੜਾ ਸੀ। ਪਹਿਲਾਂ ਬਾਪੂ ਨਹੀਂ ਬੋਲਿਆ, ਸੁਰਲੋ ਹੁੰਦੀ ਨੂੰ 5-4 ਸਾਲ ਲੰਘ ਗਏ ਸੀ। ਜਾਂ ਬਾਪੂ ਨੇ ਦੇਖਿਆ ਇਹ ਕਹਾਣੀ ਨਹੀਂ ਬਣਨੀ, ਫਿਰ ਉਹਨੇ ਪੁੱਛ ਲਿਆ ਕਿਉਂ ਭਾਈ ਤੂੰ ਦੱਸ। ਉਹ ਕਹਿੰਦੀ ਬਾਪੂ ਜੀ ਮੈਂ ਤਾਂ ਤੇਰੀ ਨੂੰ ਬਣਨਾ। ਸ਼ਾਮੂ ਨੂੰ ਕਹਿੰਦਾ ਚੱਕੋ ਜੱਟਾ ਆਹ ਫੜ। ਮੁੜ ਕੇ ਜੇ ਝਾਕਿਆ ਕੀ ਸਵਾਲ ਕੱਢ ਦਿਆਂਗੇ। ਸਰਾ ਬਹਾਦਰ ਸਿੰਘ ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਜੀ ਹਰਜੀਤ ਸਿੰਘ ਜੀ, ਤੁਸੀਂ ਤਾਂ ਬਹੁਤ ਪਿਕਚਰ ਦਿਖਾ ਦਿੰਦੇ ਸਾਨੂੰ। ਧੰਨਵਾਦ ਜੀ ਧੰਨਵਾਦ। ਬਾਕੀ ਤੁਸੀਂ 2000 ਜਿਹੜਾ ਮੋੜ ਦਿੱਤਾ ਇਹ ਬਹੁਤ ਵਧੀਆ ਕੀਤਾ। ਧੰਨਵਾਦ ਜੀ। ਸੋ ਬੂਟਾ ਸਿੰਘ ਸ਼ਾਦ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਬੜੀਆਂ ਵਧੀਆ। ਸ਼ਾਦ ਉਹਨਾਂ ਦੀ ਲੇਖਣੀ ਆ ਜਿਹੜੀ ਉਹਦਾ ਝਲਕਾਰਾ ਪੈਂਦਾ ਹੈ ਬਾਈ ਜੱਗੀ ਕੁੱਸੇ ਦੀ ਕਹਾਣੀਆਂ ਦੇ ਵਿੱਚੋਂ। ਥਾਂ ਦੀ ਇੱਟ ਇਹ ਬਹੁਤ ਵੱਡਾ ਇੱਕ ਇਸ਼ੂ ਹੈ ਜੀ ਕਮਿਊਨਿਟੀ ਦੇ ਵਿੱਚ, ਅਤੇ ਇਹ ਤੋਂ ਬਚਣਾ ਚਾਹੀਦਾ। ਇਹ ਜਿਹੜੀ ਇਹਦਾ ਕਾਰਨ ਹੈ ਇੱਕ ਬਹੁਤ ਵੱਡਾ। ਹੁਣ ਮੇਰੇ ਖਿਆਲ ਸ਼ਿਫਟ ਹੋ ਰਿਹਾ ਬਹੁਤ ਚੀਜ਼ਾਂ ਜਿਹੜੀਆਂ ਵਰਤੋਂ ਬਹੁਤ ਲੋਕ ਇਹਦੇ ਤੋਂ, ਕਿਉਂਕਿ ਆਮ ਆਉਣਾ ਹੋ ਗਿਆ ਨਾ, ਸੌਖਾ ਹੋਣਾ ਹੋ ਗਿਆ, ਲੋਕ ਆਉਣ ਲੱਗ ਗਏ। ਇਹ ਆਪਣੇ ਦੇਸ਼ ਦੀ ਗੱਲ ਹੋਵੇ ਅਤੇ ਬੇਜੋੜ ਜਿਹੜੇ ਵਿਆਹ ਨੇ ਉਹਦੀ ਮੁਸ਼ਕਲ ਜਿਹੜੀ ਉਹ ਪੈਂਦੀ ਹੈ। ਉਹ ਅਖੀਰ ਜਾਣੀ ਹੈ, ਉਹਦੀ ਰਿਫਟ ਆਉਣੀ ਹੈ। ਉਹ ਬੰਨ ਸੁੱਭ ਕਰਕੇ ਬੰਦਾ ਜ਼ਿੰਦਗੀ ਕੱਢ ਲੈਂਦਾ ਹੈ, ਉਹ ਕੱਢ ਲੈਂਦਾ ਹੈ। ਪਰ ਨਹੀਂ ਤਾਂ ਇਹ ਕਈ ਵਾਰ ਅਕਸਰ ਇਸਤਰੀ ਵੱਲ ਉਂਗਲ ਹੁੰਦੀ ਹੈ। ਪਰ ਜਿਹੜਾ 20 ਵਰ੍ਹੇ ਵੱਡਾ ਹੈ ਉਹਨੂੰ ਵੀ ਸ਼ੀਸ਼ੇ 'ਚ ਖੜ੍ਹ ਕੇ ਵੇਖਣਾ ਚਾਹੀਦਾ ਹੈ ਵੀ ਜਾਨੂੰ 40-45 ਦੀ ਇਹਨੇ ਹੋਣਾ, 50 ਦੀ ਹੋਣਾ, ਮੈਂ 70 ਦਾ ਹੋ ਜਾਣਾ, ਹੱਡਾਂ ਨੇ ਮਾਸ ਛੱਡ ਦੇਣਾ। ਅਤੇ ਚਾਹੇ ਘੋਲ ਕੇ ਸੋਨੇ ਦੀ ਭਸਮ ਅੰਦਰ ਪਾ ਲਓ। ਸੋ ਜਿਹੜਾ ਹਾਣ ਨੂੰ ਹਾਣ ਹੈ ਉਹਦਾ ਬੜਾ ਫਰਕ ਹੈ। ਇੱਕ ਬਹੁਤ ਵੱਡੀ ਭਾਵਨਾ, ਇੱਕ ਬਹੁਤ ਵੱਡੀ ਧਾਰਨਾ ਹੈ ਕਮਿਊਨਿਟੀ ਦੇ ਵਿੱਚ ਕਿ ਸਰੀਰਕ ਸੁੱਖ ਦੇ ਕੇ ਬੰਦਾ ਇਹ ਰਿਸ਼ਤਿਆਂ 'ਚ ਜਾਨ ਪਾ ਦੂ। ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ। ਇਹ ਤਾਂ ਗੱਲ ਹੀ ਛੱਡ ਦਿਓ। ਇਹ ਕਹਾਣੀ ਉਹ 1% ਆ, 99% ਮਿਲਣਾ, ਬਹਿਣਾ, ਉੱਠਣਾ, ਖਾਣਾ, ਪਹਿਨਣਾ, ਗੱਲ ਕਰਨੀ। ਸਿਆਣੇ ਬੰਦੇ ਜਾਂ ਸਿਆਣੀਆਂ ਇਸਤਰੀਆਂ ਕੱਟ ਵੀ ਸਕਦੀਆਂ ਨੇ, ਪਰ ਜੇ ਇੱਕ ਫਰਕ ਹੋਵੇ, ਇੱਕ ਗਾਂਹ ਬੁੱਝੜ ਹੋਵੇ, ਫਿਰ ਬਹੁਤ ਫਰਕ ਹੈ, ਫਿਰ ਬਹੁਤ ਔਖਾ ਕੰਮ ਹੈ। ਸ਼ਾਮੂ ਵਾਲੇ ਕੇਸ 'ਚ ਹੁਣ ਉਹ ਲੈ ਤਾਂ 2000 ਦੇ ਕੇ ਆਇਆ, ਅਤੇ ਪਰ ਲੰਗ ਮਾਰਨ ਲੱਗ ਗਿਆ 5 ਸਾਲਾਂ 'ਚ ਹੀ, ਘੁੰਮ ਗਿਆ ਗੋਡਾ।
ਸੋ ਇਹ ਜਿਹੜੀ ਬੇਜੋੜ ਜਿਹੜੇ ਵਿਆਹ ਨੇ ਉਹਨਾਂ ਦਾ ਖਿਆਲ ਰੱਖਣ ਦੀ ਸ਼ੁਰੂ ਤੋਂ ਹੀ ਲੋੜ ਹੈ। ਪੰਜਾਬ ਵਾਲੇ ਤਾਂ ਸਿਆਣੇ ਹੋ ਗਏ ਹੁਣ ਅੱਗੇ ਤੋਂ। ਜਸਪਾਲ ਸਿੰਘ ਧਾਲੀਵਾਲ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਬਸ ਇੰਨਾ ਹੀ ਕੰਪਲੀਮੈਂਟ ਕਰਨਾ ਸੀ, ਜਿਹੜਾ ਤੁਸੀਂ ਗੁੰਗੇ ਦਾ ਰੋਲ ਅਦਾ ਕੀਤਾ ਨਾ, ਸਿਰਾ ਹੀ ਲਾਤਾ ਜੀ। ਬਹੁਤ ਵਧੀਆ ਆਵਾਜ਼ ਕੱਢੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਉਦੋਂ ਵੀ ਵਿਚਾਰੇ ਨਾਲ ਵਫਾ ਕਰਨੀ ਸੀ, ਜੇ ਰੱਬ ਨੇ ਉਹਨੂੰ ਮਾੜਾ ਕਰਦਾ ਸੀ ਉਹਦੀ ਹੁਣ ਬੋਲੀ ਤਾਂ ਨਿਕਲਣੀ ਚਾਹੀਦੀ ਸੀ। ਇੱਕ ਬਾਈ ਜੱਗੀ ਕੁੱਸੇ ਦੀ ਵੀ ਕਹਾਣੀ ਹੈ ਜਿਹਦੇ ਵਿੱਚ ਹੈਗਾ ਇੱਕ ਕਰੈਕਟਰ, ਹਾਂ, ਬੋਦੀ ਵਾਲਾ ਤਾਰਾ ਚੜ੍ਹਿਆ ਦਾ ਨਾਵਲ ਦੇ ਵਿੱਚ ਹੈ ਗੂੰਗਾ। ਉਹ ਜਿਹੜਾ ਕਹਿੰਦਾ ਬਈ, ਉਹ ਕਹਿੰਦਾ ਲਿਆ ਤੇਰੀ ਭਰਜਾਈ ਆਈ ਆ, ਦੁੱਧ ਬਣਾ। ਉਹ ਗੇੜੇ ਨਾਲ ਜਦ ਭਰਜਾਈ ਆਵੇ, ਭਾਬੀ ਦੁੱਧ ਬਣਾਵਾ, ਜਦੇ ਦੁੱਧ ਢੱਡ ਦਿੰਦਾ ਸੀ। ਉਹ ਕਹਿੰਦੀ ਦਿਓਰਾ ਇੰਨਾ ਦੁੱਧ। ਉਹਨੇ ਕਿਹਾ ਤਾਂ ਮੈਂ ਤੈਨੂੰ ਰਿਸ਼ਤਾ ਕਰਾਊਂ, ਫਿਰ ਲੱਤ ਨਹੀਂ ਲਾਈ ਉਹਨੇ ਥੱਲੇ। ਹਰਪਾਲ ਸਿੰਘ ਟਵਾਣਾ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਹਾਂਜੀ, ਜਦੋਂ ਮੈਂ ਪਹਿਲਾਂ ਵੀ ਦੱਸਿਆ ਜੀ, ਲਾਸਟ ਈਅਰ ਰਵਾਣਾ ਸਾਹਿਬ ਦੀ ਜਿਹੜੀ ਗੱਲ ਸੁਣੀ ਹੈ ਨਾ ਜੀ, ਵੀ ਕਹਾਣੀ ਵਾਲੀ ਦੀ, ਉਹ ਅੱਜ ਮੈਂ ਦੁਬਾਰਾ ਦੁਹਰਾ ਰਿਹਾ ਜੀ ਵੀ ਬਾਕੀ ਜੀ ਹੁਣ ਤਾਂ ਕਹਾਣੀ ਲੱਭਦੀ ਹੈ ਜੀ, ਹੈ ਨਾ। ਵੀ ਮੈਂ ਜਿੱਦਾਂ ਤੁਸੀਂ ਦੱਸਦੇ ਬਾਈ ਜੱਗੀ ਗੁੱਸਾ ਤੁਹਾਨੂੰ ਕਹਿੰਦੇ ਵੀ ਮੇਰੇ ਇਨਸਾਫ ਕੌਣ ਕਰੂਗਾ ਜੀ ਕਰੈਕਟਰਾਂ ਨਾਲ, ਤੇ ਉਹ ਮੈਂ ਦੇਖਿਆ ਜੀ ਪੁਰਜਾ ਕੱਟ ਮਰੇ, ਹੈ ਨਾ ਜੀ। ਉਹ ਤੁਸੀਂ ਵੀ ਕਰ ਸਕਦੇ ਹੋ ਜੀ। ਮੈਂ ਇੱਕ ਆਡੀਓ ਬੁੱਕ ਸੁਣੀ ਵੀ ਜੀ, ਉਹ ਨਹੀਂ ਗੱਲ ਬਣਦੀ ਜੀ, ਬਹੁਤ ਜ਼ਿਆਦਾ ਵੀਰੇ ਵਧੀਆ ਸੀ, ਪੂਰੀ ਫਿਲਮ ਸੀਗੀ ਜੀ। ਤੇ ਜਿਵੇਂ ਪਹਿਲੇ ਬਾਈ ਵੀ ਕਹਿੰਦੇ ਉਹ ਗੂੰਗੇ ਵਾਲਾ ਤਾਂ ਬੜਾ ਜ਼ਿਆਦਾ ਸਿਰਾ ਸੀਗਾ ਜੀ, ਬਹੁਤ ਜ਼ਿਆਦਾ ਵਧੀਆ ਸੀ ਵੀਰੇ। ਥੈਂਕ ਯੂ ਸੋ ਮਚ। ਥੈਂਕ ਯੂ ਟਵਾਣਾ ਸਾਹਿਬ। ਸੁਖਵਿੰਦਰ ਸਿੰਘ ਜੀ, ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ, ਤੁਸੀਂ ਕਿਸੇ ਵੇਲੇ ਡਾਇਰੈਕਟਰ ਤਾਂ ਨਹੀਂ ਕੀਤੇ ਡਰਾਮੇ ਵਗੈਰਾ? ਬਾ ਕਾਲਜ 'ਚ ਜੀ ਛੁੱਟ ਭਲਾਈ ਤੋਂ ਸਾਰਾ ਕੁਛ ਕੀਤਾ। ਹਾਂਜੀ, ਬਸ ਇਹ ਡੈਫੀਨੇਟਲੀ ਤੁਸੀਂ ਡਾਇਰੈਕਟ ਕੀਤੇ ਹੋਏ ਆ, ਤੇ ਤਾਂ ਹੀ ਇਦਾਂ ਦੀ ਸੀਗੀ ਐਗਜ਼ੈਕਟ ਸਾਰੀ ਟੂਨ, ਕਿੱਦਾਂ ਬੋਲਣਾ, ਕਿੱਦਾਂ ਡਾਇਲੌਗ ਡਿਲੀਵਰ ਕਰਨਾ, ਤੇ ਇਹ ਸਾਰਾ ਚਿਹਰੇ ਨਜ਼ਰ ਆ ਰਹੇ ਸੀ। ਔਰ ਜਿੱਦਾਂ ਤੁਸੀਂ ਬੋਲ ਰਹੇ, ਤੁਹਾਡੀਆਂ ਮੁੱਛਾਂ ਵੀ ਫੜਕ ਰਹੀਆਂ ਸੀ, ਸਾਨੂੰ ਨਜ਼ਰ ਆ ਰਹੀਆਂ। ਥੈਂਕ ਯੂ ਬਾਈ ਜੀ। ਇਹ ਨਾ ਅਸਲ ਪਤਾ ਨਹੀਂ ਮੇਰੇ ਮਨ 'ਚ ਜਦ ਮੈਂ ਸ਼ੁਰੂ ਕੀਤੀ, ਜੱਗੀ ਨਾਲ ਮੇਰਾ ਪਿਆਰ ਸੀ, ਜੱਗੀ ਦੇ ਨਾਵਲ ਮੈਂ ਪੜ੍ਹਦਾ ਹੀ ਬਾਈ ਦੇ, ਮੇਰੇ ਮਨ 'ਚ ਆਇਆ ਯਾਰ ਇਹਦੀ ਕਹਾਣੀ ਸੁਣਾਇਆ ਕਰੀਏ। ਉਹ ਕਹਿੰਦਾ ਮੇਰੀਆਂ ਕਹਾਣੀਆਂ ਤੂੰ ਕਿੱਥੇ ਸੁਣਾ ਲੇਗਾ ਜਵਾਕਾ। ਨੇ ਕਿਹਾ ਤੇ ਨਹੀਂ ਸੁਣਾ ਹੋਣੀਆਂ, ਇਹ ਬਹੁਤ 7 ਜਣੇ ਬੋਲਦੇ ਆ, 2 ਸਫ਼ਿਆਂ 'ਚ 7 ਜਣੇ ਨੇ। ਅਤੇ ਹੁਣ ਤਾਂ ਮੇਰੇ ਯਾਦ ਇਹ ਹੋ ਗਈਆਂ, ਜੇ ਤੁਸੀਂ ਕਹੋ ਨਾ ਹੁਣ ਤਾਂ ਮੈਂ ਯਾਦ ਕਰ ਲੈਣਾ। ਮੰਗਲਵਾਰ ਦੀ ਰਾਤ ਬੜੀ ਕਰੜੀ ਹੋ ਜਾਂਦੀ ਹੈ, 11-12 ਵੱਜ ਜਾਂਦੇ ਨੇ ਮੇਰੇ, 3-4 ਤਿਆਰ ਕਰਦਾ, ਫਿਰ ਉਹਦੇ ਵਿੱਚੋਂ ਸਵੇਰੇ ਮੁਲਾਂਕਣ ਹੁੰਦਾ ਹੈ ਵੀ ਕਿਹੜੀ ਸੁਣਾਵਾਂ। ਉਹ ਕੁਛ ਨਹੀਂ ਹੈ, ਸਿਰਫ ਇਹ ਹੁੰਦਾ ਵੀ ਯਾਰ ਤੁਹਾਡੀ ਕੱਚੀ ਨਾ ਤੁਹਾਡੇ 'ਤੇ ਗੱਲ ਰਹਿ ਜਾਵੇ, ਕੋਈ ਐਂ ਮੈਸੇਜ ਨਾ ਆਵੇ ਯਾਰ ਅੱਜ ਗੱਲ ਨਹੀਂ ਬਣੀ, ਫਿਰ ਮੈਨੂੰ ਬਹੁਤ ਔਖਾ ਕਰਦੀ ਆ ਵੀ ਗੱਲ ਬਣੀ ਕਿਉਂ ਨਹੀਂ। ਗੱਲ ਬਣਾਉਣ ਨੂੰ ਤਾਂ ਬੈਠੇ ਆ, ਫਿਰ ਸਾਧ ਦੀ ਧੂਣੀ 'ਤੇ ਇਕੱਠ ਕਾਹਦਾ ਜੇ ਗੱਲ ਹੀ ਨਾ ਬਣੇ। ਜੇਠੀ ਸਾਹਿਬ ਤੁਸੀਂ ਏਅਰ 'ਤੇ ਹੋ। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਹੈਲੋ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੇਠੀ ਜੀ। ਵੱਲ ਮੋੜ ਦਿੰਦੇ ਤੁਸੀਂ ਰੇਡੀਓ ਦਾ। ਥੈਂਕ ਯੂ। ਬਹੁਤ ਹੀ ਵਧੀਆ ਸਟਾਈਲ ਹੈ ਤੁਹਾਡੇ, ਸਟਾਈਲ ਤੇ ਮਰਦੀ ਹੈ ਦੁਨੀਆ। ਧੰਨਵਾਦ ਜੀ। ਇੱਕ ਪਰਵਾਲੀ ਦਿਦਾਰ ਦਾ ਗੀਤ ਹੀ ਲਿਖ ਲਓ ਜੇ ਕਿਤੇ ਟਾਈਮ ਹੋਇਆ ਤਾਂ। ਦਿਦਾਰ ਦਾ ਲਿਖਿਆ ਤੇ ਨੂਰੀ ਦਾ ਗਾਇਆ, ਜ਼ਰਾ ਛੇਤੀ ਕੰਮ ਨਿਬੇੜ ਮਾਏ ਮੈਂ ਸੌਣਾ, ਸੁਪਨੇ ਵਿੱਚ ਮਿਲਣ ਮਾਹੀ ਨੇ ਆਉਣਾ। ਦੇਖੋ ਵਾਡੇ ਕਿੰਨੀ ਸ਼ਾਨਦਾਰ ਲਿਖਦਾ ਸੀ ਮੁੰਡਾ। ਹਾਂ, ਜਿਉਂਦੇ ਰਹੋ। ਥੈਂਕ ਯੂ। ਥੈਂਕ ਯੂ ਜੀ। ਦੇਖੀ ਸਾਹਿਬ, ਧੰਨਵਾਦ ਜੀ। ਪੁਰਾਣਾ ਵਾਕਿਆ ਹੀ ਬਹੁਤ ਵਧੀਆ ਜਿਹੜਾ ਦਦਾਰ ਭਰੋਵਾਲੀਆ ਗਾਉਂਦਾ ਸੀ। ਬਲਜੀਤ ਸਿੰਘ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਉਹ ਤੁਹਾਡਾ ਜਿਹੜਾ ਨਾ ਉਹ ਨਿਹੰਗ ਸਿੰਘਾਂ ਵਾਲਾ ਉਹ ਸੁਣਾਇਆ ਸੀ ਤੁਸੀਂ, ਤੇ ਮੈਨੂੰ ਬੜਾ ਸੋਹਣਾ ਲੱਗਿਆ। ਸੌਰੀ, ਉਸ ਤੋਂ ਬਾਅਦ ਮੈਂ ਤੁਹਾਡਾ ਨਹੀਂ ਸੁਣ ਸਕਿਆ ਪ੍ਰੋਗਰਾਮ, ਕਹਾਣੀ ਥੋੜੀ ਸੁਣ ਸਕਿਆ। ਕੋਈ ਨਾ ਜੀ। ਪਰ ਉਹਨੇ ਮੈਨੂੰ ਇੱਕ ਯਾਦ ਕਰਾਇਆ ਜੀ, ਤੇ ਮੈਂ ਸੁਣਾ ਦਵਾਂ ਥੋੜਾ ਜਿਹਾ ਜੀ। ਟਿਕਦਾ ਹੀ ਆ ਵੈਸੇ। ਉਹ ਬਾਜਾਂ ਵਾਲਿਆ ਤੇਰੇ ਸਕੂਲ ਅੰਦਰ, ਮੈਂ ਤੇ ਸੁਣਿਆ ਸੀ ਲੱਗਦੀ ਫੀਸ ਕੋਈ ਨਾ। ਸੋਭਾ ਸੁਣ ਕੇ ਮੈਂ ਦਾਖਲ ਆਣ ਹੋਇਆ, ਦੇਣੇ ਪੈਣਗੇ ਵੀਸ ਦੇ
ਤੀਸ ਕੋਈ ਨਾ। ਐਸੀ ਜੱਗ ਤੇ ਕਾਇਮ ਮਿਸਾਲ ਕੀਤੀ, ਜਿਹਦੀ ਦੁਨੀਆ ਤੇ ਕਰਦਾ ਰੀਸ ਕੋਈ ਨਾ। ਝਾਤੀ ਮਾਰੀ ਮੈਂ ਜਦੋਂ ਕਲਾਸ ਅੰਦਰ, ਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਨਾ। ਬਾਈ ਜੀ ਜਿਉਂਦੇ ਵੱਸਦੇ ਰਹੋ। ਥੈਂਕ ਯੂ ਜੀ। ਜੀ ਕੱਲ ਨੂੰ ਮੁੜਦੇ ਆ ਫਿਰ। ਰੱਬ ਰੱਖਾ।